important है because unfortunately दोनों चीज़ां जे लाइफ ਵਿੱਚ ਚੱਲਣ ਤਾਂ ਬੰਦਾ ਸੱਚਖੰਡ ਦੇ ਦਰਵਾਜ਼ੇ ਤੇ ਪਹੁੰਚ ਸਕਦਾ ਹੈ ਖਾਲੀ ਸਿਮਰਨ ਨਾਲ ਜਾਂ ਸਿਰਫ ਸੇਵਾ ਨਾਲ ਦੋਨੋਂ ਚੀਜ਼ਾਂ ਸੇਵਾ ਵਾਲੇ ਤੇ ਫਿਰ ਵੀ ਪਹੁੰਚ ਗਏ ਪਰ ਸਿਮਰਨ ਨਾਲ ਇਕੱਲਿਆਂ ਜਿਹੜੇ ਹਨ ਉਹ ਰਸਤਾ ਪ੍ਰਵਾਨ ਨਹੀਂ ਕੀਤਾ ਗਿਆ ਸੋ ਤੁਸੀਂ ਉਹਦੇ ਉੱਤੇ ਅਸੀਂ ਹੁਣ ਅੱਜ ਜਿਹੜਾ ਹੈ ਅੱਜ ਦੀ ਕਲਾਸ ਫੋਕਸਡ ਹੋਏਗੀ ਇਟਸ 9 o'clock here I'm going to wait another minute or so before we start ਤੇ ਸੇਵਾ ਤੇ ਸੇਵਕ ਹੋਰ ਗੁਰਮਤਿ ਦੇ ਪਰਸਪੈਕਟਿਵ ਤੋਂ ਸੇਵਾ ਕਿਹੜੀ ਪ੍ਰਵਾਨ ਹੈ ਕਿਹੜੀਆਂ ਚੀਜ਼ਾਂ ਐਕਸੈਪਟੇਬਲ ਹਨ ਕਿਹੜੀਆਂ ਚੀਜ਼ਾਂ ਨਹੀਂ ਐਕਸੈਪਟੇਬਲ ਹਨ ਉਹਦੇ ਉੱਤੇ ਫੋਕਸ ਕਰਕੇ and then ਅੱਜ ਕੀਰਤਨ ਦੀ ਕਲਾਸ ਨਹੀਂ ਹੈ for some reason we cancelled it today so whenever we end the class that would be the end ਹਾਂਜੀ ਕੀਰਤਨ ਦੀ ਕਲਾਸ ਨਹੀਂ ਹੈ ਅੱਜ ਹਾਂਜੀ ਸਤਿ ਸ਼੍ਰੀ ਅਕਾਲ ਰੂਬੀ ਦੀਦੀ Sat Sri Akal, Virji. How are you? Seen in a long time. How is everything doing? Everybody okay? Everything is good. Yeah. Just summer. Yeah, I know. I also want to take a break, which I will, I think. So, Yeah, it was a much needed break. Yeah. Sat Sri Akal, Manjeet ji. Sat Sri Akal ji. So it's 9:01. We'll start today. Ji. Sat Sri Akal ji. Sat Sri Akal ji. Sat Sri Akal ji. ਗੁਰਮਤਿ ਦੇ ਪਰਸਪੈਕਟਿਵ ਤੋਂ ਸਟੱਡੀ ਦੀ ਮੈਂ ਤੁਹਾਨੂੰ ਕੋ-ਹੋਸਟ ਬਣਾ ਰਿਹਾ so that you can then help me in Did I do okay? Yeah, good, okay. So ਗੁਰਮਤਿ ਦੇ ਪਰਸਪੈਕਟਿਵ ਤੋਂ ਸਪਿਰਿਚੁਅਲ ਜਿਹੜੀ ਪਾਥ ਜਿਹੜਾ ਹੈ ਸਪਿਰਿਚੁਅਲਿਟੀ ਦਾ ਉਹਦੇ ਵਿੱਚ ਦੋਨੋਂ ਚੀਜ਼ਾਂ ਨਾਲ ਚੱਲਣ ਦੀ ਸੈਨਤ ਦਿੱਤੀ ਗਈ ਹੈ ਸੇਵਾ ਤੇ ਸਿਮਰਨ ਦੋਨਾਂ ਦੀ ਇੰਪੋਰਟੈਂਸ ਸਿਮਿਲਰ ਮੰਨੀ ਗਈ ਹੈ ਇਹ ਨਹੀਂ ਹੈ ਵੀ ਇੱਕ ਜ਼ਿਆਦਾ ਇੰਪੋਰਟੈਂਟ ਹੈ ਦੂਸਰੇ ਨਾਲੋਂ ਦੂਸਰੀ ਗੱਲ ਹੈ ਜਿੱਥੇ ਵਰਡ ਦੋਨੋਂ ਇਕੱਠੇ ਆਏ ਹਨ ਉੱਥੇ ਪਹਿਲੇ ਸੇਵਾ ਆਇਆ ਹੈ ਫਿਰ ਸਿਮਰਨ ਆਇਆ ਹੈ ਵਰਡ ਉਲਟਾ ਨਹੀਂ ਆਇਆ ਕਿਧਰੇ ਵੀ ਕਿਉਂਕਿ ਸਿਮਰਨ ਹੋ ਨਹੀਂ ਸਕਦਾ ਜਦ ਤੱਕ ਦੇਖੋ ਕਿਸੇ ਚੀਜ਼ ਨਾਲ ਪਿਆਰ ਪਾਣਾ ਹੋਵੇ ਤੇ ਪਹਿਲੇ ਉਸ ਚੀਜ਼ ਨਾਲ ਪਿਆਰ ਹੁੰਦਾ ਹੈ ਜਿਹੜੀ ਚੀਜ਼ ਨੂੰ ਦੇਖਿਆ ਜਾ ਸਕੇ ਜਿਹੜੀ ਚੀਜ਼ ਨੂੰ ਮਹਿਸੂਸ ਕੀਤਾ ਜਾ ਸਕੇ ਹਾਂਜੀ ਜਿਹੜੀ ਚੀਜ਼ ਤੁਸੀਂ ਕਦੀ ਦੇਖੀ ਨਹੀਂ ਕਦੀ ਅੱਜ ਤੱਕ ਜਾਂ ਕਦੀ ਮਹਿਸੂਸ ਨਹੀਂ ਕੀਤੀ ਜਾਂ ਕੋਈ ਤੁਹਾਡੇ ਤੋਂ ਦੂਰ ਹੈ ਬਹੁਤ ਹਾਲੇ ਉਸ ਐਬਸਟ੍ਰੈਕਟ ਚੀਜ਼ ਨਾਲ ਪਿਆਰ ਪਾਣਾ ਔਖਾ ਹੈ ਬੜਾ ਈਜ਼ੀ ਨਹੀਂ ਹੈ ਇੰਨਾ ਪਰ ਜਿਹੜੀ ਚੀਜ਼ ਰੋਜ਼ ਦੇਖਦੇ ਹੋ ਜਿਹੜੀ ਚੀਜ਼ ਨੂੰ ਰੋਜ਼ ਮਹਿਸੂਸ ਕਰਦੇ ਹੋ ਜਿਹੜੀ ਚੀਜ਼ ਨੂੰ ਛੂ ਸਕਦੇ ਹੋ ਉਸ ਨਾਲ ਪਿਆਰ ਪਾਣਾ ਜਿਹੜਾ ਹੈ ਈਜ਼ੀਅਰ ਹੈ ਬੜਾ ਸੋ ਇਸ ਪਰਸਪੈਕਟਿਵ ਨੂੰ ਦੇਖਦਿਆਂ ਹੋਇਆਂ ਅੰਦਰ ਪਹਿਲੇ ਪਿਆਰ ਦਾ ਕਨਸੈਪਟ ਪਹਿਲੇ ਮਾਂ ਤੇ ਬੱਚੇ ਦਾ ਹੁੰਦਾ ਹੈ ਇਹ ਵੀ ਸਿਖਾਉਣ ਵਾਸਤੇ ਦਿਖਾਇਆ ਗਿਆ ਫਿਰ ਫਾਦਰ ਨਾਲ ਰਿਲੇਸ਼ਨਸ਼ਿਪ ਹੁੰਦੀ ਹੈ ਭੈਣ ਭਰਾਵਾਂ ਨਾਲ ਹੁੰਦੀ ਹੈ ਰਿਸ਼ਤੇਦਾਰਾਂ ਨਾਲ ਹੁੰਦੀ ਹੈ ਫਰੈਂਡਸ ਨਾਲ ਹੁੰਦੀ ਹੈ ਇੱਥੋਂ ਪਿਆਰ ਦਾ ਪਤਾ ਲੱਗਦਾ ਕਿ ਪਿਆਰ ਕੀ ਹੈ ਸੋ ਇਸ ਪਰਸਪੈਕਟਿਵ ਤੋਂ ਦੇਖਦਿਆਂ ਹੋਇਆਂ ਗੁਰੂਆਂ ਨੇ ਦੋਨੋਂ ਚੀਜ਼ਾਂ ਨਾਲ ਪ੍ਰਵਾਨ ਕੀਤੀਆਂ ਹਨ ਜਿੱਥੇ ਸੇਵਾ ਹੈ ਉੱਥੇ ਸਿਮਰਨ ਹੈ ਉੱਥੇ ਪ੍ਰਮਾਤਮਾ ਦੀ ਪ੍ਰਾਪਤੀ ਹੈ ਇਨਫੈਕਟ ਤੁਸੀਂ ਅਗਰ ਗੁਰਬਾਣੀ ਦੇ ਕਿਸੇ ਵੀ ਤੁਕ ਨੂੰ ਦੇਖ ਲਵੋਗੇ ਤੇ ਜਿੱਥੇ ਵੀ ਅਲਟੀਮੇਟ ਗੱਲ ਆਈ ਵੀ ਹਾਂਜੀ ਇਹ ਹੁਣ ਅਲਟੀਮੇਟ ਹੈ ਬ੍ਰਹਮ ਗਿਆਨੀ ਦੀ ਅਵਸਥਾ ਹੈ ਜਾਂ ਇਹ ਹੁਣ ਸਭ ਤੋਂ ਉੱਚਲੀ ਅਵਸਥਾ ਤੇ ਪਹੁੰਚ ਗਿਆ ਉੱਥੇ ਜਾ ਕੇ ਦੇਖੋ ਕਿ ਜਨਰਲੀ ਸਪੀਕਿੰਗ ਉੱਥੇ ਹਮੇਸ਼ਾ ਇਹ ਗੱਲ ਨਾਲ ਆਏਗੀ ਕਿ ਇਹ ਆਪੇ ਹੀ ਨਹੀਂ ਤਰਿਆ ਲੇਕਿਨ ਦੂਸਰਿਆਂ ਦਾ ਹੱਥ ਜਿੰਨੇ ਪਕੜਿਆ ਜਿੰਨੇ ਦੂਸਰਿਆਂ ਦੇ ਹੱਥ ਨੂੰ ਲਾ ਕੇ ਅੱਗੇ ਚੜਿਆ ਤੇ ਤੁਸੀਂ ਦੇਖ ਲਓ ਕਿ ਅੱਗੇ ਜਦੋਂ ਲਾਸਟ ਅਸੀਂ ਲਾਈਨਾਂ ਕੋਈ ਐਂਡ ਕਰਦੇ ਆ ਉੱਥੇ ਹਮੇਸ਼ਾ ਕੋਈ ਨਾ ਕੋਈ ਉਹ ਜੀ ਲਾਈਨ ਜ਼ਰੂਰ ਆਏਗੀ ਕਿ ਨਹੀਂ ਖਾਲੀ ਆਪ ਨਹੀਂ ਜਪਿਆ ਦੂਸਰਿਆਂ ਨੂੰ ਜਪਾਇਆ ਹੈ ਖਾਲੀ ਆਪ ਨਹੀਂ ਸਿੱਖਿਆ ਦੂਸਰਿਆਂ ਨੂੰ ਸਿਖਾਇਆ ਹੈ ਕਦੀ ਆਪ ਨਹੀਂ ਕੀਤਾ ਦੂਸਰਿਆਂ ਨੂੰ ਇਨਕਰੇਜ ਕੀਤਾ ਹੈ ਇਹ ਜਿਹੜੇ ਦੂਸਰਿਆਂ ਨੂੰ ਇਨਕਰੇਜ ਕਰਨਾ ਉਹ ਦੂਸਰਿਆਂ ਦੇ ਥਰੂ ਸੇਵਾ ਲੈਣੀ ਉਹਨਾਂ ਨੂੰ ਇਸ ਪਾਸੇ ਲਾਣਾ ਇਹਦੇ ਉੱਤੇ ਬਹੁਤ ਵੱਡਾ ਫੋਕਸ ਗੁਰਮਤਿ ਦਾ ਰਿਹਾ ਹੈ ਗੁਰੂਆਂ ਨੇ ਇਸ ਚੀਜ਼ ਤੇ ਬਹੁਤ ਵੱਡੀ ਬਿਲੀਫ ਸਿਸਟਮ ਇਹਦੇ ਉੱਤੇ ਰੱਖਿਆ ਕਿ ਨਹੀਂ ਸੈਲਫਿਸ਼ ਹੋ ਕੇ ਸਿਰਫ ਆਪੇ ਤੇ ਕੰਮ ਨਹੀਂ ਸੇਵਾ ਕਰਨੀ ਇਸੇ ਵਾਸਤੇ ਸਿਰਫ ਸੇਵਾ ਦੀ ਹੀ ਇੰਪੋਰਟੈਂਸ ਗੁਰਮਤਿ ਵਿੱਚ ਨਹੀਂ ਹੈ ਸੇਵਕ ਦੀ ਵੀ ਬਹੁਤ ਹੈ ਜਿਹੜਾ ਕਰਨ ਵਾਲਾ ਹੈ ਉਹਦੀ ਬਹੁਤ ਵੱਡੀ ਮਹਾਨਤਾ ਦੱਸੀ ਹੈ ਮੈਂ ਐਗਜ਼ਾਮਪਲ ਗੁਰਬਾਣੀ ਤੋਂ 2-3 ਤੁਹਾਨੂੰ ਦੱਸਾਂਗਾ ਇੱਕ ਜਗ੍ਹਾ ਮਾਰੂ ਦੇ ਸੋਹਲਿਆਂ ਵਿੱਚ ਮੈਨੂੰ ਯਾਦ ਨਹੀਂ ਐਗਜ਼ੈਕਟ ਪੇਜ ਨੰਬਰ ਮੈਂ ਲਿਖ ਕੇ ਰੱਖਿਆ ਹੋਇਆ ਕਿਧਰੇ ਇੱਕ ਜਗ੍ਹਾ ਮਾਰੂ ਦੇ ਸੋਹਲਿਆਂ ਵਿੱਚ ਸੇਵਕ ਨੂੰ ਪ੍ਰਮਾਤਮਾ ਵਰਗੀ ਉਹਦੀ ਉਹ ਮੈਟਾਫਰ ਖਿੱਚਿਆ ਪ੍ਰਮਾਤਮਾ ਦਾ ਕਿ ਸੇਵਕ ਜਿਹੜਾ ਹੈ ਉਸ ਅਵਸਥਾ ਤੇ ਪਹੁੰਚ ਜਾਂਦਾ ਹੈ ਬਹੁਤ ਵੱਡਾ
तो उस मद्देनजर रखते हुए इन चीज़ों ਨੂੰ let's start today's session though and see कि ये सेवा ਦਾ इशू की है, क्यों है सेवा इतनी इंपॉर्टेंट ਤੇ ਕੀ ਹੈ ਗੁਰੂਆਂ ਦਾ ਪਰਸਪੈਕਟਿਵ ਸੇਵਾ ਦੇ ਉੱਤੇ। ਹੁਣ ਤੱਕ ਇਹ ਪੋਰਸ਼ਨ ਐਟਲੀਸਟ ਵੀ ਸੀ ਦੈਟ ਆਲ ਦ ਟਾਈਮ ਜਿੱਥੇ ਕੋਈ ਦੁਨੀਆ ਨੂੰ ਤਕਲੀਫ ਹੁੰਦੀ ਹੈ, ਚਾਹੇ ਉਹ ਮੁਸ਼ਕਿਲ ਚ ਸਿੱਖ ਹੋਣ, ਤਾਂ ਵੀ ਜਾ ਕੇ ਨਿਸ਼ਕਾਮ ਸੇਵਾ ਕਰਦੇ ਹਨ, ਦੇਖਦੇ ਨਹੀਂ ਹਨ ਕੌਣ ਅੱਗੇ ਬੈਠਾ ਹੋਇਆ ਹੈ। ਸੋ ਇਹ ਪਰਸਪੈਕਟਿਵ ਜ਼ਰਾ ਗੁਰਮਤਿ ਦੇ ਸਟੈਂਡਰਡ ਤੋਂ ਜ਼ਰਾ ਫਲੋੜਾਂਗੇ ਅਸੀਂ ਅੱਜ ਨੂੰ। we'll try to understand ਵੀ ਇੱਕ how does this ਸੇਵਾ, so class ਦਾ ਪਰਸਪੈਕਟਿਵ ਕਮਿਊਨਿਟੀ ਸਰਵਿਸ ਸਾਰਿਆਂ ਨੂੰ ਪਤਾ ਕੀ ਹੁੰਦੀ। We all know that helping others is always good. But what we will focus today is how helping others takes you closer to Naam, takes you closer to God, takes you closer to your ultimate goal, ਜਿਹੜਾ ਤੁਹਾਡੇ ਲਾਈਫ ਦਾ ਹੈ। ਉਹ ਉਸ ਕਲੋਜ਼ਨੈਸ ਨਾਲ ਸੇਵਾ ਦਾ ਕੀ ਰਿਲੇਸ਼ਨਸ਼ਿਪ ਹੈ, ਉਹ ਅਸੀਂ ਐਕਸਪਲੋਰ ਕਰਾਂਗੇ। ਹਾਂਜੀ, ਸੋ ਲੈਟ ਮੀ ਸਟਾਰਟ ਸ਼ੇਅਰਿੰਗ ਮਾਈ ਸਕਰੀਨ ਫॉर ਅ ਸੈਕੰਡ। ਦੋ ਮੈਂ ਇੱਕ ਸਿੰਪਲ ਜੀ ਡਾਇਗਰਾਮ ਬਣਾਵਾਂਗਾ ਜਿਹੜੀ ਪਹਿਲੀ ਬੜੀ ਪੜ੍ਹਾਈ ਹੋਈ ਹੈ ਮੈਂ, ਪਰ ਫਿਰ ਵੀ ਕਈ ਵਾਰੀ ਨਹੀਂ ਯਾਦ ਰਹਿੰਦਾ, ਕਈ ਵਾਰੀ ਮੈਂ ਆਪ ਭੁੱਲ ਜਾਂਦਾ। ਸੋ ਲੈਟ ਮੀ ਜਸਟ ਡੂ ਦਿਸ ਐਂਡ ਮੈਂ ਇੱਥੇ ਮੈਂ ਇੱਕ ਵੈਰੀ ਸਿੰਪਲ ਜਿਹੀ ਡਾਇਗਰਾਮ ਬਣਾ ਕੇ ਤੁਹਾਨੂੰ ਮੈਂ ਕੋਸ਼ਿਸ਼ ਕਰਾਂਗਾ ਸਮਝਾਉਣ ਦੀ। ਤੇ ਪ੍ਰਮਾਤਮਾ ਜਾਂ ਗॉड ਜਾਂ ਅਕਾਲ ਪੁਰਖ ਨੂੰ ਗੁਰਮਤ ਵਿੱਚ ਦੋ ਰੂਪ ਵਿੱਚ ਪ੍ਰਵਾਨ ਕੀਤਾ ਗਿਆ। ਬੜੀ ਵਾਰੀ ਮੈਂ ਇਸ ਬਾਰੇ ਡਿਸਕਸ਼ਨ ਕਰਾਇਆ ਹਾਂ। ਇੱਕ ਨਿਰਗੁਣ ਰੂਪ ਵਿੱਚ ਪ੍ਰਵਾਨ ਕੀਤਾ ਗਿਆ ਹੈ ਤੇ ਇੱਕ ਸਰਗੁਣ ਰੂਪ ਵਿੱਚ ਪ੍ਰਵਾਨ ਕੀਤਾ ਗਿਆ ਹੈ। ਦੋਨੋਂ ਰੂਪ ਜਿਹੜੇ ਹਨ ਗੁਰਬਾਣੀ ਨੇ ਐਕਸੈਪਟ ਕੀਤੇ ਹਨ ਦੋਨੋਂ ਰੂਪ। ਨਿਰਗੁਣ ਰੂਪ ਵਿੱਚ ਪ੍ਰਮਾਤਮਾ ਜਿਹੜਾ ਹੈ ਉਹ ਇੱਕ ਐਬਸਟ੍ਰੈਕਟ ਹੈ, ਨਜ਼ਰ ਨਹੀਂ ਆਉਂਦਾ ਹੈ ਜੀ, ਨਜ਼ਰ ਨਹੀਂ ਆਉਂਦਾ, ਦੂਰ ਹੈ, ਮਹਿਸੂਸ ਕੀਤਾ ਜਾ ਸਕਦਾ ਹੈ, ਇਨਟੈਂਜੀਬਲ ਕਹਿ ਲੋ ਹੈ, ਹਿਰਦੇ ਦੇ ਅੰਦਰ ਹੈ ਤੁਹਾਡੇ, ਨਜ਼ਰ ਨਹੀਂ ਆਉਂਦਾ, ਦੂਰ ਹੈ, ਐਬਸਟ੍ਰੈਕਟ ਹੈ, ਨਿਰਗੁਣ ਹੈ। ਉਹਦੇ ਚ ਕੋਈ ਮਨੇ ਤੁਸੀਂ ਕੋਈ ਚੀਜ਼ ਤੁਹਾਨੂੰ ਨਜ਼ਰ ਨਹੀਂ ਆ, ਤੁਸੀਂ ਛੂ ਨਹੀਂ ਸਕਦੇ ਤੁਸੀਂ ਉਸ ਨੂੰ, ਹਾਂਜੀ। ਤੇ ਸਰਗੁਣ ਰੂਪ ਐਗਜ਼ੈਕਟਲੀ ਉਹਦੇ ਆਪੋਜ਼ਿਟ ਹੈ, ਐਬਸਟ੍ਰੈਕਟ ਨਹੀਂ ਹੈ, ਉਹ ਸਥੂਲ ਰੂਪ ਵਿੱਚ ਹੈ, ਹਾਂਜੀ, ਉਹ ਟੈਂਜੇਬਲ ਹੈ, ਉਹ ਤੁਸੀਂ ਉਹਨੂੰ ਉਹ ਟੱਚ ਦੇ ਫੀਲ ਹੈ ਉੱਥੇ ਵਿੱਚ, ਦੋਨੋਂ ਚੀਜ਼ਾਂ ਹਨ ਨਾਲ, ਹਾਂਜੀ। ਤੇ ਇਹ ਨਾ ਸਮਝਿਓ ਕਿ ਇੱਕ ਰੂਪ ਜ਼ਿਆਦਾ ਇੰਪੋਰਟੈਂਟ ਹੈ ਦੂਸਰੇ ਨਾਲੋਂ। ਜਿਤਨਾ ਨਿਰਗੁਣ ਦੀ ਇੰਪੋਰਟੈਂਸ ਗੁਰਬਾਣੀ ਵਿੱਚ ਆਈ ਹੈ, ਉਤਨੀ ਹੀ ਸਰਗੁਣ ਦੀ ਆਈ ਹੈ। ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜੀ ਵਾਰੀ ਇਸ ਗੱਲ ਨੂੰ ਐਡਰੈਸ ਕੀਤਾ ਨੇ। ਨਿਰਗੁਣ ਆਪ ਸਰਗੁਣ ਬਿਯੋਈ, ਕਲਾ ਧਾਰਚਿਨ ਸਗਲੀ ਮੋਹੀ। ਬੜੀ ਜਗ੍ਹਾ ਨਿਰਗੁਣ ਸਰਗੁਣ ਦੀ ਗੱਲ ਆਈ ਹੈ। ਇਨਫੈਕਟ ਨਿਰਗੁਣ ਦੇ ਉੱਤੇ ਪੂਰੀ ਅਸ਼ਪਦੀ ਹੈ ਨੰਬਰ 21 ਤੇ ਸਰਗੁਣ ਤੇ ਵੀ ਪੂਰੀ ਅਸ਼ਪਦੀ ਹੈ ਨੰਬਰ 22। ਉਹਨਾਂ ਨੇ ਕਿਸੇ ਚੀਜ਼ ਨੂੰ ਛੋੜਿਆ ਨਹੀਂ, ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਇੱਕ ਜ਼ਿਆਦਾ ਇੰਪੋਰਟੈਂਟ ਹੈ ਦੂਸਰੇ ਤੋਂ। ਪਰ ਇੱਕ ਗੱਲ ਜ਼ਰੂਰ ਗੁਰੂਆਂ ਨੇ ਬਹੁਤ ਸਟ੍ਰੈਸ ਕੀਤੀ ਹੈ ਗੁਰਬਾਣੀ ਵਿੱਚ, ਉਹ ਇਹ ਹੈ ਕਿ ਇਹ ਜਿਹੜਾ ਐਸਪੈਕਟ ਹੈ ਨਾ ਸਰਗੁਣ ਵਾਲਾ, ਇਹ ਪਹਿਲੇ ਸ਼ੁਰੂ ਹੁੰਦਾ ਹੈ, ਇਹ ਈਜ਼ੀਅਰ ਹੈ ਸ਼ੁਰੂ ਕਰਨਾ। ਕਿਉਂ? ਕਿਉਂਕਿ ਇਹ ਨਜ਼ਰ ਆਉਂਦਾ ਹੈ, ਦੇਖ ਸਕਦੇ ਹੋ, ਛੂ ਸਕਦੇ ਹੋ, ਹਾਂਜੀ। ਸਭ ਤੋਂ ਪਹਿਲੇ ਮਾਂ ਨੂੰ ਬੱਚਾ ਛੂੰਦਾ ਹੈ, ਉਹਦੇ ਨਾਲ ਪਿਆਰ ਪੈਂਦਾ ਹੈ, ਤੇ ਉਸ ਤੋਂ ਬਾਅਦ ਫਿਰ ਬੱਚਾ ਕਿਸੇ ਹੋਰ ਨੂੰ ਛੂੰਦਾ ਹੈ, ਉਹਦੇ ਨਾਲ ਪਿਆਰ ਪੈਂਦਾ ਹੈ। ਤੇ ਐਜ਼ ਐਨ ਅਡਲਟ ਤੁਸੀਂ ਜਦੋਂ ਸਪਿਰਿਚੁਅਲ ਪਾਥ ਤੇ ਹੁੰਦੇ ਹੋ, ਤੇ ਇਹ ਜਿਹੜਾ ਸਰਗੁਣ ਰੂਪ ਜਿਹੜਾ ਹੈ ਇਹ ਕਿਸ ਤਰ੍ਹਾਂ ਰਿਵੀਲ ਹੁੰਦਾ ਹੈ ਤੁਹਾਨੂੰ, ਇਹ ਸਰਗੁਣ ਰੂਪ ਪ੍ਰਮਾਤਮਾ ਦਾ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ ਤੁਹਾਨੂੰ। ਤੇ ਬਾਣੀ ਵਿੱਚ ਇੱਕ ਵਰਡ ਹੋਰ ਐਡ ਕੀਤਾ ਗਿਆ, ਬੜੀ ਵਾਰੀ ਆਇਆ ਹੈ, ਕੁਦਰਤ। ਆਸਾ ਦੀ ਵਾਰ ਤੇ ਵਿੱਚ ਵੀ ਕੁਦਰਤ ਦੇ ਉੱਤੇ ਪੂਰਾ ਸ਼ਲੋਕ ਹੈ। ਤੇ ਇਹ ਸਰਗੁਣ ਰੂਪ ਉਹ ਆਪਣੀ ਕੁਦਰਤ ਦੇ ਜ਼ਰੀਏ ਰਿਵੀਲ ਕਰਦੇ ਹਨ ਗੁਰੂ। ਤੇ ਕੁਦਰਤ ਕੀ ਹੈ ਫਿਰ? ਕੁਦਰਤ ਸਭ ਕੁਝ ਹੈ, ਕੁਦਰਤ ਹੈ ਜੀ। ਮੈਂ ਕੁਦਰਤ ਦਾ ਸ਼ਲੋਕ ਤੁਹਾਨੂੰ ਅਗਰ ਮੈਂ ਸੁਣਾਵਾਂ, ਅਗਰ ਤੁਸੀਂ ਮਹੱਲਾ ਪਹਿਲਾ, ਕੁਦਰਤ ਦਿਸੇ ਕੁਦਰਤ ਸੁਣੀਏ, ਕੁਦਰਤ ਭਉ ਸੁਖ ਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ। ਜਿਤਨੇ ਆਕਾਰ ਨਜ਼ਰ ਆਉਂਦੇ ਹਨ, ਜੋ ਕੁਝ ਨਜ਼ਰ ਆ ਰਿਹਾ ਹੈ, ਜੋ ਕਿਤੇ ਚ ਫਾਰਮ ਵਾਲਾ ਹੈ, ਜਿਹੜਾ ਫਾਰਮਲੈਸ ਨਹੀਂ ਹੈ। ਰਿਮੈਂਬਰ, ਜਿਹੜਾ ਫਾਰਮਲੈਸ ਹੈ ਉਹ ਨਿਰਗੁਣ ਹੈ, ਜਿਹੜਾ ਫਾਰਮ ਵਾਲਾ ਹੈ ਉਹ ਕੁਦਰਤ, ਉਹ ਕੁਦਰਤ ਚ ਬੈਠਾ ਹੋਇਆ ਹੈ। ਕੁਦਰਤ ਦੇ ਥਰੂ ਉਹ ਆਪਣੇ ਆਪ ਨੂੰ ਰਿਵੀਲ ਕਰਦਾ ਹੈ, ਸਰਗੁਣ ਦਾ ਫਾਰਮ ਜਿਹੜਾ ਹੈ। ਤੇ ਕੁਦਰਤ ਖਾਲੀ ਇੱਥੇ ਹੀ ਨਹੀਂ, ਕੁਦਰਤ ਵੇਦ ਪਾਕ ਪੁਰਾਣ ਕਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿੰਤੀ ਅੰਗੀ। ਸੋ ਕੁਦਰਤ ਦੀ ਡੈਫੀਨੇਸ਼ਨ ਇਹ ਹੈ ਕਿ ਕੁਦਰਤ ਜੋ ਨਜ਼ਰ ਆ ਰਿਹਾ ਹੈ ਅੰਦਰ ਬਾਹਰ, ਉਹ ਸਭ ਕੁਦਰਤ ਹੈ, ਉਹ ਸਾਰੀ ਨੇਚਰ ਹੈ। ਤੇ ਨੇਚਰ ਵਿੱਚ ਆਪ ਬੈਠਾ ਹੋਇਆ ਉਹ,
ਨੇਚਰ ਵਿੱਚ ਮਿਲਿਆ ਹੋਇਆ ਹੈ। ਅੱਗੇ ਜਾ ਕੇ ਇਸ ਗੱਲ ਦੀ ਬੜੀ ਕਲੈਰਿਟੀ ਹੈ ਸਦੀਵਾਰ ਦੀ ਇਸ ਸ਼ਲੋਕ ਦੇ ਅੱਗੇ ਜਾ ਕੇ ਕਿ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ। ਤੇ ਕਾਦਰ ਦਾ ਕੀ ਮਤਲਬ ਹੁੰਦਾ ਹੈ? ਹੂ ਇਜ਼ ਕਾਦਰ? ਕੈਨ somebody help me though? Can somebody participate and tell me ਕਾਦਰ ਕਰਤਾ ਕੀ ਹੈ? ਕੌਣ ਹੈ ਕਾਦਰ? ਕਾਦਰ ਦਾ ਮਤਲਬ ਕੀ ਹੈ? Who is the ਕਾਦਰ? ਹਾਂਜੀ, anybody want to take a shot at the question? परमात्मा ਨਹੀਂ, ਕਾਦਰ ਦੇ ਲਿਟਰਲ ਮੀਨਿੰਗ ਕੀ ਹੈ? ਕਰਤਾ ਪ੍ਰਮਾਤਮਾ ਹੈ। ਕਾਦਰ ਦੇ ਲਿਟਰਲ ਮੀਨਿੰਗ ਹੈ ਮਾਲਕ, ਓਨਰ, ਹਾਂਜੀ, ਪਰਸਨ ਹੂ ਇਜ਼ ਰਿਸਪਾਂਸਿਬਲ। ਕਹਿੰਦੇ ਨਾ ਕਿ the buck stops with you, you know, ਮਾਲਕ ਜਿਹੜਾ ਹੋਵੇ ਉਹ ਕਾਦਰ ਹੈ, ਉਹ ਕਾਦਰ ਹੈ। ਤੇ ਕਰਤਾ, ਕਾਦਰ ਕਰਤਾ ਵਰਡ ਆਏ ਹਨ ਕੁਦਰਤਵਾਦ ਵਿੱਚ। ਤੂੰ, ਤੇਰੀ ਕੁਦਰਤ ਹੈ, ਤੂੰ ਮਾਲਕ ਹੈ ਕੁਦਰਤ ਦਾ, ਜੋ ਚਾਹੇ ਮਰਜ਼ੀ ਕਰੇ, ਚਾहे फ्लड लेके आए, चाहे सूखा लेके आए, चाहे कुछ भी करें, चंद्रमा सूरज सब तेरे हाथ है, सारा कुछ। हे मेरे दाता, एक सारी कुदरत तेरी है, तू कादर करता है। सब तेरी कुदरत तू कादर करता, पाकी ना ही पाक। लेकिन इस कुदरत तू होके विच भी नहीं है, विच भाव कुदरत दे अंदर भी है ते कुदरत तो बाहर, पाकी ना ही पाक भाव पवित्र तो पवित्र है। तेरी कुदरत दी कोई गंद जिहड़ा है, कुदरत दी कोई मैल होवे, ओ तैनू चुंदी नहीं कोई। ਤੂੰ ਪਾਕ ਦਾ ਪਾਕ ਹੈ। ਤੂੰ ਸਰਗੁਣ ਰੂਪ ਪਰਮਾਤਮਾ ਦੇ ਵਿੱਚ ਗੁਰਮਤ ਇਹ ਬਿਲੀਵ ਕਰਦੀ ਹੈ ਕਿ ਕੁਦਰਤ ਦੇ, ਜੇ ਕੁਦਰਤ ਦੀ ਪੂਜਾ ਕੀਤੀ ਜਾਵੇ ਕਿਸੇ ਵੀ ਤਰ੍ਹਾਂ, ਜੇ ਕੁਦਰਤ ਦੀ ਸੇਵਾ ਕੀਤੀ ਜਾਵੇ, ਜੇ ਕੁਦਰਤ ਨੂੰ ਪਰਮਾਤਮਾ ਰੂਪ ਜਾਣਿਆ ਜਾਵੇ, ਜੇ ਕੁਦਰਤ ਨੂੰ ਪਰਮਾਤਮਾ ਵਸਦਾ ਅੰਦਰ ਜਾਣਿਆ ਜਾਵੇ, ਜੇ ਫੁੱਲਾਂ ਦੀ ਸੇਵਾ ਕੀਤੀ ਜਾਵੇ, ਉਸ এনवायरमेंट ਦੀ ਸੇਵਾ ਕੀਤੀ ਜਾਵੇ, ਵੈਜੀਟੇਸ਼ਨ ਦੀ ਸੇਵਾ ਕੀਤੀ ਜਾਵੇ, ट्रीज ਨੂੰ ਹੱਕ ਕੀਤਾ ਜਾਏ, ट्रीज ਦੀ ਇੱਜ਼ਤ ਕੀਤੀ ਜਾਏ, ਜਾਨਵਰਾਂ ਦੀ ਇੱਜ਼ਤ ਕੀਤੀ ਜਾਏ, ਇਨਸਾਨਾਂ ਦੀ ਇੱਜ਼ਤ ਕੀਤੀ ਜਾਏ, ਤੇ ਇਹ ਸਮਝੇ ਬੰਦਾ ਕਿ ਫਿਰ ਉਹ ਕੁਦਰਤ ਦੀ ਇੱਜ਼ਤ ਹੋ ਰਹੀ ਹੈ ਸਾਰੀ, ਉਹ ਵੀ ਪ੍ਰਮਾਤਮਾ ਦੀ ਇੱਜ਼ਤ ਹੋ ਰਹੀ ਹੈ, ਪ੍ਰਮਾਤਮਾ ਦੀ ਸੇਵਾ ਹੋ ਰਹੀ ਹੈ ਸਾਰੀ। ਉਹ ਅਲੱਗ ਨਹੀਂ ਹੈ ਉੱਤੋਂ, ਉਹਦੇ 'ਚ ਬੈਠਾ ਹੋਇਆ ਹੈ। ਤੇ ਗੁਰੂਆਂ ਨੇ ਇਹ ਸਿਖਾਇਆ ਕਿ ਹੇ ਮੇਰੇ ਗੁਰਸਿੱਖੋ, ਹੇ ਮੇਰੇ ਪਿਆਰਿਓ, ਜੇ ਪਰਮਾਤਮਾ ਨਾਲ ਜੁੜਨਾ ਹੈ ਤੁਸੀਂ, ਜੇ ਉਹਦੇ ਨਾਲ ਪਿਆਰ ਕਰਨਾ ਹੈ, ਤੇ ਪਹਿਲੇ ਉਹਦੀ ਕੁਦਰਤ ਨਾਲ ਪਿਆਰ ਕਰ ਤੂੰ, ਉਹਦੀ ਕੁਦਰਤ ਦੀ ਸੇਵਾ ਕਰ, ਫੁੱਲਾਂ ਨਾਲ ਪਿਆਰ ਕਰ, ਫੁੱਲਾਂ ਦੀ ਸੇਵਾ ਕਰ, এনवायरमेंटल ਹੋ ਤੂੰ, ਦੇਖ ਤੇਰੇ ਗੰਦ ਨਾ ਫੈਲਾ ਤੂੰ ਹਰ ਪਾਸੇ। ਕੋਈ ਭੁੱਖਾ ਹੈ ਖਾਣ ਦਾ, ਚਾਹੇ ਕਿਸੇ ਵੀ ਧਰਮ ਦਾ ਹੋਵੇ, ਤੂੰ ਉਹਦੀ ਭੁੱਖ ਨੂੰ ਦੂਰ ਕਰ। I'm going to stop sharing here for a second though। ਇੱਕ ਚੀਜ਼ ਮੈਂ ਹੋਰ ਕਹਿ ਦਿਆਂ ਕਿ ਨਿਰਗੁਣ ਰੂਪ ਵਿੱਚ ਤੇ ਸਰਗੁਣ ਰੂਪ ਵਿੱਚ ਦਾ ਜਿਹੜੀ ਦਵਾਈ ਜਿਹੜੀ ਦਿੱਤੀ ਉਹਨਾਂ ਨੇ, ਸਰਗੁਣ ਰੂਪ ਦੀ ਜਿਹੜੀ ਮੈਡੀਸਿਨ ਹੈ ਉਹ ਸੇਵਾ ਹੈ। ਜੇ ਤੂੰ ਕਰੇਗਾ ਸੇਵਾ ਤੇ ਸਰਗੁਣ ਰੂਪ ਪਰਮਾਤਮਾ ਦੇ ਨੇੜੇ ਆ ਜਾਏਗਾ, ਬਹੁਤ ਬਹੁਤ ਨੇੜੇ ਆ ਜਾਏਗਾ। ਜਿਤਨਾ ਨੇੜੇ ਆਏਗਾ ਉਤਨਾ ਤੇਰਾ ਕੰਮ ਆਸਾਨ ਹੋਏਗਾ ਤੇ, ਕਿਉਂ? ਬਿਕੋਜ਼ ਤੂੰ ਸਰਗੁਣ ਰੂਪ ਪਰਮਾਤਮਾ ਨੂੰ, ਮੁਸਲਮਾਨ ਨੂੰ ਵੀ ਉਹੀ ਜਿਹੀ ਲੰਗਰ ਛਕਾਏਗਾ ਜੋ ਜੂਸ਼ ਬੰਦੇ ਨੂੰ ਛਕਾਏਗਾ, ਜੋ ਕਿਸੇ ਅਫਰੀਕਨ ਅਮਰੀਕਨ ਨੂੰ ਸਿਖਾਏਗਾ ਜਾਂ ਕਿਸੇ ਗੋਰੇ ਨੂੰ ਕਰਾਏਗਾ। ਤੂੰ ਵਿਤਕਰਾ ਨਹੀਂ ਕਰੇਗਾ ਵਿਚਕਾਰ, ਹੈ ਜੀ। ਜਿਹੜਾ ਪਰਮਾਤਮਾ, ਜਿਹੜੇ ਹੈ ਕੁਦਰਤ ਦਾ ਹਿੱਸਾ, ਤੂੰ ਉਹਨੂੰ ਇੱਕ ਮੰਨ ਕੇ ਦੇਖੇਗਾ, ਉਸ ਕੁਦਰਤ ਇੱਕ ਵਿੱਚੋਂ ਇੱਕ ਨੂੰ ਦੇਖਣ ਦੀ ਕੋਸ਼ਿਸ਼ ਕਰੇਗਾ। ਜੇ ਕਰੇਗਾ ਬਹੁਤ ਜ਼ਿਆਦਾ ਤੇ ਸਰਗੁਣ ਰੂਪ ਪਰਮਾਤਮਾ ਦੇ ਨੇੜੇ ਆ ਜਾਏਗਾ। ਨੇੜੇ ਆਏਗਾ, ਤੇਰੇ 'ਚ ਗੁਣ ਪੈਦਾ ਹੋਣਗੇ, ਨਿਮਰਤਾ ਵਾਲੇ ਗੁਣ ਪੈਦਾ ਹੋਣਗੇ, ਇੱਕਦਸੀ ਵਾਲੇ ਗੁਣ ਪੈਦਾ ਹੋਣਗੇ, ਤੇ ਤੇਰੇ ਵਿੱਚ ਉਹ ਦੈਵਿਕ ਗੁਣਾਂ ਨਾਲ ਤੂੰ ਪ੍ਰਮਾਤਮਾ ਦੇ ਨੇੜੇ ਆਣਾ ਸ਼ੁਰੂ ਹੋ ਜਾਏਗਾ। ਇਹ ਗੁਰਮਤ ਦੀ ਇੰਟਰੀਵ ਫਿਲਾਸਫੀ ਰਹੀ ਹੈ ਅੰਦਰੋਂ। ਬਾਣੀ ਚੀਖ ਚੀਖ ਕੇ ਬਾਣੀ ਕਹਿੰਦੀ ਹੈ, ਇੱਕ ਜਗ੍ਹਾ ਨਹੀਂ, ਹਜ਼ਾਰਾਂ ਪ੍ਰਮਾਣ ਹੈ ਇਸ ਗੱਲ ਦੇ ਬਾਣੀ ਵਿੱਚ, ਬਹੁਤ ਜਗ੍ਹਾ, ਕਿ ਸੇਵਕ ਬਣਨਾ ਬਹੁਤ ਇੰਪੋਰਟੈਂਟ ਹੈ। ਸੇਵਕ ਬਹੁਤ ਵੱਡੀ ਉਪਾਧੀ ਦਾ ਮਾਲਕ ਹੈ ਸੇਵਕ। ਤੇ ਯਾਦ ਰੱਖਣਾ, ਸੇਵਾ ਜਾਂ ਸੇਵਕ, ਸੇਵਾ ਨਾਉਨ ਹੈ, ਸੇਵਕ ਕਰਨ ਵਾਲਾ ਜਿਹੜਾ ਹੈ, ਉਹਦੀ ਬਹੁਤ ਵੱਡੀ ਇੱਕ ਸਟੇਜ ਦਿੱਤੀ ਹੈ ਗੁਰਬਾਣੀ ਵਿੱਚ ਉਹਨੂੰ। ਤੇ ਇਹ ਇੱਕ ਐਸਪੈਕਟ ਹੈ ਸਰਗੁਣ ਦਾ। ਤੇ ਨਿਰਗੁਣ ਵਾਲਾ ਐਸਪੈਕਟ ਉਹ ਹੈ, ਨਿਰਗੁਣ ਜਿਹੜਾ, ਸਰਗੁਣ ਆਊਟਵਰਡ ਹੈ, ਰਿਮੈਂਬਰ, ਇਹ ਆਊਟਵਰਡ ਹੈ, ਸੇਵਾ, ਨਿਰਗੁਣ ਇਨਵਰਡ ਹੈ। ਇਹ ਸਾਰੀ ਇਨਵਰਡ ਜਰਨੀ ਹੈ, ਇਹ ਆਊਟਵਰਡ ਨਹੀਂ ਹੈ। ਤੇ ਇਨਵਰਡ ਜਰਨੀ ਵਿੱਚ ਅੰਦਰ ਝਾਕਣਾ ਪੈਂਦਾ। ਜੇ ਅੰਦਰ ਝਾਕੇਗਾ ਤਾਂ ਜੇ ਤੇਰੇ ਕੋਲ ਗੁਣ ਆਣਗੇ, ਸੇਵਾ ਵਾਲੇ ਗੁਣ ਇਕੱਠੇ ਹੋਣਗੇ, ਨਿਮਰਤਾ ਵਾਲਾ ਗੁਣ ਆਏਗਾ, ਸੇਵਾ ਵਾਲਾ, ਦੂਸਰਿਆਂ ਦੀ ਤੂੰ ਕੇਅਰ ਕਰੇਗਾ,
ਤੇਰੇ ਅੰਦਰ ਉਹ ਦੈਵਿਕ ਗੁਣ ਪੈਦਾ ਹੋਣਗੇ। ਉਸ ਦੈਵਿਕ ਗੁਣਾਂ ਦੀ ਹੈਲਪ ਨਾਲ ਤੂੰ ਆਪਣੇ ਅੰਦਰ ਦੇਖਣਾ, ਝਾਤੀ ਮਾਰਨਾ ਸ਼ੁਰੂ ਕਰ ਦੇਗਾ। ਤੇ ਇਨਵਰਡ ਜਿਹੜੇ ਹਨ, ਉਹ ਇਨਵਰਡ ਜਿਹੜਾ ਰਸਤਾ ਜਿਹੜਾ ਹੈ ਉਹ ਸਿਮਰਨ ਦਾ ਹੈ। ਇਹ ਇਨਵਰਡ ਵਾਲੀ ਦਵਾਈ ਹੈ। ਦੋਨੋਂ ਦਵਾਈਆਂ ਇੰਪੋਰਟੈਂਟ ਹਨ। ਪਹਿਲੀ ਦਵਾਈ ਜਿਹੜੀ ਹੈ ਉਹ ਕ੍ਰਿਟੀਕਲ ਹੈ ਬਹੁਤ। ਇਨਵਰਡ ਜਾਣਾ ਬਹੁਤ ਮੁਸ਼ਕਿਲ ਹੈ ਜੇ ਆਊਟਵਰਡ ਪਿਆਰ ਨਹੀਂ ਕੀਤਾ ਉਹਦੀ ਕੁਦਰਤ ਨਾਲ। ਉਹ ਤੇ ਇਹ ਆਸਾਨ ਹੈ ਸਰਗੁਣ ਵਾਲਾ ਕੰਮ ਕਰਨਾ, ਨਿਰਗੁਣ ਵਾਲਾ ਔਖਾ ਹੈ, ਕਿਉਂਕਿ ਨਿਰਗੁਣ ਦੇਖਿਆ ਨਹੀਂ ਨਾ ਕਦੀ। ਉਸ ਚੀਜ਼ ਨਾਲ ਪਿਆਰ ਪਵੇ ਜਿਹੜੀ ਅੰਦਰ ਬੈਠੀ ਹੋਈ ਜੋਤ ਨੂੰ ਜਗਾਣਾ, ਉਹ ਇਹ ਸਰਗੁਣ ਵਾਲਾ ਫਾਰਮ ਹੈਲਪ ਕਰਦਾ ਹੈ ਨਿਰਗੁਣ ਵਾਲੇ ਫਾਰਮ ਨੂੰ। ਤੇ ਸਿਮਰਨ ਦੇ ਵਿੱਚ ਫਿਰ ਮੈਂ ਲਾਸਟ ਵੀਕ ਪੂਰਾ ਦਿੱਤਾ ਸੀ ਸੈਸ਼ਨ ਡਿਵੋਟ ਦੇ ਉੱਤੇ। ਆਸਾ ਦੀ ਵਾਰ ਦੀਆਂ ਉਹਨਾਂ ਪੌੜੀਆਂ ਨੂੰ, ਉਹਨਾਂ ਸ਼ਲੋਕਾਂ ਨੂੰ ਲਿੱਤਾ ਸੀ। ਸੱਚ ਤਾਂ ਪਰ ਜਾਣੀਏ ਜੇ ਹਿਰਦੇ ਸੱਚਾ ਹੋਏ ਤੋਂ ਸ਼ੁਰੂ ਕੀਤਾ ਸੀ ਕੰਮ। ਸੋ ਉਹ ਰਸਤਾ ਜਿਹੜਾ ਸਿਮਰਨ ਵਾਲਾ ਹੈ, ਤੇ ਸਿਮਰਨ ਵਾਲੇ ਰਸਤੇ ਚਲਦਿਆਂ ਪ੍ਰਮਾਤਮਾ ਦੀ ਮੁਲਾਕਾਤ ਹੋ ਜਾਂਦੀ ਹੈ, ਉਹ ਨਾਮ ਨਾਲ ਇੱਕ ਹੋ ਜਾਂਦਾ ਹੈ। ਤੇ ਸਰਗੁਣ ਵਾਲੇ ਜਿਹੜੇ ਫਾਰਮ ਵਿੱਚ ਕੁਦਰਤ ਦੇ ਨੇੜੇ ਆਉਂਦਿਆਂ ਤੇ ਜਿਹੜਾ ਹਾਈਐਸਟ ਫਾਰਮ ਕੁਦਰਤ ਦੇ ਨੇੜੇ ਆਉਣ ਦਾ ਹੈ, ਮੈਂ ਪਹਿਲੀ ਵਾਰੀ ਕਲਾਸ ਬੜੀ ਵਾਰੀ ਦੱਸਿਆ ਹੋਇਆ ਇਸ ਫਾਰਮ ਨੂੰ। ਲੈਟ ਮੀ ਰਾਈਟ ਇਟ ਅਗੇਨ ਨਾਓ। ਮੈਂ ਡਾਰਕਰ ਕਲਰ ਮੈਂ ਯੂਜ਼ ਕਰਾਂਗਾ ਇੱਥੇ। ਉਸ ਨੂੰ ਅਸੀਂ ਵਿਸਮਾਦ ਕਹਿੰਦੇ ਹਾਂ। Recording in progress. I think somebody's microphone is on. If they can, I know some people talk, ਵੈਸੇ ਗੁਰਬਾਣੀ ਦਾ ਨਿਰਾਦਰ ਹੈ ਬਹੁਤ। ਜਦੋਂ ਗੁਰਬਾਣੀ ਦੀ ਗੱਲ ਚੱਲ ਰਹੀ ਹੋਵੇ ਤੇ ਤੁਸੀਂ ਕੁਝ ਹੋਰ ਗੱਲ ਕਰ ਰਹੇ ਹੋ, but I cannot do it. I mean, I'm in my classroom, I never allow that, but I guess when you have your microphone off, then people do whatever they want to do in the background. But ਨਿਰਾਦਰ ਹੈ ਗੁਰਬਾਣੀ ਦਾ, ਵਿਸਮਾਦ ਦੀ ਅਵਸਥਾ ਜਿਹੜੀ ਹੈ ਉਹ ਅਲਟੀਮੇਟ ਸਟੇਜ ਹੈ ਸਰਗੁਣ ਰੂਪ ਵਿੱਚ ਪ੍ਰਮਾਤਮਾ ਦੀ ਪੂਜਾ ਕਰਨ ਦੀ। ਉਸ ਤੋਂ ਉੱਤੇ ਕੋਈ ਸਟੇਜ ਨਹੀਂ ਹੈ। ਆਸਾ ਦੀ ਵਾਰ ਚ ਦੇਖੋਗੇ ਕਿ ਜਿੱਥੇ ਵਿਸਮਾਦ ਦੀ ਗੱਲ ਪਹਿਲੇ ਆ ਕੇ ਫਿਰ ਕੁਦਰਤ ਦੀ ਗੱਲ ਆਈ ਹੈ। ਜੇ ਵਿਸਮਾਦ ਵਿੱਚ ਪਹੁੰਚਣਾ ਹੈ ਤੈਨੂੰ, ਜੇ ਵਿਸਮਾਦ ਵਾਲੀ ਅਵਸਥਾ ਪ੍ਰਾਪਤ ਕਰਨੀ ਹੈ, ਤੇ ਕੁਦਰਤ ਦੇ ਥਰੂ ਜਾਣਾ ਪਏਗਾ, ਕੁਦਰਤ ਵਿੱਚੋਂ ਜਾਣਾ ਪਏਗਾ। ਨੋਟਿਸ ਕਰੋਗੇ ਗੁਰਬਾਣੀ ਦੇ ਗ੍ਰਾਮਰ ਦੇ ਰੂਲ ਦੇ ਹਿਸਾਬ ਦੇ ਨਾਲ ਆਸਾ ਦੀ ਵਾਰ ਦੀ ਕੁਦਰਤ ਦੇ ਤੱਤੇ ਨੂੰ ਸਿਹਾਰੀ ਹੈ। ਹਰ ਜਗ੍ਹਾ ਕੁਦਰਤ ਦੇ ਤੱਤੇ ਨੂੰ ਸਿਹਾਰੀ ਹੈ, ਇੱਕ ਜਗ੍ਹਾ ਨਹੀਂ। ਜਿੱਥੇ ਜਿੱਥੇ ਵਰਡ ਕੁਦਰਤ ਆਇਆ ਹੈ, ਆਸਾ ਦੀ ਵਾਰ ਦੇ ਸ਼ਲੋਕ ਦੀ ਗੱਲ ਕਰਦਾ ਪਿਆ, ਗੁਰਬਾਣੀ 'ਚ ਹਰ ਜਗ੍ਹਾ ਤੱਤੇ ਨੂੰ ਸਿਹਾਰੀ ਨਹੀਂ ਹੈ ਕੁਦਰਤ ਦੇ, ਪਰ ਆਸਾ ਦੀ ਵਾਰ ਦੇ ਉਸ ਸ਼ਲੋਕ ਵਿੱਚ ਕੁਦਰਤ ਦੇ ਤੱਤੇ ਨੂੰ ਹਰ ਜਗ੍ਹਾ ਸਿਹਾਰੀ ਹੈ। ਕੁਦਰਤ ਵਿੱਚ, ਕੁਦਰਤ ਤੋਂ, ਕੁਦਰਤ ਵਿੱਚ ਬੈਠੇ ਹੋਏ ਸਾਰੇ ਵਿਚਾਰ, ਕੁਦਰਤ ਵਿੱਚ ਬੈਠੇ ਹੋਏ ਸਾਰੇ ਆਕਾਰ, ਕੁਦਰਤ ਵਿੱਚ ਵੇਦ ਪੁਰਾਣ ਹੈ, ਕੁਦਰਤ ਵਿੱਚ ਸਭ ਕੁਝ ਹੈ, ਕੁਦਰਤ ਵਿੱਚ ਜੀ ਜਹਾਨ ਹੈ। ਤੇ ਆਪ ਕੁਦਰਤ ਦਾ ਮਾਲਕ ਹੈ। ਤੇ ਆਪ ਜਦੋਂ ਕੁਦਰਤ ਦਾ ਮਾਲਕ ਹੈ, ਜਦੋਂ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਤੇਰੀ ਕੁਦਰਤ ਵਿੱਚ ਹੈ ਸਾਰਾ ਕੁਝ। ਤੇ ਇਹ ਵਿਸਮਾਦ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਤੇ ਵਿਸਮਾਦ ਦੀ ਅਵਸਥਾ ਵਿੱਚ ਇੱਕ ਔ ਦੀ ਸਟੇਜ ਹੈ, ਇੱਕ ਇਹ ਸੇਵਾ ਨਾਲ ਕਿੰਝ ਰਿਲੇਟਡ ਹੈ, ਬਿਕਾਜ਼ ਸੇਵਾ ਕਰਦਿਆਂ ਮਾਨਵਤਾ ਦੀ ਸੇਵਾ ਕਰਦਿਆਂ, ਦੁਨੀਆ ਦੀ ਸੇਵਾ ਕਰਦਿਆਂ ਇਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਇਹ ਗੁਰੂ ਕੇ ਸਿੱਖ ਨੂੰ। ਇਸ ਵਾਸਤੇ ਸੇਵਾ ਦਾ ਬਹੁਤਾ ਜ਼ੋਰ ਦਿੱਤਾ ਗਿਆ ਹੈ ਗੁਰਬਾਣੀ ਵਿੱਚ। ਤੇ ਸਿਮਰਨ ਕਰਦਿਆਂ ਇਹ ਜਿਹੜੀ ਅਖੀਰੀ ਸਿਫਾ ਜਿਹੜੀ ਹੈ ਉਹ ਸ਼ੂਨ ਦੀ ਸਟੇਜ ਹੈ, ਸ਼ੂਨਯ ਦੀ। ਸੰਸਕ੍ਰਿਤ ਦਾ ਵਰਡ ਸ਼ੂਨਯ ਹੈ, ਗੁਰਬਾਣੀ ਵਿੱਚ ਸੁਨ ਆਇਆ ਹੈ ਵਰਡ ਬੜੀ ਵਾਰੀ। ਤੋ ਇੱਥੇ ਫॉर ਐਗਜ਼ਾਮਪਲ 21st ਅਸ਼ਟਪਦੀ ਵਿੱਚ ਕਿਉਂਕਿ ਨਿਰਗੁਣ ਰੂਪ ਪਰਮਾਤਮਾ ਦੇ ਉੱਤੇ ਡਿਸਕਸ਼ਨ ਆਈ ਹੈ, ਤੇ ਉੱਥੇ ਵਰਡ ਸੁਨ ਆਇਆ ਹੈ, ਸੁਨ ਸਮਾਧੀ, ਸੁਨ ਸਮਾਧ ਵਰਡ ਆਇਆ ਹੈ। ਸ਼ੂਨਯ ਵਰਗੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ ਨਿਰਗੁਣ ਰੂਪ ਵਿੱਚ। ਤੇ ਸ਼ੂਨਯ ਦੀ ਡੈਫੀਨੇਸ਼ਨ ਅਗਰ ਕਿਸੇ ਨੇ ਬਹੁਤ ਡੈਪਥ ਵਿੱਚ ਸਮਝਣੀ ਹੋਵੇ, ਬਹੁਤ ਜ਼ਿਆਦਾ ਕਿਸੇ ਨੂੰ ਅਗਰ ਸਮਝਣੀ ਹੋਵੇ, ਤੇ ਬੜੀ ਜਗ੍ਹਾ ਗੁਰਬਾਣੀ ਵਿੱਚ ਸ਼ੂਨਯ ਦੀ ਡੈਫੀਨੇਸ਼ਨ ਜਿਹੜੀ ਹੈ, ਸੁਨ ਦੀ ਡੈਫੀਨੇਸ਼ਨ ਜਿਹੜੀ ਹੈ ਬੜੀ ਵਾਰੀ ਆਈ ਹੈ। ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਵਿੱਚ ਰਾਮਕਲੀ ਰਾਗ ਵਿੱਚ ਆਈ ਹੈ, ਮਾਰੂ ਦੇ ਸੋਲਿਆਂ ਵਿੱਚ ਆਈ ਹੈ। ਤੇ ਕਿਸੇ ਨੇ ਜ਼ਿਆਦਾ ਡਿਟੇਲ ਪੜ੍ਹਨੀ ਹੋਵੇ ਤੇ ਮੈਨੂੰ ਦੱਸ ਦੇਣਾ, ਮੈਂ I can point you in the right direction। though ਕੰਪਲੈਕਸ ਹੈ ਡਿਸਕਸ਼ਨ ਸ਼ੂਨਯ ਦੀ। ਨਿਰਗੁਣ ਦੀ ਡਿਸਕਸ਼ਨ ਹਮੇਸ਼ਾ ਸਰਗੁਣ ਨਾਲੋਂ ਕੰਪਲੈਕਸ ਰਹੀ ਹੈ, ਕਿਉਂਕਿ ਐਬਸਟਰੈਕਟ ਹੋਣ ਦੇ ਨਾਲ ਆਮ ਬੰਦਾ ਰਿਲੇਟ ਕਰਨ ਚ ਮੁਸ਼ਕਿਲ ਹੁੰਦੀ ਹੈ ਉਸਨੂੰ। I'm going to stop here for a second ਜੀ।
मैं सिर्फ सेवा ਦੇ ਉੱਤੇ ਹੁਣ ਤੱਕ ਜਿਹੜਾ ਵੇ ਥਿਓਲੋਜੀਕਲ ਬੇਸ ਬਿਲਡ ਅਪ ਕਰਨ ਦੀ ਕੋਸ਼ਿਸ਼ ਕਰਦਾ ਪਿਆ ਸੇਵਾ ਦਾ ਹਾਂਜੀ ਹਾਲੇ ਸੇਵਾ ਦੇ ਉੱਤੇ ਗੱਲ ਆਈ ਨਹੀਂ ਆ ਪਰ ਜਿਹੜਾ ਥਿਓਲੋਜੀਕਲ ਜਿਹੜਾ ਬੇਸ ਹੈ ਗੁਰਬਾਣੀ ਦਾ ਸੇਵਾ ਦੇ ਉੱਤੇ ਉਸ ਗੱਲ ਤੇ ਮੈਂ ਨਿਰੂਪਣ ਆਈ ਵਾਂਟ ਟੂ ਮੇਕ ਸ਼ੋਰ ਕਿ ਉਹ ਕਲੈਰਿਟੀ ਹੋ ਜਾਏ ਉਸ ਗੱਲ ਦੀ ਆਈ ਐਮ ਗੋਇੰ ਟੂ ਸਟਾਪ ਹੇਅਰ ਫॉर ਅ ਸੈਕੰਡ ਐਂਡ ਸੀ ਇਫ anybody has a question or not and I want to erase my this thing though and start all over again hanji Virji, these are not actually mutually exclusive. In other words, you cannot get sargun without having nirgun. In other words, naam na hoye te seva ho sakdi hai. ਨਹੀਂ ਪਿਆਰ ਤੇ ਚਾਹੀਦਾ ਸੇਵਾ ਵਿੱਚ ਜ਼ਰੂਰ ਨਾਮ ਤੇ ਪਿਆਰ ਹੈ ਲੇਕਿਨ ਬਹੁਤ ਲੋਕਾਂ ਨੂੰ ਜਿਨ੍ਹਾਂ ਨੇ ਕਦੀ ਪ੍ਰਮਾਤਮਾ ਤਰਫ ਧਿਆਨ ਦਿੱਤਾ ਨਹੀਂ ਹੈ ਜਿਹੜੇ ਸਪਿਰਿਚੁਅਲ ਨਹੀਂ ਹਨ ਜਿਹੜੇ ਮੇਰੀ ਕਲਾਸ 'ਚ ਕੋਈ ਆਉਂਦਾ ਤੇ ਮੈਨੂੰ ਪੁੱਛਦਾ ਹੁੰਦਾ ਕਿ ਮੈਂ ਕੀ ਕਦਮ ਲਵਾਂ ਪਹਿਲਾ ਕਦਮ ਕਿਹੜਾ ਲਵਾਂ ਤੇ ਮੇਰੇ ਸੁਜੈਸ਼ਨ ਸਾਰੀਆਂ ਆਥਰ ਦੀ ਸੁਜੈਸ਼ਨ ਇਹੀ ਹੁੰਦੀ ਕਿ ਪਹਿਲੇ ਸੇਵਾ ਜੋੜ ਦੋ ਯੂ نو ਭਾਈ ਨੰਦ ਲਾਲ ਜਦੋਂ ਪਹਿਲੀ ਵਾਰੀ ਅਨੰਦਪੁਰ ਸਾਹਿਬ ਆਏ ਜਦੋਂ ਅਰਦਾਸ ਕੀਤੀ ਦਸਮ ਪਾਤਸ਼ਾਹ ਅੱਗੇ ਕਹਿਣ ਲੱਗੇ ਮੇਰਾ ਮਨ ਨੂੰ ਜੋੜੋ ਤੁਸੀਂ ਜੋੜਨ ਵਾਲੇ ਹੋ ਸਿੱਖੀ ਦਾ ਦਾਨ ਮੈਨੂੰ ਬਖਸ਼ੋ ਮੈਨੂੰ ਪ੍ਰਮਾਤਮਾ ਨਾਲ ਜੋੜੋ ਮੈਨੂੰ ਪ੍ਰਮਾਤਮਾ ਨਾਲ ਮਿਲਣ ਦੀ ਤੇ ਉੱਥੇ ਹੁਕਮ ਹੋਇਆ ਸੀ ਕਿ ਠੀਕ ਹੈ ਨੰਦ ਲਾਲ ਜੀ ਤੁਸੀਂ ਅੱਜ ਤੋਂ ਫਿਰ ਝੂਠੇ ਭਾਂਡਿਆਂ ਦੀ ਸੇਵਾ ਸ਼ੁਰੂ ਕਰ ਦਿਓ ਅੱਜ ਤੋਂ ਹਾਂਜੀ ਸੋ ਇਹ ਨਹੀਂ ਹੈ ਕਿ ਮਿਊਚੁਅਲੀ ਐਕਸਕਲੂਸਿਵ ਨਹੀਂ ਹੈ ਆਈ ਐਗਰੀ ਵਿਦ ਯੂ ਵੀ ਜੀ ਦੋਨੋਂ ਇਕੱਠੇ ਚੱਲ ਸਕਦੇ ਨੇ ਪਰ ਜਦੋਂ ਸ਼ੁਰੂਆਤ ਕਰਨੀ ਹੈ ਨਾ ਬੰਦੇ ਨੇ ਜਦੋਂ ਪਹਿਲਾ ਕਦਮ ਪੁੱਟਣਾ ਹੈ ਜਦੋਂ ਕਿਸੇ ਨੇ ਤੁਸੀਂ ਕਦੀ ਉਹ ਵਾਲਾ ਐਕਸਪੀਰੀਅੰਸ ਨਹੀਂ ਕੀਤਾ ਨਿਰਗੁਣ ਵਾਲੇ ਫਾਰਮ ਦੀ ਉੱਤੇ ਬੜਾ ਮੁਸ਼ਕਿਲ ਹੈ ਉਸ ਚੀਜ਼ ਨੂੰ ਐਕਸਪੀਰੀਅੰਸ ਕਰਨਾ ਬਿਕਾਜ਼ ਸਾਰੇ ਐਕਸਪੀਰੀਅੰਸ ਕਰ ਨਹੀਂ ਸਕਦੇ ਸੇਵਾ ਦੇ ਥਰੂ ਐਕਸਪੀਰੀਅੰਸ ਕਰਨ ਵਿੱਚ ਆਸਾਨੀ ਹੋ ਜਾਂਦੀ ਹੈ ਉਸ ਬੰਦੇ ਨੂੰ ਕਿਉਂਕਿ ਉਹ ਦੈਵਿਕ ਗੁਣ ਇਕੱਠੇ ਹੋ ਜਾਂਦੇ ਨੇ ਉਹਦੇ ਵਿੱਚ ਦੇਖੋ ਸੇਵਾ ਉਹੀ ਬੰਦਾ ਕਰ ਸਕਦਾ ਹੈ ਵੀਰ ਜੀ ਜਿਹੜਾ ਇੱਕ ਤੇ ਸੰਤੋਖੀ ਹੋਵੇ ਪਹਿਲੇ ਹਾਂਜੀ ਸੰਤੋਖ ਨਾ ਹੋਏ ਤੇ ਸੇਵਾ ਨਹੀਂ ਹੋ ਸਕਦੀ ਹੁਣ ਕੋਈ ਬੰਦਾ ਕਵੇ ਯਾਰ ਮੈਂ ਸੰਡੇ ਕਿਉਂ ਇੰਨਾ ਟਾਈਮ ਬਿਤਾਵਾਂ ਗੁਰਦੁਆਰੇ ਜਾਵਾਂ ਜਾਂ ਜਿੱਥੇ ਮਰਜ਼ੀ ਹਸਪੀਟਲ ਜਾਏ ਜਿਹੜਾ ਆਈ ਡੋਨਟ ਕੇਅਰ ਵੇਅਰ ਹੀ ਗੋਜ਼ ਉਹਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈ ਕਰ ਹੋ ਹੀ ਸਕਦਾ ਜਿਹੜਾ ਇਹ ਕਿ ਪਹਿਲੇ ਕਵੇ ਕਿ ਯਾਰ ਦਿੱਤਾ ਹੈ ਪ੍ਰਮਾਤਮਾ ਦਾ ਮੇਰੇ ਕੋਲ ਬਹੁਤ ਕੁਝ ਹੈ ਕੋਈ ਗੱਲ ਨਹੀਂ ਮੈਂ ਆਪਣਾ ਟਾਈਮ ਕੱਢਾਂਗਾ ਕਿਸੇ ਵਿੱਚ ਵੀ ਮੈਂ ਟਾਈਮ ਕੱਢਾਂਗਾ ਇਹਦੇ ਚ ਆਸਾ ਦੀ ਵਾਰ ਚ ਇਸ ਬਾਰੇ ਆਇਆ ਪੌੜੀ ਸੇਵ ਕੀਤੀ ਸੰਤੋਖੀ जिन सच्चो सच ते आया उन्हें मंदे पैर न रखे उन कर सुकृत धर्म कमाया उन्हें दुनिया तोड़े बंधना अन पानी थोड़ा खाया लालची नहीं होंदा सेवा करने वाले जनरली लालची नहीं होंदे ज्यादा एज अ जनरल रूल वो देण दी प्रवृत्ति च होंदे होंदा की ओहदे नाल वीर जी जदों वो सेवा उस परस्पेक्टिव नाल कीती जाए ना कि मैं जिहदी सेवा कर रहा वो परमात्म रूप है वो परमात्मा दा रूप जान के मैं ओहदी सेवा करदा पिया वो चाहे किसी धर्म दा भी होवे मैनूं कोई परवाह नहीं ओहदे नाल वो इंसान है या जानवर है उसी भी मन कोई परवाह नहीं है जी आई कुड केयर लेस केड़े रूप है वो फुल है पत्थर हैं पहाड़ हैं या वो वीड्स कट रहा है या कोई पेड़ लगा रहा है वो दैट डजंट बिकॉज़ उदे विच क्योंकि कुदरत वाला श्लोक उदे सामने होवे ओ वाला कुदरत की है वो बैठा होया उदे विच सो वो जो करदा है ना वीर जी बहुत ज्यादा मैं देखे हुए ना अपने इंसान मैं अपने मेरे निजी मेरा एक्सपीरियंस भी है तो दूसरा नु देखा होया है ਬਹੁਤੀ ਸੇਵਾ ਕਰਨ ਵਾਲੇ ਲੋਕ ਬਹੁਤਾ ਦੂਸਰਿਆਂ ਦੀ ਫਿਕਰ ਕਰਨ ਵਾਲੇ ਲੋਕ ਉਹਨਾਂ ਵਿੱਚ ਦੈਵਿਕ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਵੀਰ ਜੀ ਰੋਕ ਨਹੀਂ ਸਕਦੇ ਉਹਨਾਂ ਗੁਣਾਂ ਨੂੰ ਤੁਸੀਂ ਉਹ ਦੈਵਿਕ ਗੁਣ ਆਣੇ ਹੀ ਆਣੇ ਹਨ ਉਹਨਾਂ ਵਿੱਚ ਉਹ ਨਿਮਰਤਾ ਆਣੀ ਹੈ ਉਹਨਾਂ ਵਿੱਚ ਦੂਸਰਿਆਂ ਤਰਫ ਪਿਆਰ ਆਣਾ ਹੀ ਆਣਾ ਹੈ ਦੂਸਰਿਆਂ ਦੀ ਫਿਕਰ ਕਰਨੀ ਸ਼ੁਰੂ ਕਰਨੀ ਹੈ ਉਹਨਾਂ ਨੇ ਵਿਤਕਰਾ ਕਰਨਾ ਛੋੜ ਦੇਣਾ ਹੈ ਇਹ ਸੇਵਾ ਕਰਨ ਵਾਲੇ ਵਿੱਚ ਇਹ ਗੁਣ ਖੁਦ ਬਖੁਦ ਨੈਚੁਰਲ ਤਰੀਕੇ ਨਾਲ ਪੈਦਾ ਹੋ ਜਾਂਦੇ ਨੇ ਸੋ ਸ਼ੁਰੂਆਤ ਅਗਰ ਉੱਥੋਂ ਕੀਤੀ ਜਾਵੇ ਧਨ ਹਨ ਜਿਹੜੇ ਸਿੱਧਾ ਨਿਰਗੁਣ ਰੂਪ ਤੋਂ ਕਰ ਸਕਦੇ ਹਨ ਉਹ ਮੁਸ਼ਕਿਲ ਹੈ ਪਰ ਕਈ ਕਰ ਸਕਦੇ ਆ ਜੀ ਸਦਕੇ ਕਰਨ ਯੂ نو ਕੋਈ ਉਹਦੇ ਚ ਖਰਾਬੀ ਨਹੀਂ ਹੈ ਪਰ ਇਹ ਗੱਲ ਮੇਰੀ ਚਿੱਤੇ ਰੱਖ ਲਿਓ ਨਿਰਗੁਣ ਰੂਪ ਨਾਲ ਕਦੀ ਪਿਆਰ ਨਹੀਂ ਪੈ ਸਕਦਾ ਜੇ ਸਰਗੁਣ ਰੂਪ ਨਾਲ ਪਿਆਰ ਨਹੀਂ ਪਿਆ ਜੇ ਹਾਲੇ ਵੀ ਬੰਦਾ ਮੁਸਲਮਾਨ ਦੇਖ ਕੇ ਉਹਨੂੰ ਹੇਟ ਕਰੇ ਜਾਂ ਕਿਸੇ ਦਾ ਰੰਗ ਦੇਖ ਕੇ ਉਹਦੇ ਮਨ 'ਚ ਕੋਈ ਡਿਫਰੈਂਟ ਫੀਲਿੰਗ ਆਏ ਜਾਂ ਕੋਈ ਜਾਨਵਰਾਂ ਨੂੰ ਦੇਖ ਕੇ ਉਹਦੇ ਮਨ 'ਚ ਫੀਲਿੰਗ ਅਲੱਗ ਆਏ ਜਾਂ ਉਹ ਕੁਦਰਤ ਦੀ ਸੰਭਾਲ ਨਾ ਕਰੇ ਤੇ ਇਹ ਸਮਝ ਲੈ ਕਿ ਪ੍ਰਮਾਤਮਾ ਨਾਲ ਮੇਰਾ ਪਿਆਰ ਵੱਧ ਜਾਏਗਾ ਇਫ ਆਈ ਹੇਟ ਸਰਟਨ ਸੈਕਟ ਆਫ ਸੋਸਾਇਟੀ ਤੇ ਮੈਂ ਉਹ ਨਾਲ ਹੇਟ ਕਰ ਲਾਂਗਾ ਤੇ ਉਹ ਗੱਲ ਉਸਨੂੰ ਚੰਗੀ ਨਹੀਂ ਲੱਗੇ ਕਿਉਂਕਿ ਉਹਦੇ ਸਾਰੇ ਬੱਚੇ ਆ ਨਾ ਅਸੀਂ ਸਭ ਤੇਰੀ ਕੁਦਰਤ ਹੈ ਨਾ ਉਹਦੇ ਇੱਕ ਪਿਤਾ ਇੱਕਸ ਕੇ ਹਮ ਬਾਰਕ ਹੈ ਨਾ ਉਹਨਾਂ ਨੇ ਤੇ ਉੱਤੇ ਜਾ ਕੇ ਤੇ ਵਿਤਕਰਾ ਨਹੀਂ ਹੋਣਾ ਨਾ ਕੋਈ ਜੂਇਸ਼ ਬੰਦੇ ਨਾਲ ਜਾਂ ਕਿਸੇ ਮੁਸਲਮਾਨ ਨਾਲ ਜਾਂ ਕਿਸੇ ਕ੍ਰਿਸਚੀਅਨ ਨਾਲ ਹਾਂਜੀ
ਤਾਂ ਹੀ ਸੇਵਾ ਕਰਨ ਵਾਲਾ ਭਾਈ ਕਨ੍ਹਈਆ ਕੋਲ ਪੁੱਛੋ ਤੇ ਉਹ ਕਹਿ ਦੇਣਗੇ ਤੁਹਾਨੂੰ ਇਸ ਗੱਲ ਦਾ। ਤੁਸੀਂ ਕਿਉਂ ਛਕਾਇਆ ਜੀ ਉਹਨਾਂ ਨੂੰ ਜਲ? ਦੱਸੋ ਮੈਨੂੰ। ਹੈ ਤੇ ਲੜ ਰਹੇ ਸਨ ਸਾਡੇ ਨਾਲ, ਜ਼ਾਲਮ ਸਨ ਬੜੇ, ਫਿਰ ਵੀ ਤੁਸੀਂ ਕਿਉਂ ਕੀਤਾ ਕੰਮ? ਕੰਪਲੇਨ ਵੀ ਗਈ ਨਾ ਉਹਨਾਂ ਦੀ। ਤਾਂ ਉਹਨਾਂ ਨੇ ਤੇ ਜਵਾਬ ਇੱਕ ਜਰਾ ਮਹਾਰਾਜ ਮੈਂ ਜਿੱਥੇ ਦੇਖਦਾ ਤੇਰਾ ਮੂੰਹ ਦੇਖਦਾ, ਨਹੀਂ ਨਜ਼ਰ ਆਉਂਦਾ ਮੈਨੂੰ, ਕੋਈ ਦੱਸ ਕੀ ਕਰਾਂ ਮੈਂ। ਤੇ ਗੁਰੂ ਅਮਰਦਾਸ ਪਾਤਸ਼ਾਹ ਦੀ ਜੀਵਨੀ ਨੂੰ ਲਵੋ, 71 ਸਾਲ ਦੀ ਉਮਰ ਹੈ, 71। ਬੜੀ ਜਗ੍ਹਾ ਫਿਰੇ, ਬੜੇ ਮੰਦਰਾਂ ਤੇ ਗਏ। ਸੂਰਜ ਪ੍ਰਕਾਸ਼ ਪੜ੍ਹ ਕੇ ਦੇਖੋ ਤੁਸੀਂ, ਕਿੱਥੇ ਕਿੱਥੇ ਗਏ, ਜਵਾਲਾਮੁਖੀ ਕਿਹੜੇ, ਕੋਈ ਦੇਵੀ ਦੇਵਤਿਆਂ ਦਾ ਮੰਦਿਰ ਨਹੀਂ ਛੋੜਿਆ ਉਹਨਾਂ ਨੇ, ਸ਼ਾਂਤੀ ਨਹੀਂ ਮਿਲੀ। ਤੇ ਉਹਨਾਂ ਦੇ ਐਲਡਰ ਕਜ਼ਨ ਬ੍ਰਦਰ ਦੀ ਨੂੰਹ ਬਣ ਕੇ ਆਈ ਗੁਰੂ ਅੰਗਦ ਦੇਵ ਮਹਾਰਾਜ ਦੀ ਬੇਟੀ ਬੀਬੀ ਅਮਰੋ। ਅਮਰੋ ਘਰ ਆਂਦੀ ਹੈ ਤੇ ਇੱਕ ਨਾਮ ਜਪਣ ਵਾਲਾ ਕਿਧਰੇ ਘਰ ਆ ਜਾਏ ਨਾ, ਕਿਧਰੇ ਇੱਕ ਗੁਰੂ ਕਾ ਪਿਆਰਾ ਜਿਹੜਾ ਪ੍ਰਮਾਤਮਾ ਦਾ ਜਿਹੜੇ ਨੇੜੇ ਹੋਵੇ, ਜਿਹੜਾ ਉਹਦਾ ਅਸਰ ਬਹੁਤ ਜ਼ਬਰਦਸਤ ਪੈਂਦਾ ਦੂਸਰਿਆਂ ਦੇ ਉੱਤੇ। ਇਸ ਗੱਲ ਨੂੰ ਕਦੀ ਡਿਸਕਾਊਂਟ ਨਾ ਕਰਨਾ। ਕਦੀ ਇੱਕ ਬੰਦਾ ਇਹੋ ਜਿਹਾ ਹੋਵੇ ਤੁਹਾਡੇ ਨਾਲ ਮੁਲਾਕਾਤ ਹੈ, ਅੱਧੇ ਘੰਟੇ ਵਾਸਤੇ ਤੁਹਾਡੇ ਘਰ ਆ ਜਾਏ ਜਾਂ ਮੁਲਾਕਾਤ ਹੋ ਜਾਏ, ਉਹਦਾ ਅਸਰ ਬਹੁਤ ਦੇਰ ਤੱਕ ਰਹਿੰਦਾ ਹੈ, ਜਿਹੜੇ ਪਿਆਰ ਕਰਦੇ ਨੇ ਪ੍ਰਮਾਤਮਾ ਨਾਲ, ਕਿਉਂਕਿ ਉਹਨੇ ਤੇ ਇਨਕਰੇਜ ਕਰਨਾ ਇਸ ਪਾਸੇ ਆਉਣ ਵਾਸਤੇ। ਤੇ ਉਹ ਜਦੋਂ ਘਰ ਆਈ ਤੇ ਸਵੇਰੇ ਸਵੇਰੇ ਤੜਕੇ ਉੱਠ ਕੇ ਪਹਿਲੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਤੇ ਆਸਾ ਦੀ ਵਾਰ ਦੀ ਉਹਨਾਂ ਪੌੜੀਆਂ ਦਾ ਜਦੋਂ ਜਾਪ ਕਰੇ ਸਵੇਰੇ, ਜਦੋਂ ਤੇ ਇਹ ਉੱਠਣ ਸਵੇਰੇ ਤੇ ਰੋਜ਼ ਸੁਣਨ, ਤੇ ਇੱਕ ਦਿਨ ਰਿਹਾ ਨਾ ਗਿਆ, ਚਲੇ ਗਏ ਥੱਲੇ। ਬੇਟਾ ਜੀ ਇਹ ਕਿਹਦਾ ਕਲਾਮ ਪੜ੍ਹਦੇ ਪਏ ਹੋ? ਕਹਿਣ ਲੱਗੀ ਇਹ ਮੇਰੇ ਪਿਤਾ ਜੀ ਦੇ ਗੁਰੂ ਆਦਿ ਗੁਰੂ ਨਾਨਕ ਦੇਵ ਜੀ ਦਾ ਕਲਾਮ ਹੈ। ਕੌਣ ਹੈ ਗੁਰੂ ਨਾਨਕ? ਦੱਸਿਆ ਫਿਰ। ਤੇ ਹੁਣ ਕੌਣ ਹੈ? ਕਹਿੰਦੇ ਨੇ ਹੁਣ ਮੇਰੇ ਪਿਤਾ ਬੈਠੇ ਹਨ ਉਸ ਗੁਰੂ ਤੇ, ਮੈਂ ਉਹਨਾਂ ਨੂੰ ਆਪਣੇ ਪਿਤਾ ਰੂਪ ਚ ਨਹੀਂ ਦੇਖਦੀ, ਮੈਂ ਉਹਨਾਂ ਨੂੰ ਆਪਣੇ ਗੁਰੂ ਰੂਪ ਚ ਦੇਖਦੀ ਹਾਂ। ਮੈਂ ਕੌਣ ਹਨ ਜੀ? ਉਹ ਉਹਨਾਂ ਦਾ ਨਾਂ ਗੁਰੂ ਅੰਗਦ ਦੇਵ ਜੀ ਹਨ। ਕਿੱਥੇ ਹਨ ਜੀ? ਖਡੂਰ ਹਨ। ਚਿਰ ਨਹੀਂ ਲਾਇਆ, ਬਾਰ-ਬਾਰ ਯਤਨ ਕਰਦੇ ਹਨ, ਨਹੀਂ ਮੈਨੂੰ ਲੈ ਚੱਲ ਉੱਥੇ ਨਾਲ। ਗਏ ਹਨ 71 ਸਾਲ ਦੀ ਉਮਰ ਵਿੱਚ ਉੱਥੇ ਮੱਥਾ ਟੇਕਿਆ। ਉਹ ਪਤਾ ਕੁੜਮ ਆਏ ਹਨ ਨਾਲ, ਕਹਿੰਦੇ ਕੁੜਮਾਚਾਰੀ ਕਰਕੇ ਨਹੀਂ ਆਏ, ਸੇਵਕ ਬੁਲਾ ਲਓ ਆਪਣਾ, ਸੇਵਕ ਸੇਵਾ ਬਖਸ਼ ਦਿਓ ਮੈਨੂੰ। 71 ਸਾਲ ਦੀ ਉਮਰ ਵਿੱਚ 13 ਸਾਲ ਗਾਗਰ ਦੀ ਸੇਵਾ ਕੀਤੀ ਹੈ ਉਹਨਾਂ ਨੇ, ਕੋਈ ਛੋਟੀ ਮੋਟੀ ਗੱਲ ਨਹੀਂ। ਸੇਵਾ ਦੇ ਥਰੂ ਪ੍ਰਾਪਤ ਕੀਤੇ ਨੇ ਗੁਣ ਸਾਰੇ ਉਹਨਾਂ ਨੇ ਕੋਈ ਵੱਡੇ ਸਿਮਰਨ ਨਹੀਂ ਸ਼ੁਰੂ ਕੀਤੇ, ਉਹਨਾਂ ਨੇ ਕੋਈ ਵੱਡੇ ਉਹਨੇ ਕੋਈ ਇਹ ਜਿਹੀ ਗੱਲ ਨਹੀਂ ਘਰ-ਬਾਰ ਛੋੜ ਕੇ ਕਿਧਰੇ ਹੋਰ ਕੁਝ ਕੀਤਾ ਹੋਵੇ, ਉਹਨਾਂ ਨੇ ਉਹ ਇਹ ਜਿਹੀ ਕੋਈ ਗੱਲ ਨਹੀਂ ਆਈ। ਉਹਨਾਂ ਨੇ ਸਿਰਫ ਸਾਰਾ ਦਾ ਸਾਰਾ ਸੇਵਾ ਦੇ ਥਰੂ ਕੰਮ ਸ਼ੁਰੂ ਕੀਤਾ। 71 ਸਾਲ ਜਦੋਂ ਸੇਵਾ ਦੇ ਮੁੱਕ ਗਏ, ਜਦੋਂ 13 ਸਾਲ ਸੇਵਾ ਕਰਨ ਤੋਂ ਬਾਅਦ, ਤੇ ਇੱਕ ਦਿਨ ਜਦੋਂ ਠੁੱਡਾ ਲੱਗਿਆ, ਜਦੋਂ ਸਾਰਿਆਂ ਨੂੰ ਸਟੋਰੀ ਪਤਾ ਹੈ ਉਹ ਵਾਲੀ, ਤੇ ਉਹ ਕਹਿਣ ਲੱਗਾ ਜੁਲਾ ਵੀ ਕੌਣ ਹੈ? ਕਹਿੰਦੇ ਅਮਰੂ ਨਿਥਾਵਾਂ ਹੀ ਹੋਣਾ। ਕੌਣ? ਜਿਹੜਾ ਘਰ-ਬਾਰ ਛੋੜ ਕੇ ਵੇਲੀਆਂ ਦੀਆਂ ਰੋਟੀਆਂ ਖਾਂਦਾ ਪਿਆ ਉਹੀ ਹੋਣਾ। ਤੇ ਜਦੋਂ ਗੁਰੂ ਬਣਾਇਆ, ਜਦੋਂ ਅਗਲੇ ਦਿਨ ਜਦੋਂ ਗੁਰੂ ਬਣੇ, ਤੇ ਫਿਰ ਜਿਹੜੇ ਵਰ ਆਏ, ਉਹ ਫਿਰ ਵਰ ਲਿਖੇ ਹੋਏ ਨੇ ਸਾਰੇ, ਨਿਥਾਵਿਆਂ ਦੇ ਥਾਮ ਤੁਸੀਂ, ਨੀ ਆਸਰਿਆਂ ਦੇ ਆਸਰੇ ਤੁਸੀਂ, ਨੀ ਓਟਿਆਂ ਦੀ ਓਟ ਤੁਸੀਂ। ਤੇ ਇਹ ਜਿਹੜੇ ਵਰ ਉਸ ਦਿਨ ਦਿੱਤੇ, ਸੇਵਾ ਪ੍ਰਥਾਈ ਵੱਲ ਆਏ ਹਨ ਸਾਰੇ। ਇਹ ਸੇਵਾ ਕਰਕੇ ਮਿਲਿਆ ਹੈ, ਸੇਵਾ ਕਰਕੇ ਖੱਟਿਆ ਉਹਨਾਂ ਨੇ। ਗੁਰੂ ਅੰਗਦ ਦੇਵ ਜੀ ਦੀ ਤੁਸੀਂ ਉਹ ਲਵੋ, ਉਹਨਾਂ ਦੀ ਲਾ ਲਓ ਸਾਖੀ। ਕਿਤਨੀ ਦੇਰ ਸੇਵਾ ਕੀਤੀ ਹੈ ਗੁਰੂ ਨਾਨਕ ਦੇਵ ਜੀ ਦੀ ਉਹਨਾਂ ਨੇ, ਅੱਗੋਂ ਕੁਝ ਬੋਲੇ ਨਹੀਂ। ਜੇ ਕਿਧਰੇ ਦੀਵਾਰ ਬਣਾਈ ਤੇ ਨਹੀਂ ਪਸੰਦ ਆਈ, ਗਿਰਾਂਦੇ ਰਹੇ ਹੋ, ਅਗਲੇ ਨੇ। ਬਾਬਾ ਸ਼੍ਰੀ ਚੰਦ ਨਾਰਾਜ਼ ਹੋ ਗਏ, ਬਾਬਾ ਲక్ష్ਮੀ ਚੰਦ ਨਾਰਾਜ਼ ਹੋ ਗਏ, ਪਰ ਇਹਨਾਂ ਦੇ ਚਿਹਰੇ ਤੇ ਕੋਈ ਗੱਲ ਨਹੀਂ ਆਈ। ਜੋ ਮੇਰਾ ਗੁਰੂ ਕਹੇਗਾ ਉਹੀ ਠੀਕ ਹੈ। ਸੇਵਾ ਬਹੁਤ ਕ੍ਰਿਟੀਕਲ ਹੈ। ਕਿਸੇ ਦੂਸਰੇ ਦੀ ਦੁੱਖ ਦੂਰ ਕਰਨੇ, ਕਿਸੇ ਦੇ, ਚਾਹੇ ਕਿਸੇ ਰੂਪ ਵਿੱਚ ਹੋਵਣ, ਯਾਨੀ ਕਿਸੇ ਧਰਮ ਦਾ ਹੋਵੇ, ਕਿਸੇ ਦੇ ਦੂਸਰੇ ਦੇ ਦੁੱਖ ਦੂਰ ਕਰਨੇ, ਦੂਸਰੇ ਦੀ ਹੈਲਪ ਕਰਨੀ, ਇਹਦੇ ਨਾਲ ਦੇਵਿਕ ਗੁਣ ਪ੍ਰਾਪਤ ਹੁੰਦੇ ਹਨ। ਇਹਦੇ ਨਾਲ ਇਹ ਜਿਹੜੇ ਰਾਮਕਲੀ ਦੀ ਵਾਰ ਵਿੱਚ, ਮੇਰੇ ਸਾਹਮਣੇ ਨਹੀਂ ਹੈ, ਮੇਰੇ ਸੱਚੇ ਬਲਵੰਡ ਵਾਲੀ ਰਾਮਕਲੀ ਦੀ ਵਾਰ, ਉਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਕੌਣ ਰੋਕ ਸਕਦਾ ਸੀ ਲੈਣੇ ਨੂੰ ਅੰਗਦ ਬਣਨ ਵਿੱਚ? ਕੋਈ ਰੋਕ ਸਕਦਾ ਸੀ? ਕਿਉਂ? ਕਿਉਂਕਿ ਪ੍ਰਮਾਤਮਾ ਚਾਹੁੰਦਾ ਹੈ ਸੀ। ਉਹਨਾਂ ਨੇ ਸੇਵਾ ਦੇ ਥਰੂ ਉਹ ਦੈਵਿਕ ਗੁਣ, ਜਿਹੜੇ ਭੈਣ ਭਰਾ ਜਿਹੜੇ ਹਨ, ਉਹਨਾਂ ਨੇ ਉਹ ਸਾਰੇ ਦੈਵਿਕ ਗੁਣ ਇਕੱਠੇ ਕਰ ਲਿੱਤੇ ਉਹਨਾਂ ਨੇ। ਕੌਣ ਰੋਕ ਸਕਦਾ ਸੀ ਉਹਨਾਂ ਨੂੰ? ਕੋਈ ਨਹੀਂ ਰੋਕ ਸਕਦਾ ਮਾਈਕਲ ਲਾਲ। ਉਹਨਾਂ ਨੇ ਲੈਣੇ ਤੋਂ ਅੰਗਦ ਬਣਨਾ ਸੀ, ਸੇਵਾ ਨੇ ਉਹਨਾਂ ਨੂੰ ਬਣਾਇਆ। ਤੇ ਇੱਕ ਗੱਲ ਮੈਂ ਯਾਦ ਰੱਖਿਓ, ਬੜੇ ਘੱਟ
ਗੁਰੂ ਦੀਆਂ ਵਾਈਫਸ ਦੇ ਨਾਂ ਜ਼ਿਕਰ ਆਏ ਹਨ, ਲੇਕਿਨ ਗੁਰਬਾਣੀ ਵਿੱਚ ਮਾਤਾ ਖੀਵਜੀ ਦਾ ਨਾਂ ਗੁਰਬਾਣੀ ਚ ਆਇਆ ਹੈ। ਤੇ ਕਹਿੰਦੇ ਬਲਵੰਡ ਨੇਕ ਖੀਵੀ ਨੇਕ ਜਨ ਆਏ ਹਨ ਵੰਡ, ਨੇਕ ਹਨ ਖੀਵੀ। ਕਿਉਂ? ਕਿਉਂਕਿ ਖੀਰ ਘਿਆਲੀ ਬਣਾਉਂਦੇ ਹਨ ਸੇਵਾ ਵਿੱਚ। ਹੁਣ ਵੀ ਉਹਨਾਂ ਦੀ ਯਾਦ ਵਿੱਚ ਖਡੂਰ ਕਿਧਰੇ ਦਰਸ਼ਨ ਕਰਨ ਜਾਓ ਤੇ ਹੁਣ ਵੀ ਘਿਓ ਵਾਲੀ ਖੀਰ ਉਹਨਾਂ ਦੇ ਯਾਦ ਵਿੱਚ ਬਣਦੀ ਹੈ। ਹੁਣ ਵੀ ਬਣਾਉਂਦੇ ਸਨ ਆਪ ਸੇਵਾ, ਹੱਥੀਂ ਸੇਵਾ ਸੰਗਤਾਂ ਦੀ ਕਰਨੀ। ਕਿਉਂ? ਇਹ ਕਰਨ ਨਾਲ ਦੈਵਿਕ ਗੁਣ ਅੰਦਰੋਂ ਪੈਦਾ ਹੁੰਦੇ ਹਨ, ਜਿਹੜੇ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ ਉਹਨਾਂ ਦੈਵਿਕ ਗੁਣਾਂ ਦਾ। ਉਹ ਦੈਵਿਕ ਗੁਣ ਦੇ ਪੈਦਾ ਹੋਣ ਦੇ ਨਾਲ ਸੇਵਕ ਜਿਹੜਾ ਹੈ ਵੀ ਉਹਦੀ ਅਵਸਥਾ ਬੜੀ ਉੱਚੀ ਚਲੀ ਜਾਂਦੀ ਹੈ, ਉਹਦੀ ਉਹ ਗੁਰੂ ਦਾ ਸੇਵਕ ਬਣ ਜਾਂਦਾ ਹੈ ਉਹ। ਤੇ ਇੱਕ ਗੱਲ ਮੈਂ ਹੋਰ ਕਲੀਅਰ ਕਰ ਦਿਆਂ ਕਿ ਰਾਮਕਲੀ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਸ਼ਬਦ ਆਉਂਦਾ ਹੈ, ਯਾਦ ਨਹੀਂ ਮੈਨੂੰ, ਉਹਦੇ ਵਿੱਚ ਇਹ ਦੱਸਿਆ ਨੇ ਕਿ ਸਿੱਖ ਜਿਹੜਾ ਵੈ ਪੂਰੇ ਸੰਸਾਰ ਦਾ ਸੇਵਕ ਹੈ। ਸਿੱਖੀਜ਼ਮ ਨੂੰ ਕ੍ਰੀਏਟ ਕੀਤਾ ਗਿਆ ਸੰਸਾਰ ਦਾ ਸੇਵਕ ਬਣਾਉਣ ਵਾਸਤੇ। ਜਾ ਚਾਹੇ ਦੇਖੀ ਨਾ ਕਿਸੇ ਦਾ ਸ਼ਕਲ ਮੂੰਹ, ਜਾ ਜਿਨ੍ਹਾਂ ਦੀ ਮਦਦ ਕਰ ਜਾ ਕੇ। ਕ੍ਰਿਸਚੀਅਨਿਟੀ ਵਿੱਚ ਕਮਿਊਨਿਟੀ ਸਰਵਿਸ ਹੈ, ਫਾਰਮ ਆਫ ਵਰਸ਼ਿਪ ਨਹੀਂ ਹੈ ਉਹਨਾਂ ਦਾ। ਇੱਥੇ ਮੈਂ ਇੱਕ ਧਿਆਨ ਰੱਖਿਓ ਇਸ ਗੱਲ ਦਾ ਬੜਾ ਵੱਡਾ। ਕ੍ਰਿਸਚੀਅਨਿਟੀ ਵਿੱਚ ਇਨਕਰੇਜ ਕੀਤਾ ਜਾਂਦਾ ਹੈ ਸੇਵਾ ਨੂੰ, ਕਮਿਊਨਿਟੀ ਸਰਵਿਸ ਨੂੰ, ਲੇਕਿਨ ਕਮਿਊਨਿਟੀ ਸਰਵਿਸ ਫਾਰਮ ਆਫ ਵਰਸ਼ਿਪ ਨਹੀਂ ਹੈ। ਉੱਥੇ ਵਰਸ਼ਿਪ ਜੀਸਸ ਦੀ ਹੈ, ਇੱਥੇ ਸੇਵਾ ਫਾਰਮ ਆਫ ਵਰਸ਼ਿਪ ਹੈ। ਸਭ ਤੋਂ ਵੱਡਾ ਤਪ ਹੈ ਸੇਵਾ, ਤਪਾਂ ਸਿਰ ਤਪ ਮੰਨਿਆ ਗਿਆ ਹੈ ਵੱਡਾ ਸੇਵਾ। ਤੇ ਮੈਂ ਸੰਸਕ੍ਰਿਤੀ ਵਾਲਾ ਇੱਕ ਸ਼ਲੋਕ ਮੈਂ ਬੜੀ ਵਾਰੀ ਸ਼ੇਅਰ ਕਰ ਆਇਆ, ਦੁਬਾਰਾ ਸ਼ੇਅਰ ਕਰਾਂਗਾ। ਤੇ ਸੇਵਾ ਕੀ ਹੈ? ਸੇਵਾ ਹੈ ਉਸ ਸੇਵਾ ਦੇ ਲਿਟਰਲ ਜਿਹੜੇ ਮੀਨਿੰਗ ਹਨ, ਟੂ ਅਟੈਂਡ ਅਪਨ, ਟੂ ਸਰਵ ਸਮਬਡੀ। ਸੇਵਾ ਕਈ ਵਾਰੀ ਗੁਰਬਾਣੀ ਵਿੱਚ ਸੇਵਾ ਸਿਰਫ ਟੂ ਅਟੈਂਡ ਜਾਂ ਸਰਵ ਵਾਸਤੇ ਨਹੀਂ ਆਇਆ। ਗੁਰਬਾਣੀ ਬੜੀ ਵਾਰੀ ਸੇਵਾ ਜਿਹੜਾ ਹੈ ਟੂ ਪੇ ਹੋਮੇਜ ਵੀ ਆਇਆ ਹੈ, ਟੂ ਅਡੋਰ ਵੀ ਆਇਆ ਹੈ, ਟੂ ਵਰਸ਼ਿਪ ਵੀ ਆਇਆ ਹੈ, ਟੂ ਪੇ ਅਬੀਸੈਂਸ ਵੀ ਆਇਆ ਹੈ, ਟੂ ਅਟੈਂਡ ਟੂ ਵੀ ਆਇਆ ਹੈ ਸੇਵਾ ਦੇ ਨਾਲ। ਤੇ ਮਾਰੂ ਦੇ ਸੋਲਿਆਂ ਵਿੱਚ ਪਰਮਾਤਮਾ ਨਾਲ ਕੰਪੇਅਰ ਕੀਤਾ ਹੈ ਸੇਵਾ ਨੂੰ। ਤੇ ਮੈਂ ਲੈਟ ਮੀ ਜਸਟ ਸ਼ੇਅਰ ਦਿਸ ਸ਼ਬਦ ਵਿਦ ਯੂ। if I ਮੇਰੀ ਟੈਕਨੋਲੋਜੀ ਮੇਰੀ ਮਾਈ ਵੀਕ ਪੁਆਇੰਟ ਹੈ ਬੜਾ। ਤੇ I guess I can't figure it out, so it's okay. I'll try to put the words together. ਮਾਰੂ ਦੇ ਸੋਲਿਆਂ ਵਿੱਚ ਅੰਗ 1076 ਤੇ ਸੇਵਕ ਨੂੰ ਪਰਮਾਤਮਾ ਨਾਲ ਕੰਪੇਅਰ ਕੀਤਾ ਹੈ ਗੁਰੂ ਅੰਗਦ ਦੇਵ ਮਹਾਰਾਜ ਨੇ। ਕਹਿੰਦੇ ਨਹੀਂ, ਸੇਵਕ ਦੀ ਅਵਸਥਾ ਜਿਹੜੀ ਹੈ ਪਰਮੇਸ਼ਰ ਦੀ ਅਵਸਥਾ ਵਾਲਾ ਸੇਵਕ ਹੈ, ਕਿਉਂਕਿ ਸੇਵਕ ਉਹਦੀ ਕੁਦਰਤ ਦੀ ਪੂਜਾ ਕਰਦਾ ਹੈ, ਉਹਦੀ ਕੁਦਰਤ ਦਾ ਸੇਵਕ ਹੈ। ਕੁਦਰਤ ਦੀ ਦੀਵੇ ਬੱਤੀ ਨਹੀਂ ਜਲਾਉਂਦਾ ਫੁੱਲਾਂ ਦੇ ਅੱਗੇ, ਉਸ ਲੈਵਲ ਦਾ ਸੇਵਕ ਨਹੀਂ ਹੈ। ਪਾਣੀ ਦੀ ਪੂਜਾ ਨਹੀਂ ਕਰਦਾ, ਲੇਕਿਨ ਪਾਣੀ ਜੇ ਗੰਦਾ ਹੋਵੇ ਕਿਧਰੇ ਤੇ ਉਹਨੂੰ ਸਵੱਛ ਕਰ ਦੇਣਾ, ਪੇੜ ਲਗਾ ਦੇਣੇ, ਪੇੜਾਂ ਨੂੰ ਹੱਕ ਕਰ ਲੈਣਾ, ਇਹ ਉਹਦਾ ਸੇਵਕ ਜ਼ਰੂਰ ਹੈ। ਤੇ ਅੱਗੇ ਜਾ ਕੇ ਸੇਵਕ ਦੀ ਜਦੋਂ ਦਾਨ ਦਿੱਤੇ ਗਏ, ਨਿਮਾਣਿਆਂ ਦਾ ਮਾਣ, ਨਿਠਾਣਿਆਂ ਦੇ ਥਾਣ, ਨਿਓਟਿਆਂ ਦੀ ਓਟ, ਤੇ ਅੱਗੇ ਜਾ ਕੇ ਰਾਮਕਲੀ ਰਾਗ ਵਿੱਚ ਅੰਗ 887 ਤੇ ਇੱਕ ਸ਼ਬਦ ਆਂਦਾ ਹੈ, ਜੋ ਕੀਨੋ ਹਮ ਤਿਸ ਕੇ ਦਾਸ। ਪਰਮਾਤਮਾ ਦਾ ਸੇਵਕ ਸਿੱਖ ਨੂੰ ਜਿਤਨੀ ਕ੍ਰੀਏਟੀਵਿਟੀ, ਜਿਤਨੀ ਕ੍ਰੀਏਸ਼ਨ ਹੈ, ਉਹਦਾ ਸੇਵਕ ਬਣਾਉਣ ਵਾਸਤੇ ਸਿੱਖੀਜ਼ਮ ਨੂੰ ਕ੍ਰੀਏਟ ਕੀਤਾ ਗਿਆ। ਵੀ ਇਹ ਸਾਰੀ ਕਾਇਨਾਤ ਦੀ ਸੇਵਕ ਬਣਾਉਣ ਵਾਸਤੇ ਸਿੱਖੀਜ਼ਮ ਨੂੰ ਕ੍ਰੀਏਟ ਕਰਾਂਗੇ ਅਸੀਂ। ਔਰ ਹੁਣ ਐਸੀ ਗੱਲ ਪ੍ਰੂਵ ਕਰ ਦਿੱਤੀ ਹੈ ਕਿੱਥੇ ਜਿੱਥੇ ਸਾਡਾ ਕੋਈ ਮਰਿਆਦਾ ਹੀ ਨਹੀਂ, ਕੋਈ ਚਾਹੇ ਸੀਰੀਆ ਹੋਵੇ, ਚਾਹੇ ਨੇਪਾਲ ਹੋਵੇ, ਚਾਹੇ ਕੇਰਲਾ ਹੋਵੇ, ਕਿੱਥੇ ਦੂਰ ਜਿੱਥੇ ਕੋਈ ਸਿੱਖ ਹੈ ਹੀ ਨਹੀਂ, ਕੋਈ ਜਿੱਥੇ ਕੋਈ ਗੁਰੂ ਨਾਨਕ ਨੇ ਨਾਮ ਲੈਵਾ ਕੋਈ ਬੰਦਾ ਨਹੀਂ ਹੈ, ਜੇ ਕੋਈ ਲਾਣਾ ਜਿਹੜਾ ਨਹੀਂ ਹੈ ਕੋਈ ਨਾਲ, ਉੱਥੇ ਵੀ ਗੁਰੂ ਕਾ ਸਿੱਖ ਜਾ ਕੇ ਦੂਸਰਿਆਂ ਦੇ ਦੁੱਖ ਦੂਰ ਕਰਦੇ ਹਨ। ਕਿਉਂਕਿ ਗੁਰੂ ਨੇ ਪੂਰਨੇ ਪਾਏ ਹਨ। ਤੇ ਜੇ 20 ਰੁਪਏ ਖੱਟ ਕੇ ਦੇ ਕੇ ਤੇ ਜਿਹਨਾਂ ਨੂੰ ਭੁੱਖਿਆਂ ਸਾਧੀਆਂ ਨੂੰ ਜਦੋਂ ਖਵਾਏ, ਤੇ ਉਹਨਾਂ ਭੁੱਖਿਆਂ ਸਾਧੀਆਂ ਵਿੱਚੋਂ ਕੋਈ ਸਿੱਖ ਨਹੀਂ ਸੀ, ਕੋਈ ਗੁਰੂ ਨਾਨਕ ਨੂੰ ਮੰਨਣ ਵਾਲਾ ਨਹੀਂ ਸੀ ਕੋਈ ਉੱਥੇ ਕੋਈ ਬੈਠਾ ਹੋਇਆ। ਪਰਮਾਤਮਾ ਦੇ ਭਗਤ ਸਨ ਸਾਰੇ ਉਹ ਸਾਰੇ। ਤੇ
सेवा करनी कि सारे सेवा कर सकते हैं? एंड द आंसर इज नो, सारे सेवा नहीं कर सकते। ਸਾਰਿਆਂ ਦੀ ਕਿਸਮਤ ਚ ਸੇਵਾ ਨਹੀਂ। ਜਿਸ ਨੂੰ ਉਹ ਲਗਾਏ ਉਹ ਸੇਵਾ ਕਰਦਾ ਹੈ, ਜਿਸ ਨੂੰ ਉਹ ਹਿੰਮਤ ਕਰੇ ਉਹ ਸੇਵਾ ਕਰ ਸਕਦਾ। ਸਾਰੇ ਨਹੀਂ, ਸਾਰੇ ਦੂਸਰਿਆਂ ਬਾਰੇ ਸੋਚ ਨਹੀਂ ਸਕਦੇ, ਸਾਰੇ ਆਪਣੀ ਲਾਈਫ ਚ ਬਹੁਤ ਬਿਜ਼ੀ ਹੈ ਔਰ ਬੜੇ ਐਕਸਕਿਊਜ਼ਸ ਇਨ ਲਾਈਫ ਦੇ। ਮੈਨੂੰ ਇੱਕ ਗੱਲ, ਮੈਂ ਨਾਂ ਨਹੀਂ ਲੈਣਾ ਕਿਸੇ ਦਾ, I don't think so that person is, those people are listening today। ਮੈਨੂੰ ਇੱਕ ਗੱਲ ਯਾਦ ਆਉਂਦੀ ਹੈ ਆਪਣੇ, ਇੱਕ ਵਾਰੀ ਬੜੀ ਪੁਰਾਣੀ ਗੱਲ ਹੈ, 2002 ਜਾਂ 2003 ਦੀ ਗੱਲ ਹੋਣੀ ਹੈ। ਲੈਂਕਸ਼ਾਇਰ ਪੜ੍ਹਾਉਂਦਾ ਸੀ ਉੱਥੇ, ਤੇ 2 ਸਟੂਡੈਂਟ ਸਨ ਤੇ ਅੱਛੀ ਤਰ੍ਹਾਂ ਸੁਣਨਾ ਉਹਨਾਂ ਨੇ, ਸਾਰਾ ਕੁਝ ਕਰਨਾ, ਬੜੇ ਕੁਐਸਚਨ ਵੀ ਠੀਕ ਪੁੱਛਣੇ, ਨੋਟਸ ਵੀ ਬੜੇ ਅੱਛੇ ਲੈਣੇ। ਤੇ ਕਲਾਸ ਜਦੋਂ ਖਤਮ ਹੋਈ ਤੇ ਸਾਲ ਦੇ ਅੰਤ ਚ ਮੈਂ ਗਿਆ ਉਹਨਾਂ ਕੋਲ, ਹੱਥ ਜੋੜੇ ਉਹਨਾਂ ਦੇ ਅੱਗੇ ਕਿ ਮੈਂ ਕਿਹਾ ਤੁਸੀਂ ਮੇਰੇ ਕੋਲ ਇੰਨਾ ਕੁਝ ਸਿੱਖਿਆ ਹੈ, ਇੰਨਾ ਕੁਝ ਤੁਸੀਂ ਪੜ੍ਹਿਆ ਹੈ, ਤੁਸੀਂ ਲਿਖਿਆ ਸਾਰਾ ਕੁਝ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਗੁਰਮਤਿ ਦੀ ਕਲਾਸ ਅਗਲੇ ਸਾਲ ਗੁਰਦੁਆਰੇ ਪੜਾਓ ਤੁਸੀਂ ਬੱਚਿਆਂ ਨੂੰ, ਇਹ ਜੋ ਮੇਰੇ ਕੋਲ ਸਿੱਖਿਆ ਹੈ ਅੱਗੇ ਵੰਡ ਦਿਓ। ਤੇ ਕਹਿੰਦੇ ਨਹੀਂ ਅਸੀਂ ਉਹ ਨਹੀਂ ਕਰ ਸਕਦੇ, ਸਾਡੇ ਕੋਲ ਟਾਈਮ ਨਹੀਂ ਹੈ ਕਰਨ। ਤੇ ਉਹ ਇੱਕ ਹੋਰ ਸੀ ਬੰਦਾ, ਤੇ ਉਹਨੂੰ ਵੀ ਮੈਂ ਗੱਲ ਸੇਮ ਕਰਕੇ ਕਿ ਕਹਿੰਦੇ ਨਹੀਂ ਜੀ ਸਾਡੇ ਕੋਲ ਇਸ ਵੇਲੇ ਟਾਈਮ ਨਹੀਂ ਹੈ, ਜਦੋਂ ਅੱਗੇ ਫਿਊਚਰ ਚ ਟਾਈਮ ਆਏਗਾ। ਤੇ ਐਂਡ ਆਈ ਸਟਿਲ ਨੋ ਦੋਜ਼ ਪੀਪਲ and to this day there has been 22 years they have not taught anything yet। ਇਹ ਸਾਰੇ ਨਹੀਂ ਕਰ ਸਕਦੇ, ਸਾਰਿਆਂ ਦਾ ਨਹੀਂ ਹੋ ਸਕਦਾ। ਜਿਹਦੇ ਉੱਤੇ ਮੇਰਾ ਮਾਲਕ ਕਿਰਪਾ ਕਰੇ, ਜਿਹਦੇ ਉੱਤੇ ਪਹਿਲੇ ਉਹ ਗੁਣ ਥੋੜੇ ਬਹੁਤੇ ਅੰਦਰ ਬਣਨ ਨਾ, ਦੂਸਰੇ ਨੂੰ ਹੈਲਪ ਕਰਨ ਦੇ। ਇਹ ਯਾਦ ਰੱਖਿਓ, ਜੇ ਸੇਵਾ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਹੈ, ਤੁਹਾਡੀ ਪ੍ਰੋਬੇਬਿਲਿਟੀ ਨਾਮ ਪ੍ਰਾਪਤੀ ਦੀ ਬਹੁਤ ਲੋ ਹੈ, ਬਹੁਤ ਜ਼ਿਆਦਾ। ਤੁਸੀਂ ਆਪਣੀ ਪ੍ਰੋਬੇਬਿਲਿਟੀ ਨੂੰ ਬਹੁਤ ਘਟਾ ਲਿੱਤਾ ਰਾਈਟ ਅਵੇ, ਜੇ ਸੇਵਾ ਤੁਹਾਡੀ ਲਾਈਫ ਚ ਨਹੀਂ ਹੈ। ਇਹ ਹੁਣੇ 2 ਹਫ਼ਤੇ ਪਹਿਲੇ, 1 ਹਫ਼ਤੇ ਪਹਿਲੇ ਕਲਗੀਧਰ ਚਮਤਕਾਰ ਦਾ ਉਹ ਚੈਪਟਰ ਆਇਆ, ਜਦੋਂ ਮਹਾਰਾਜ ਨੇ ਪਾਣੀ ਲੈਣ ਨੂੰ ਇਨਕਾਰ ਕਰ ਦਿੱਤਾ ਉਸ ਬੱਚੇ ਤੋਂ ਕਿ ਉਹਦੇ ਹੱਥ ਸੇਵਾ ਵਾਲੇ ਨਹੀਂ ਸਨ। ਨਹੀਂ ਲੈਣਾ, ਨਹੀਂ ਚੱਕਣਾ ਤੇਰੇ ਕੋਲ ਲੰਗਰ ਸੀ, ਨਹੀਂ ਪਿਆ ਸਕਦਾ ਤੂੰ ਪਾਣੀ ਸਾਨੂੰ, ਤੇਰੇ ਸੇਵਾ ਵਾਲੇ ਹੱਥ ਨਹੀਂ ਹੈ ਤੇਰੇ। ਸੋ ਜਿਹਦੀ ਲਾਈਫ ਵਿੱਚ ਸਰਵਿਸ ਨਹੀਂ ਹੈ ਨਾ, ਜਿਹਦੀ ਲਾਈਫ ਵਿੱਚ ਨਹੀਂ ਹੈ, ਉਹ ਸਮਝ ਲਓ ਕਿ ਤੁਸੀਂ ਆਪਣੇ ਚਾਂਸਸ ਇਮੀਡੀਏਟਲੀ ਬਹੁਤ ਰਿਡਿਊਸ ਕਰ ਲਿੱਤੇ ਨੇ ਆਪਣੇ। ਤੁਸੀਂ ਆਪਣੇ ਹੁਣ ਤੁਹਾਡੇ ਵਾਸਤੇ ਕੰਮ ਬੜਾ ਔਖਾ ਹੈ, ਬੜਾ ਹੁਣ ਤੁਸੀਂ ਸਿਮਰਨ ਕਰੋ ਤੁਸੀਂ, ਲੇਕਿਨ ਜੇ ਦੂਸਰਿਆਂ ਦੀ ਹੈਲਪ ਕਰਨ ਦੀ ਤੁਹਾਡੇ ਅੰਦਰੋਂ ਟੈਂਡੈਂਸੀ ਨਹੀਂ ਹੈ, ਤੇ ਇਹ ਸੇਵਾ ਦਾ ਜਿਹੜਾ ਹੈ, ਆਸਾ ਦੀ ਵਾਰ ਤੇ ਬੜੀ ਕਲੈਰਿਟੀ ਹੈ ਕਿ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ। ਹੁਕਮ ਮੰਨਿਆ ਹੋਏ ਪ੍ਰਮਾਣ, ਤਾਂ ਖਸਮੇ ਕਾ ਮਹਿਲ ਪਾਏ ਸੀ, ਤੇ ਖਸਮੇ ਪਾਵੇ ਸੋ ਕਿਸੇ ਮਨੁ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗੇ ਪੈਂਦਾ ਜਾਏ ਸੀ। ਇਹ ਕਲੈਰਿਟੀ ਹੈ ਆਸਾ ਦੀ ਵਾਰ ਵਿੱਚ, ਕੋਈ ਦੂਰ ਜਾਣ ਦੀ ਲੋੜ ਨਹੀਂ ਹੈ ਕੋਈ ਬਹੁਤੀ। ਉਹਦੇ ਕੋਲ ਹੀ ਹੋ ਸਕਦੀ ਹੈ, ਜਿਹਨੂੰ ਕੋਲ ਕਿਰਾਏ ਉਹਦੇ ਕੋਲ ਹੀ ਹੈ, ਜਿਹੜਾ ਅਰਦਾਸ ਕਰਦਾ ਹੈ ਕਿ ਹੇ ਦਾਤਾ ਮੇਰੇ ਤੇ ਕਿਰਪਾ ਕਰੋ, ਤੇ ਮੈਨੂੰ ਮੇਰੇ ਅੰਦਰੋਂ ਇਹ ਬਿਰਤੀ ਬਖਸ਼ੋ, ਤੁਸੀਂ ਅੰਦਰੋਂ ਜੁੜਨ ਦੀ ਤੁਹਾਡੇ ਨਾਲ। ਤੇ ਇੱਥੇ ਸੇਵਾ ਦੀ ਇਸ਼ੂ ਜਿਹੜਾ ਹੈ, ਇਹ ਪ੍ਰਮਾਤਮਾ ਨਾਲ ਜੁੜਨ ਦਾ ਇਸ਼ੂ ਹੈ ਜਿਹੜਾ, ਉਹਦੇ ਵਿੱਚੋਂ ਮੈਨੂੰ ਪ੍ਰਭੂ ਨਜ਼ਰ ਆਏ। ਤੇ ਕਈ ਇਹੋ ਜਿਹੇ ਵੀ ਹਨ ਬੜੇ, ਜਿਹੜੇ ਸੇਵਾ ਬਹੁਤੀ ਕਰਦੇ ਹਨ ਲੇਕਿਨ ਪ੍ਰਮਾਤਮਾ ਨਾਲ ਜੁੜ ਨਹੀਂ ਪਾਉਂਦੇ। ਉਹ ਸੇਵਾ ਵੀ ਪ੍ਰਵਾਨ ਨਹੀਂ ਹੋਈ, ਉਹ ਸੇਵਾ ਹੋਣ ਨਾਲ ਜੁੜੀ ਹੋਈ ਸੇਵਾ। ਗੁਰਮਤਿ ਵਿੱਚ ਸੇਵਾ ਉਹ ਪ੍ਰਵਾਨ ਹੈ ਜਦੋਂ ਸੇਵਾ ਕਰਦਿਆਂ ਹੋਇਆ ਇਹ ਜਾਣੇ ਕਿ ਜਿਹਦੀ ਸੇਵਾ ਕਰਦਿਆਂ ਪਿਆ ਹਾਂ ਇਹ ਮੇਰਾ ਇਸ਼ਟ ਹੈ, ਇਹਦੇ ਅੰਦਰ ਪ੍ਰਮਾਤਮਾ ਵਸਦਾ ਹੈ, ਇਹਦੇ ਅੰਦਰ ਮੇਰਾ ਅਕਾਲ ਪੁਰਖ ਵਸਦਾ ਹੈ, ਇੱਥੇ ਅੰਦਰ ਮੇਰਾ ਗੁਰੂ ਨਾਨਕ ਹੈ। ਮੇਰਾ ਪੁਰਾਣੇ ਰਹਿਤਨਾਮਿਆਂ ਵਿੱਚ ਭਾਈ ਚੋਪਾ ਸਿੰਘਰਾਂ ਦਾ, ਭਾਈ ਪ੍ਰਹਿਲਾਦ ਸਿੰਘਰਾਂ ਦੇ ਪੁਰਾਣੇ ਰਹਿਤਨਾਮੇ ਮਿਲ ਜਾਂਦੇ ਹਨ। ਜੇ ਤੁਸੀਂ ਪੜ੍ਹਨੇ ਹੋਣ ਮੈਨੂੰ ਦੱਸ ਦੇਣਾ, ਪੁਰਾਣੇ ਰਹਿਤਨਾਮਿਆਂ ਦੀ ਕਾਪੀਆਂ ਮਿਲ ਜਾਂਦੀਆਂ ਹਨ, ਬੜੇ ਲੋਕਾਂ ਨੇ ਛਪਾਏ ਹਨ ਟੀਕੇ ਪੁਰਾਣੇ ਰਹਿਤਨਾਮੇ। ਉਹਦੇ ਰਹਿਤਨਾਮੇ ਦੀ ਬੜੀ ਕਾਮਨ ਲਾਈਨ ਆਉਂਦੀ ਹੈ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਜਾਣੇ, ਗੁਰੂ ਕਾ ਸਿੱਖ। ਕਦੀ ਇਹ ਨਾ ਵਿਤਕਰਾ ਨਾ ਕਰੇ, ਕਦੀ ਗੁਰੂ ਕਾ ਸਿੱਖ। ਗੁਰੂ ਕਾ ਸਿੱਖ ਜਿੱਥੇ ਗਰੀਬ ਦਾ ਮੂੰਹ ਦੇਖੇ ਸਮਝ ਲਓ ਗੁਰੂ ਕੀ ਗੋਲਕ ਖੁੱਲੀ ਹੋਈ ਹੈ ਉੱਥੇ। ਇਹ ਰਹਿਤਨਾਮੇ ਬੜੇ ਪੁਰਾਣੇ ਹੈ, 350-400 ਸਾਲ ਪੁਰਾਣੇ ਰਹਿਤਨਾਮਿਆਂ ਵਿੱਚ ਇਹ ਗੱਲ ਆਈ ਹੈ। ਉਸ ਵੇਲੇ ਇਤਨੀ ਇੰਪੋਰਟੈਂਸ ਸੀ ਇਸ ਗੱਲ ਦੀ। ਤੁਸੀਂ ਇਹ ਸੋਚੋ, ਹੁਣ ਵੀ ਉਹ ਮਸਜਿਦ ਮੌਜੂਦ ਹੈ ਅੰਮ੍ਰਿਤਸਰ ਵਿੱਚ, ਹਾਥੀ ਮਸਜਿਦ ਕਹਿੰਦੇ ਹਨ ਉਹਨੂੰ, ਉਹਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਹੱਥੀਂ ਕਰਾਈ ਉਸ ਮਸਜਿਦ ਦੀ ਸੇਵਾ ਹੈ ਜੀ। ਤੁਹਾਨੂੰ ਨਹੀਂ ਮਿਲੇਗੀ ਦੂਸਰੀਆਂ ਐਗਜ਼ਾਮਪਲ, ਕਿਸੇ ਮੁਸਲਿਮ ਪਰਿਵਾਰ 'ਚ ਤੁਹਾਨੂੰ ਮਿਲਣਾ ਮੁਸ਼ਕਲ ਹੋਏਗਾ ਬੜਾ ਕਿ ਕਿਸੇ ਮੁਸਲਮਾਨਾਂ ਦੇ ਘਰਾਂ ਵਿੱਚੋਂ ਸਿੱਖਾਂ ਦੇ ਗੁਰਦੁਆਰੇ ਦੀ ਸੇਵਾ ਬਹੁਤ ਵੱਡੀ ਕਰਾਈ ਹੋਵੇ, ਜਾਂ ਕਿਸੇ ਜੂਇਸ਼ ਪਰਿਵਾਰ ਨੇ ਕਿਸੇ ਹਿੰਦੂ ਟੈਂਪਲ ਸਜਾਇਆ ਹੋਵੇ।
ਉਹ ਐਗਜ਼ਾਮਪਲ ਤੁਹਾਨੂੰ ਮਿਲਣੀਆਂ ਬਹੁਤ ਮੁਸ਼ਕਿਲ ਹੋਣਗੀਆਂ, ਲੇਕਿਨ ਸਿੱਖਾਂ ਵਿੱਚੋਂ ਐਗਜ਼ਾਮਪਲ ਮਿਲਣੀ ਮੁਸ਼ਕਿਲ ਨਹੀਂ ਹੈ। ਅੱਗੇ ਜਾ ਕੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ, ਜਿੱਥੇ ਦਰਬਾਰ ਸਾਹਿਬ ਵਿੱਚ ਉਹਨਾਂ ਨੇ ਸੇਵਾ ਕਰਾਈ, ਦਰਬਾਰ ਸਾਹਿਬ ਦੀ ਸੇਵਾ ਉਹਨਾਂ ਨੇ ਹਾਥੀ ਕਰਾਈ, ਉੱਥੇ ਜਵਾਲਾਮੁਖੀ ਟੈਂਪਲ ਦਾ ਜਿਹੜਾ ਸੋਨਾ ਲੱਗਿਆ ਹੋਇਆ ਹੁਣ ਤੱਕ ਜਿਹੜੇ ਜਾ ਕੇ ਦੇਖ ਸਕਦੇ ਹੋ, ਇਹ ਸੇਵਾ ਦੀ ਇਹ ਵੀ ਸੋਨਾ ਜਿਹੜਾ ਹੈ ਇਹ ਲਾਹੌਰ ਦੇ ਸਿੱਖ ਤੋਸ਼ੇਖਾਨੇ ਵਿੱਚੋਂ ਗਿਆ ਹੈ ਸਾਰਾ। ਉੱਥੇ ਵੀ ਵਿਤਕਰਾ ਨਹੀਂ ਕੀਤਾ ਗੁਰੂ ਕੇ ਸਿੱਖ ਨੇ, ਕਿਉਂਕਿ ਇਹ ਵੀ ਸੇਵਾ ਹੈ, ਕਿਉਂਕਿ ਉਹ ਵੀ ਪ੍ਰਮਾਤਮਾ ਦੇ ਭਗਤ ਹਨ ਜਿਹੜੇ ਜਾਣ ਵਾਲੇ ਹਨ। ਹਾਲੇ ਅਸੀਂ ਆਪ ਆਈਡਲ ਵਰਸ਼ਿਪਿੰਗ ਵਿੱਚ ਬਲੀਵ ਨਹੀਂ ਕਰਦੇ, ਲੇਕਿਨ ਜੇ ਉਹ ਕਰਦੇ ਹਨ ਤੇ ਮੁਬਾਰਕ ਹੈ, ਉਹ ਵੀ ਉਸ ਪ੍ਰਮਾਤਮਾ ਦੇ ਬੱਚੇ ਹਨ। ਇਹ ਜਾਣ ਕੇ ਸੇਵਾ ਕੀਤੀ ਗਈ ਹੈ। ਸੋ ਜਿਹੜਾ ਥਿਓਲੋਜੀਕਲ ਬੇਸ ਇਹ ਹੈ ਭਾਈ ਕਨਈਆ ਵਾਲਾ ਕਿ ਜਿਹਦੀ ਸੇਵਾ ਕਰੇ ਉਸ ਨੂੰ ਪ੍ਰਮਾਤਮ ਰੂਪ ਜਾਣੇ, ਉਹਦੇ ਵਿੱਚੋਂ ਉਹਨੂੰ ਦੇਖਣ ਦੀ ਕੋਸ਼ਿਸ਼ ਕਰੇ, ਹਾਂਜੀ, ਔਰ ਇਹ ਨਜ਼ਰ ਆ ਜਾਂਦੀ ਹੈ ਉਹਦੇ ਵਿੱਚੋਂ। ਦੇਖੋ ਮੈਂ ਬਹੁਤ ਲੱਕੀ ਹਾਂ, ਬਹੁਤ ਮੇਰੇ ਭਾਗ ਅੱਛੇ ਹਨ, ਮੇਰੇ ਤੇ ਕਿਰਪਾ ਹੈ ਉਸ ਮੇਰੇ ਮਾਲਕ ਦੀ ਬੜੀ। ਕਿੰਨੇ ਸਾਲਾਂ ਤੋਂ ਇਸ ਪਾਸੇ ਲੋਕਾਂ ਨੂੰ ਇਨਕਰੇਜ ਜਿੰਨੀ ਕੋਸ਼ਿਸ਼ ਹੋ ਸਕੇ ਇਨਕਰੇਜ ਕਰਦਾ ਵੀ ਇਸ ਪਾਸੇ ਜੁੜੋ ਤੁਸੀਂ। ਤੇ ਬੜੀ ਲਾਈਫ ਵਿੱਚ ਕਰਦਿਆਂ ਸਿਖਾਉਂਦਿਆਂ ਬੜੇ ਇਨਸੀਡੈਂਟ ਇਹੋ ਜਿਹੇ ਹੋਏ ਹਨ ਲਾਈਫ ਵਿੱਚ, ਜਦੋਂ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਜਦੋਂ ਇੱਕ ਬੰਦੇ ਨੂੰ ਕੁਝ ਸਿੱਖ ਜਾਂਦਾ ਹੈ ਜਾਂ ਕੁਝ ਕਰ ਜਾਂਦਾ ਹੈ ਤੇ ਜਦੋਂ ਜੁੜ ਜਾਂਦਾ ਹੈ ਤੇ ਲੱਗਦਾ ਵਾਕਈ ਪ੍ਰਮਾਤਮ ਰੂਪ ਹੀ ਸੀ। ਦੇਖੋ ਇਹਦੇ ਅੰਦਰ ਸਭ ਕੁਝ ਪਿਆ ਹੋਇਆ ਸੀ। all we had to do was just encourage and prod a little bit and he was already walking on his way, you know. ਸੋ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਵਾਪਰਨਗੀਆਂ ਬੜੀਆਂ। ਉਹ ਫਿਰ ਸੱਚੇ ਦਿਲ ਨਾਲ ਜਿਹੜਾ ਬੰਦਾ ਸੋਚਦਾ ਹੈ, ਸੱਚੇ ਦਿਲ ਨਾਲ ਬੜੇ ਕਰਦਾ ਹੈ ਬੰਦਾ, ਉਹਦਾ ਕੰਮ ਸਵਰ ਜਾਂਦੇ ਹਨ ਬੜੀ ਜਲਦੀ। ਉਹਦੇ ਕੰਮ ਪ੍ਰਮਾਤਮਾ ਸਵਾਰਦਾ ਹੈ ਆਪ ਆ ਕੇ। ਕਿਉਂ? ਕਿਉਂਕਿ ਸੇਵਾ ਕਰਨ ਵਾਲਾ ਸੱਚੇ ਦਿਲੋਂ, ਜਿਹਦੇ ਅੰਦਰ ਕੋਈ ਕਾਮਨਾ ਨਹੀਂ, ਕੋਈ ਨਿਸ਼ਕਪਟਾ ਨਹੀਂ, ਕੋਈ ਉਹ ਜੀ ਕੋਈ ਗਾਣੀ ਨਹੀਂ ਹੈ ਕੋਈ, ਉਹਦੇ ਪ੍ਰਮਾਤਮਾ ਕੰਮ ਆਪ ਸਵਾਰਦਾ ਹੈ ਅੱਗੇ ਹੋ ਕੇ। ਉਹਨੂੰ ਤੁਸੀਂ ਰੋਕ ਨਹੀਂ ਸਕਦੇ। ਤੁਸੀਂ ਉਹ ਸੇਵਕ ਦੇ ਉਹ ਰੱਖਿਆ ਜਿਹੜੀ ਹੈ ਉਹਦੀ, ਉਹ ਆਪਣੇ ਹੱਥ ਨਾਲ ਰੱਖਿਆ ਕਰਦਾ ਹੈ। ਉਸ ਸੇਵਕ ਨੂੰ ਕੋਈ ਛੂਣ ਨਹੀਂ ਦਿੰਦਾ ਕਿਸੇ ਨੂੰ। ਸੁਖਮਨੀ ਦੀਆਂ somebody is microphones off. ਸੁਖਮਨੀ ਦੀ ਇੱਕ ਤੁਕ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਹੁਣੇ। ਇੱਕ ਸੁਖਮਨੀ ਸਾਹਿਬ ਦੀਆਂ, let me find out first of all, this is the one I want to share. ਤੇ ਮੈਂ let me share this with you. Let me read it out with you together though. Can everybody see my screen? ਰੋਜ਼ ਪੜ੍ਹਦੇ ਹੋ, ਲੇਕਿਨ ਕਈ ਵਾਰੀ ਪੜ੍ਹਦੇ ਹੋਇਆਂ ਲਈ ਕਈ ਵਾਰੀ ਹੋ ਨਹੀਂ ਸਕਦੇ ਵੀ ਕਿਤਨੀ ਡੂੰਘਾਈ ਹੈ ਇਹਨਾਂ ਲਾਈਨਾਂ ਦੇ ਵਿੱਚ। ਕਦੀ ਸੋਚ ਕੇ, ਕਦੀ ਗੰਭੀਰਤਾ ਨਾਲ ਸੋਚਣਾ ਕਿ ਆਪਣੇ ਜਨ ਕਾ ਪਰਦਾ ਢਾਕ ਹੈ। ਕਿਉਂ ਆਪਣਾ ਜਨ ਕਿਉਂ ਹੋ ਗਿਆ? ਕਿਉਂਕਿ ਸੇਵਕ ਬਣ ਗਿਆ ਹੁਣ, ਕਿਉਂਕਿ ਸੇਵਾ ਕਰਦਾ ਹੈ ਬਹੁਤੀ, ਦੂਸਰਿਆਂ ਦੇ ਦੁੱਖ ਦੂਰ ਕਰਦਾ ਹੈ, ਦੂਸਰਿਆਂ ਨੂੰ ਪਾਣੀ ਪਿਲਾਉਂਦਾ ਹੈ, ਦੂਸਰਿਆਂ ਦੀ ਮਦਦ ਕਰਦਾ ਹੈ, ਦੂਸਰਿਆਂ ਦੇ ਵਾਸਤੇ ਟਾਈਮ ਕੱਢਦਾ ਹੈ ਆਪਣੇ ਵਾਸਤੇ। ਗੁਰੂ ਫਿਰ ਉਹਦੇ ਪਰਦੇ ਢੱਕ ਲੈਂਦਾ ਹੈ। ਔਰ ਇਹ ਯਾਦ ਰੱਖਣਾ, ਸੇਵਕਾਂ ਦੇ ਪਰਦੇ ਹਮੇਸ਼ਾ ਟਕੇ ਰਹਿੰਦੇ ਹਨ। ਉਹਨਾਂ ਦੀਆਂ ਜੇ ਕੁਝ ਉਹਨਾਂ ਦੀ ਨੈਗੇਟਿਵ ਕੁਆਲਿਟੀਜ਼ ਹੋਣਗੀਆਂ ਵੀ ਤੇ ਗੁਰੂ ਬਾਹਰ ਨਹੀਂ ਆਉਣ ਦੇਗਾ ਤੇਰੀਆਂ ਨੈਗੇਟਿਵ ਕੁਆਲਿਟੀਜ਼ ਉਹਨਾਂ ਦੀਆਂ। अपने जन का पर्दा ढाके, अपने सेवक की सर पर रखे। सर पर मतलब की होता है? Does anybody explain me what is सर पर means? बड़ी गुरबाणी बड़ी वर्ड यूज किया गया सर पर, बड़ी बाणी च आया वर्ड। Can anybody take a shot and tell me? इज्जत वीर जी। नहीं, इज्जत तो भी ज्यादा सर पर दे मीनिंग है। हां जी, सब तो उत्तम भी तो उत्ते बने कि हमें जरूर 100% होना ही होना है। कई चीज होंदी है भी, हाँ जी शायद होवे ना होवे, जरूर होएगी जी। रोशनी सवेरे जरूर आएगी, चंद्रमा नाल शीतलता आएगी। सर पर मने अवश्य होना ही गल, सर पर रखे, हमेशा रखे, सेवक दी रखेगा हमेशा। ते ये याद रखना, जिहड़ी बहुती सेवा करते हैं सच्चे दिलों, उन्हां दी वडियाई होनी ही होनी है, नहीं रोक सकते तुसी। उन्होंने लोगों ने सलाहना करनी है, तुसी नहीं रोक सकते। लैने तो देख लो किस अंगत बने हो। हां जी, अपने दास को दे वडियाई मिलनी ही मिलनी है गुरु की, और नहीं तुसी रोक सकते।
जितनी मर्जी उदी बुराई करके देख लो उस सेवक दी, जितनी मर्जी तुसी जो मर्जी कह लो, अमरू नथावां लोगां ने किया, बड़ियां लोगां ने गल्लां कहियां, रोक नहीं सकते अपने सेवक दी वडियाई, अपने उदी सेवक दी वडियाई होके रहनी है। क्यों? क्योंकि अपने दास को दे वडियाई, वो वडियाई होनी होनी है। रोज पढ़ते हैं पर कई बारी ये फोकस नहीं कर पाते ने लाइनां दे उत्ते। ते जदों हुणे जो चरणजीत विज दा क्वेश्चन पहले आया सी जेड़ा, ते जेड़े सेवक जेड़े ये सेवा जिहड़ी करदे हन, उसनों नाम दे जुड़न दे नाल परमात्मा आप सहाई हो जाता है। फिर अपने सेवक को नाम जपाई, नाम जपण दा वसीला आसान हो जाता है ਉਹਦੇ वास्ते, बहुत आसान। क्यों? क्योंकि ਉਹਦੇ ਉੱਤੇ ਕਿਰਪਾ ਹੋ ਜਾਂਦੀ ਹੈ, ਉਹਦੇ ਉੱਤੇ ਉਹ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਕਿਰਪਾ ਦਾ ਪਾਤਰ ਬੜਿਆ ਨਹੀਂ ਤੇ ਗੁਰੂ ਫਿਰ ਆਪ ਹੈਲਪ ਕਰਦੇ ਹਨ ਉਸਦੀ ਬਹੁਤ ਜ਼ਿਆਦਾ। अपने सेवक को नाम जपाई, अपने आप उदे अंदर नाम जपण दी विधि, प्यार वाली प्रेमा भक्ति दी जेड़ी अंदर जेड़ी फीलिंग है, वो सेवक नू परमात्मा आप दे दिंदा है, नहीं रोक सकते तुसी उसको। ते उदी पत भी आप रखदा है, अपने सेवक की आप पत रख है। सुखमनी साहब दी एक बहुत पावरफुल स्टैंजा है वाला, और बहुत कुछ सीखने को मिलता है इस स्टैंजे तो, कि अपने सेवक की आप पत रख है। सेवक बन के देखो सही, फिर पत दी रखिया भी गुरु आप करते हैं, उदी इज्जत दे। फिर तुहानू अपनी इज्जत दे मालक नहीं है, गुरु गुरु रख है उदी इज्जत दे मालक। और फिर जो जा मर्जी होवे पिया, फिर भाई नंद लाल वर्गा क्यों ना होवे, जेड़ा हिंदू धर्म खाने जन्म होया होवे, जेड़ा सिख ना भी होवे, झूठे भांडे मांज मांज के उस पोजीशन दे आ जावे, ते एक दिन इतने खुश हो जावन ओदे ते भरे दरबार विच अनाउंस कर देन, भाई नंद लाल जा तेरी बाणी गुरु ग्रंथ साहिब महाराज दी बाणी दी तुल है जा। इस तो वड्डी कोई इज्जत है? जिथे गुरु नानक दी बाणी नू लोग पूजणगे, जो इज्जत जपजी साहिब दी होएगी, जा नंद लाल तेरी बाणी दी इज्जत अज उंज ही होएगी। ये बहुत वड्डा मान सत्कार है। अपने सेवक की आप पत राख है, तांकी गत मित कोई ना लाख है। उस सेवक दी कोई किंतु परंतु नहीं कर सकता कोई। बहुत ही सेवा करने वाले दे किंतु परंतु नहीं होंदे कोई। बड़ा इज्जत मान खटदे हैं उस दुनिया में जेड़ी मानवता दी सेवा करते हैं। ते जे कोई करन दी कोशिश भी करे, जे कोई उन्हां नूं हथ पाण दी कोशिश करे, जो उन्हां नूं कोई नीवा डिगाण दी कोशिश करे, ते अगे देखो कितने स्ट्रांग वर्ड आए हैं। प्रभ के सेवक को कहो ना पहुंचे, प्रभ के सेवक को कहो ना पहुंचे। प्रभ दे सेवक दी दाढ़ी ते हाथ नहीं ला सकता कोई, ओदी दस्तार नूं कोई छू नहीं सकता, ओदी इज्जत मान दे खिलाफ कोई गल नहीं कर सकता, क्योंकि आप प्रभु सहाई हुंदा है। प्रभ के सेवक को कहो ना पहुंचे, उते पहुंचण नहीं दिंदा ओदे ते, क्योंकि आप बैठा है दे अंदर। क्योंकि प्रभु का सेवक बहुत ऊंचा है। प्रभ के सेवक ऊंचे ऊंचे तो ऊंचा है। प्रभु का सेवक बड़ा वड्डा है सेवा, लेकिन ये सेवा, ये मानवता दी सेवा, ये परमात्मा दी सेवा, ये गुरु दी सेवा ते बड़े तरह दी सेवा है। ये सेवा परमात्मा आप लांदा है, जिन्हों लगावे, जिन्हों इस पासे लगावे। मैं ते आज मेरी क्लास दा फोकस ते सिर्फ आज तुहानू इनकरेज करना है इस पासे आण दी, तुहानू समझाना है कि कितनी इंपॉर्टेंट चीज है। तुहानू ये दसना है कि जे तुहाडे लाइफ विच मिसिंग है ते परमात्मा नेड़े आण दे चांस तुसीं बहुत घटा लेते हैं अपने लाइफ विच। जो पब अपनी सेवा लाया, जिस परमात्मा ने अपने ए परमात्मा दा सेवा आप लाया है, नानक सो सेवक दह दिस प्रगटाया। देखो वैसे मैं कई बारी हैरान रह जाता, है मेरे दाता तुसी कितनी वड्डी दात बख्श दी इत्थे। नानक सो सेवक दह दिस माने दसों ऑल 10 डायरेक्शंस, दह दिशा विच प्रगट हो जाएगा वो वाला, लोग रोक नहीं सकते। उस सेवक दी
ਉਸ ਸੇਵਕ ਦੀ ਇੰਪੋਰਟੈਂਸ ਨੂੰ, ਉਸ ਸੇਵਕ ਦੀ ਪ੍ਰਤਾਪ ਨੂੰ ਤੁਸੀਂ ਰੋਕ ਨਹੀਂ ਸਕਦੇ। ਤੁਸੀਂ ਉਸ ਸੇਵਕ ਦੀ ਪ੍ਰਤਾਪ, ਪ੍ਰਮਾਤਮਾ ਦਾ ਸੇਵਕ ਬਹੁਤ ਉੱਚੀ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਸੁਖਮਨੀ ਸਾਹਿਬ ਦੀਆਂ ਇਹ ਲਾਈਨਾਂ ਬਹੁਤ ਪਾਵਰਫੁਲ ਲਾਈਨਾਂ ਨੇ ਵਾਲੀ, ਸੇਵਕ ਦੀ ਅਵਸਥਾ ਨੂੰ ਬਿਆਨ ਕਰਦੀਆਂ ਹਨ। ਸੇਵਕ ਕੌਣ ਹੈ ਤੇ ਸੇਵਕ ਦੀ ਪ੍ਰਮਾਤਮਾ ਕਿੰਜ ਰੱਖਿਆ ਕਰਦਾ ਹੈ। ਤੇ ਹੁਣ ਸੇਵਾ ਬੜੇ ਕਿਸਮ ਦੀ ਹੈ। ਇੱਕ ਸੇਵਾ ਗੁਰਸੇਵਾ ਵਰਡ ਆਏ ਹਨ, ਬੜੀ ਸੇਵਾ ਗੁਰੂ ਦੀ ਸੇਵਾ। ਤੇ ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਹੈ, ਪਹਿਲੇ ਤੇ ਗੁਰੂ ਦੇ ਰੂਪ ਵਿੱਚ ਸੰਤ ਉਹਨਾਂ ਦੀ ਸੇਵਾ ਹੁੰਦੀ ਸੀ, ਪਾਣੀ ਲੈ ਕੇ ਆਉਣਾ, ਨਵਾ ਦੇਣਾ ਤੇ ਉਹਨਾਂ ਦੀ ਤਨ ਦੀ ਸੇਵਾ ਕਰ ਦੇਣੀ। ਪਰ ਸਭ ਤੋਂ ਉੱਤਮ ਸੇਵਾ ਗੁਰੂ ਦੀ ਹੈ, ਸ਼ਬਦ ਦੀ ਸੇਵਾ ਹੈ। ਕਿਸੇ ਦੂਸਰੇ ਨੂੰ ਇਨਕਰੇਜ ਕਰਨਾ, ਕਿਸੇ ਨੂੰ ਜੀ ਦਾਨ ਦੇਣਾ, ਕਿਸੇ ਨੂੰ ਕੀਰਤਨ ਸਿਖਾ ਦੇਣਾ, ਕਿਸੇ ਨੂੰ ਕਲਿਆਣ ਤੇ ਬਿਲਾਵਲ ਦਾ ਮਤਲਬ ਸਮਝਾ ਦੇਣਾ, ਕਿਸੇ ਨੂੰ ਕੀਰਤਨ ਰਾਹੀਂ ਪ੍ਰਮਾਤਮਾ ਦੇ ਰਾਹ ਤੇ ਟੋਰ ਦੇਣਾ, ਕਿਸੇ ਨੂੰ ਬਾਣੀ ਦੇ ਰਾਹੀਂ ਪ੍ਰਮਾਤਮਾ ਤੇ ਟੋਰ ਦੇਣਾ, ਕਿਸੇ ਨੂੰ ਬਾਣੀ ਦੀ ਜਿਹੜੀ ਅੰਦਰਲੇ ਭਾਵ ਹਨ ਉਹਨਾਂ ਨੂੰ ਜਾਣੂ ਕਰਾ ਦੇਣਾ, ਕਿਸੇ ਨੂੰ ਕਲਗੀਧਰ ਚਮਤਕਾਰ ਦੇ ਥਰੂ, ਗੁਰੂ ਨਾਨਕ ਚਮਤਕਾਰ ਦੇ ਥਰੂ ਗੁਰੂ ਨਾਨਕ ਦੇਵ ਜੀ ਦੀ ਆਤਮਾ ਦੇ ਦਰਸ਼ਨ ਕਰਾ ਦੇਣੇ। ਇਹ ਸੇਵਾ ਜਿਹੜੀ ਹੈ ਬਹੁਤ ਉੱਤਮ ਸੇਵਾ ਹੈ, ਬੜੀ ਹੈ ਸ਼ਬਦ ਦੀ ਸੇਵਾ। ਕਿਸੇ ਨੂੰ ਭੁੱਖੇ ਨੂੰ ਰੋਟੀ ਖਵਾ ਦੇਣੀ, ਕਿਸੇ ਨੂੰ ਪੜ੍ਹਾ ਦੇਣਾ, ਕਿਸੇ ਦੂਸਰੇ ਦੀ ਮਦਦ ਕਰ ਦੇਣੀ ਤੇ ਦੱਸਣਾ ਵੀ ਨਾ ਕਿਸੇ ਨੂੰ ਜੋ ਕੀਤੀ ਹੈ। ਇਹ ਬੜੀ ਉੱਤਮ ਸੇਵਾ ਮੰਨੀ ਗਈ ਹੈ ਗੁਰੂ ਘਰਾਂ ਵਿੱਚ। ਸੰਸਕ੍ਰਿਤ ਦਾ ਸ਼ਲੋਕ ਮੈਂ ਲਾਸਟ ਡਿਸਕਸ ਕਰਾਂਗਾ। ਇੱਥੇ ਪਹਿਲੇ ਮੈਂ ਬੜੀ ਕਰ ਆਇਆ ਗੱਲ ਕਿ ਤਨ ਮਨ ਦੋਨਾਂ ਨਾਲ ਸੇਵਾ ਕਰੇ। ਆਪਣੇ ਤਨ ਦੀ ਵੀ ਯੂਜ਼ ਕਰੇ, ਜਿਹੜੇ ਤਨ ਦੀ ਸੇਵਾ ਹੈ, ਮਨ ਦੀ ਵੀ ਕਰੇ, ਜਿਹੜੇ ਮਨ ਦੀ ਸੇਵਾ ਹੈ, ਜਿਹੜੀ ਅੰਦਰੋਂ ਜਿਹੜੇ ਟੈਲੈਂਟ ਜਿਹੜੇ ਤੁਹਾਡੇ ਅੰਦਰ ਹਨ। ਜੇ ਕਿਸੇ ਨੂੰ ਸੰਗੀਤ ਦੀ ਨੌਲੇਜ ਹੈ ਤੇ ਉਹ ਸੰਗੀਤ ਦੀ ਨੌਲੇਜ ਫਿਰ ਕੀਰਤਨ ਰਾਹੀਂ ਹੋ ਕੇ ਸੰਗਤਾਂ ਤੱਕ ਪਹੁੰਚਾਏ, ਉਹਨਾਂ ਨੂੰ ਦੱਸੇ ਵੀ ਕੀ ਕਰਨਾ ਹੈ, ਕੀਰਤਨ ਦੀ ਕੀ ਹੈ ਮਹੱਤਤਾ, ਬਾਣੀ ਦੀ ਕੀ ਹੈ ਮਹੱਤਤਾ। ਜੇ ਆਪ ਨਹੀਂ ਪੜ੍ਹਨੀ ਆਂਦੀ ਤਾਂ ਦੂਸਰਾ ਨੂੰ ਬਾਣੀ ਪੜ੍ਹਨਾ ਸਿਖਾਏ, ਇਹ ਸੇਵਾ ਕਰੇ। ਇਹ ਗੁਰੂ ਦੀ ਸੇਵਾ ਬਹੁਤ ਉੱਤਮ ਹੈ। ਤੇ ਧਨ ਦੀ ਸੇਵਾ ਵੀ ਹੈ, ਉਹਨੂੰ ਦਾਨ ਕਹਿੰਦੇ ਹਨ। ਉਹ ਤਾਂ ਹੀ ਸੇਵਾ ਪ੍ਰਵਾਨ ਹੁੰਦੀ ਹੈ ਜਦੋਂ ਉਹਦੇ ਅੰਦਰ ਹੋ ਨਾ ਹੋਵੇ। ਜਨਰਲੀ ਦਾਨ ਦੇਣ ਵਾਲਿਆਂ ਦੀ ਪ੍ਰੋਬਲਮ ਇਹ ਆ ਜਾਂਦੀ ਹੈ, ਚੈੱਕ ਲਿਖਣ ਵਾਲਿਆਂ ਦੀ, ਕਿ ਉਹ ਸਮਝਦੇ ਹਨ ਕਿ ਮੈਂ ਚੈੱਕ ਲਿਖ ਰਿਹਾ ਹਾਂ, ਇਸ ਵਾਸਤੇ ਮੈਂ ਲਿਖੇ ਹਨ ਚੈੱਕ। ਔਰ ਕਈ ਅੱਜ ਕੱਲ ਸਿਰਫ ਆਰਗੇਨਾਈਜੇਸ਼ਨ ਹੀ ਬੜੀਆਂ ਜਿਹੜੀਆਂ ਇਨਕਰੇਜ ਕਰਦੀਆਂ ਹਨ ਇਸ ਬਿਹੇਵੀਅਰ ਨੂੰ ਬੜਾ, ਕਿ ਜਿਹੜਾ ਜ਼ਿਆਦਾ ਪੈਸੇ ਦੇਗਾ ਉਹਨੂੰ ਸਿਲਵਰ ਵਾਲਾ ਕੋਈ ਦੇਣਗੇ, ਜਿਹੜਾ ਉਸ ਤੋਂ ਜ਼ਿਆਦਾ ਜਾਏਗਾ ਉਹਨੂੰ, ਉਹ ਫਿਰ ਉਹ ਬੰਦਾ ਕਹਿੰਦਾ ਯਾਰ ਮੈਂ ਉੱਤੇ ਪਹੁੰਚ ਜਾਵਾਂ, ਮੈਨੂੰ ਮਿਲੇ ਉਹ ਵਾਲੀ ਉਪਾਧੀ ਮੈਨੂੰ। ਤੇ ਇਹੋ ਜਿਹੇ ਦਾਨ ਪ੍ਰਵਾਨ ਨਹੀਂ ਹੋਏ ਗੁਰੂ ਘਰ ਵਿੱਚ। ਇਹ ਭਟਕੇ ਹੋਏ ਹਨ ਸਾਰੇ। ਆਈ ਡੋਨਟ ਕੇਅਰ ਹੂ ਦੇ ਆਰ। ਇਹੋ ਜਿਹੇ ਦਾਨ ਗੁਰੂਆਂ ਨੇ ਪ੍ਰਵਾਨ ਨਹੀਂ ਕੀਤੇ। ਬੜੀ ਵਾਰੀ ਗੁਰੂ ਨਾਨਕ ਚਮਤਕਾਰ ਕਲਗੀਧਰ ਚਮਤਕਾਰ ਵਿੱਚ ਦਾਨ ਲੈਣ ਨੂੰ ਇਨਕਾਰ ਕਰ ਦਿੱਤਾ। ਨਹੀਂ, ਇਹ ਸੁੱਚਾ ਨਹੀਂ ਹੈ, ਨਹੀਂ ਲੈਣਾ ਅਸੀਂ। ਤੂੰ ਨਾਮ ਨਹੀਂ ਜਪਦਾ, ਤੇਰੀ ਸੇਵਾ ਪ੍ਰਵਾਨ ਨਹੀਂ ਹੋ ਸਕਦੀ। ਤੂੰ ਇਹ ਚੰਗੇ ਕਰਮ ਨਹੀਂ ਕਰਦਾ, ਤੇਰੀ ਸੇਵਾ। ਮੈਂ ਨਹੀਂ ਕਹਿੰਦਾ ਬੰਦ ਕਰ ਦਿਓ, ਮੈਂ ਕਹਿੰਦਾ ਸੇਵਾ ਉਹੀ ਪ੍ਰਵਾਨ ਹੈ ਜਿਹੜੀ ਸਪਿਰਿਚੁਅਲ ਹੋਵੇ, ਜਿਹੜੀ ਸਪਿਰਿਚੁਅਲ ਨਾਲ ਕਨੈਕਸ਼ਨ ਹੋਵੇ। ਜਿਹਦਾ ਕੋਈ ਵੀ ਸੇਵਾ ਕਿਸੇ ਕਿਸਮ ਦੀ ਕਰੇ, ਸੇਵਾ ਕਰਨ ਦੇ ਟਾਈਮ ਇਹ ਭਾਵ ਹੋਵੇ ਕਿ ਇਹਦੇ ਅੰਦਰ ਪ੍ਰਮਾਤਮਾ ਵਸਦਾ ਹੈ, ਮੈਂ ਇਹਨੂੰ ਪ੍ਰਮਾਤਮਾ ਰੂਪ ਜਾਣ ਕੇ ਇਹਦੀ ਸੇਵਾ ਕਰਦਾ ਪਿਆ ਹਾਂ। ਤੇ ਇਹ ਸੇਵਾ ਜਿਹੜੀ ਹੈ ਅੱਗੇ ਜਾ ਕੇ ਮਨ ਨਾਲ ਸੇਵਾ ਕਰਦਾ ਹੈ, ਸਾਰਾ ਕੁਝ ਕਰਦਾ ਹੈ, ਦਸਵੰਤ ਵੀ ਕਰਦਾ ਹੈ ਆਪਣਾ। ਤੇ ਮੈਂ ਹੁਣ ਇੱਕ ਗੱਲ ਦੀ ਮੈਂ ਹੁਣ ਅੱਗੇ ਜਾ ਕੇ ਕਰ ਦਿਆਂ ਕਿ ਸੇਵਾ ਕਰਨ ਵਾਲੇ ਵਿੱਚ ਜਿਹੜੇ ਵੱਡੀਆਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਜਿਹੜੀਆਂ ਹਨ, ਉਹ ਇਸ ਗੱਲ ਦਾ ਧਿਆਨ ਰੱਖੇ ਕਿ ਸੇਵਾ ਨੰਬਰ 1 ਇਹ ਮੈਂ ਲੈਟ ਮੀ ਰਾਈਟ ਦਿਸ ਥਿੰਗਸ ਡਾਊਨ। ਆਈ ਥਿੰਕ ਦਿਸ ਇਜ਼ ਇੰਪੋਰਟੈਂਟ ਫॉर ਅਸ ਟੂ ਨੋ। Okay, let me take a 2-second break, though I spoke a lot. Let me you know what, let me take a break for a second. ਹਾਂਜੀ, ਕੋਈ question ਹੋਏ ਤੇ ਦੱਸੋ ਜੀ। ਹੁਣ ਤਾਂ guys threw a lot of information out. ਸੁਰਿੰਦਰ ਜੀ, ਇੱਕ ਬੇਨਤੀ ਹੈ, ਉਹ ਇਹ ਵੇ ਕਿ ਸਾਰਿਆਂ ਨੂੰ ਮਿਊਟ ਜੇ ਕਰ ਦਿਆ ਕਰੋ ਹਰ ਵਾਰੀ ਤੇ ਬੜੀ ਮਿਹਰਬਾਨੀ ਹੋਏਗੀ। ਕੀ ਚੀਜ਼? I'm sorry, ਮਿਊਟ, ਮੈਂ ਕਿਹਾ ਮਿਊਟ ਸਾਰਿਆਂ ਨੂੰ ਕਰਤਾ ਜਾਏ। ਮੈਂ ਸੂਟੀ ਦੀਦੀ ਮੈਂ ਸੇਵਾ ਲਾਈ ਹੋਈ ਹੈ, ਕਿਉਂਕਿ ਉਹ ਇੰਨਾ ਜੋ ਦੱਸ ਰਹੇ ਹੋ ਇੰਨਾ ਕੀਮਤੀ ਹੈ ਕਿ ਇੱਕ ਅੱਖਰ ਵੀ ਬਿਨਾਂ ਸਮਝੇ ਔਖਾ। ਕੋਈ ਸਮਝੇ ਇਸ ਗੱਲ ਨੂੰ, ਕੋਈ ਬੜੀ ਮਿਹਰਬਾਨੀ। ਥੈਂਕ ਯੂ ਹਾਂਜੀ। any question so far, though ਸੇਵਕ ਦੇ ਉੱਤੇ ਜਾਂ ਸੇਵਾ ਦੇ ਉੱਤੇ?
ਪਰ ਇਹ ਗੱਲ ਯਾਦ ਰੱਖਣਾ ਕਿ ਸੇਵਾ ਪ੍ਰਮਾਤਮਾ ਨਾਲ ਜੁੜਨ ਦਾ ਵਸੀਲਾ ਹੈ, ਇੱਥੇ ਬਣਾਇਆ ਗਿਆ ਹੈ ਜੀ। ਅਲਟੀਮੇਟ ਗੋਲ ਜਿਹੜਾ ਹੈ ਉਹ ਸੇਵਾ ਅਲਟੀਮੇਟ ਗੋਲ ਹੈ, ਲੇਕਿਨ ਉਹਦੇ ਥਰੂ ਪ੍ਰਮਾਤਮਾ ਦੀ ਪੂਜਾ ਹੈ, ਨਾਮ ਦੀ ਪ੍ਰਾਪਤੀ ਹੈ। ਤੇ ਜੇ ਉਹ ਨਹੀਂ ਤੇ ਫਿਰ ਕੁਝ ਵੀ ਨਹੀਂ, ਫਿਰ ਉਹ ਹੋਣੀ ਬਹੁਤ ਜ਼ਰੂਰੀ ਹੈ। ਸੋ ਇਫ nobody has any question, let me continue. It would be nice to finish this thing today. I would rather not take it next week. ਮੈਂ ਚਾਰ ਚੀਜ਼ਾਂ ਮੈਂ ਲਿਖਣਾ ਚਾਹੁੰਦਾ ਇੱਥੇ ਕਿ ਸੇਵਾ ਕਰਨ ਵਾਲੇ ਵਿੱਚ ਇੱਕ ਗੱਲ ਦਾ, ਇਹਨਾਂ ਚੀਜ਼ਾਂ ਦਾ ਬੜਾ ਧਿਆਨ ਰਵੇ ਕਿ ਜਿਹੜਾ ਸੇਵਕ ਹੋਏ, ਜਿਹੜਾ ਨੰਬਰ 1 ਤੇ ਉਹ ਨਿਸ਼ਕਾਮ ਹੋਵੇ, ਉਹ ਬਹੁਤ ਇੰਪੋਰਟੈਂਟ ਹੈ। ਕਈ ਵਾਰੀ ਗੁਰਬਾਣੀ ਵਿੱਚ ਨਿਰਵਾਣ ਵਰਡ ਵੀ ਆਇਆ ਹੈ। ਜੇ ਸੇਵਾ ਨਿਸ਼ਕਾਮ ਨਹੀਂ ਹੈ ਨਾ, ਜੇ ਉਹਦੇ ਪਿੱਛੇ ਕੋਈ ਲੈਣ ਦੇਣ ਦਾ ਚੱਕਰ ਹੈ ਕੋਈ, ਤੇ ਫਿਰ ਉਸਨੂੰ ਉਹ ਸੇਵਾ ਇਸ ਕੈਟੇਗਰੀ ਚ ਨਹੀਂ ਆਉਂਦੀ ਜੋ ਅੱਜ ਮੈਂ ਡਿਸਕ੍ਰਾਈਬ ਕੀਤੀ ਹੈ। ਜੇ ਕਿਸੇ ਕਿਸਮ ਦੀ ਐਕਸਪੈਕਟੇਸ਼ਨ ਹੋਵੇ ਉਹਦੇ ਬਦਲੇ ਕਿ ਮੇਰਾ ਨਾਮ ਉੱਚਾ ਹੋ ਜਾਏਗਾ ਜੀ, ਜੇ ਮੈਂ ਪੜਾਵਾਂਗਾ ਤੇ ਵਾਹ ਕਰਨਗੇ ਮੇਰੇ ਲੋਕ, ਜਾਂ ਮੈਂ ਗੁਰਦੁਆਰੇ ਦਾ ਪ੍ਰੈਜ਼ੀਡੈਂਟ ਬਣ ਜਾਵਾਂਗਾ, ਜਾਂ ਮੈਨੂੰ ਕੁਝ ਮਿਲ ਜਾਏਗਾ ਉਹਦੇ ਬਦਲੇ, ਜਾਂ ਮੈਨੂੰ ਉਹਦੇ ਕੋਈ ਕਲਾਇੰਟ ਮਿਲ ਜਾਏਗਾ, ਜਾਂ ਨੇੜੇ ਆਵਾਂਗਾ ਫਲਾਣੀ ਚੀਜ਼ ਮਿਲ ਜਾਏਗੀ ਕੋਈ, परमात्मा की भक्ति तो सिवाय अगर कोई होर निष्काम ना, अगर कोई कामना होवे ना किसी चीज की भी उहदे बदले कि मैं कीता है, मेरे इहदे बदले मेरी वाह होनी चाहिए है, मैं फलाने लंगर चलाए हैं, या फलानी गल कीती है गुरुद्वारे, या फलानी ड्राइव कीती है गुरुद्वारे, तो लोग कहन जी हुण मैं आई वांट सम रिकॉग्निशन फॉर दैट, और जा कवे ना, लेकिन मन अंदर ये आ जावे गल की रिकॉग्निशन होनी चाहिए इस चीज, लोग कहन जी बड़ी जबरदस्त कीता इन्होंने, या उहदे पिछे कोई कारण होवे करन दे पिछे, ਉਹ सेवा इस सेवा जिहड़ी आज जिहड़ी डिस्कशन कीती है इस दायरे विच नहीं आएगी, फिर वो सेवा नहीं है, कुछ और है। फिर वो गुरबाणी च बड़ी बड़ी निष्काम वर्ड भी आया है ते निर्वाण वर्ड भी आया है, इत्थे तक वर्ड आए हैं निर्वाण कीर्तन गावो करते का, कीर्तन भी निर्वाण होवे, ते जे कीर्तन निर्वाण नहीं है ते फिर कीर्तन भी नहीं है कोई। जे कीर्तन गाण दे पिछे भी कुछ होवे कि पैसे कमाण वास्ते कर रहा मैं, हाँ जी, जे कीर्तन दे पिछे ये होवे कि जी ये लोग कहणगे वाह वाह सुरिंदर ने सिखाया देखो, या किसी होर कितना अच्छा कीर्तन करता पिया है, निर्वाण ना होवे कीर्तन, हाँ जी, या किसी होर ने सिखाया या कोई होर पिछे गल कोई होवे, या निर्वाण ना होवे व्याख्या, निर्वाण ना होवे तुहाडी सेवा वो कबूल नहीं है, गुरु घर च नहीं मन्नी गई। निष्कामता होनी बहुत इंपॉर्टेंट है, किसी किस्म दी एक्सपेक्टेशन ना होवे, अंदरों रत्ती भर दी कोई एक्सपेक्टेशन नहीं हो, वो करे ये जान के कि ये मैं अपने परमात्मा की सेवा करता पिया, ये मेरे अगे ये मेरा गुरु का हुक्म है, मैं इसनू परमात्म रूप जान के कोशिश करता पिया, ये नहीं है किसी ने कोई चीज दी है तो उहदे बदले मैंने कोई चीज मिले कोई और। दूसरी गल होवे, ये बहुत इंपॉर्टेंट है कि निष्कपट होवे सेवा, कोई मोटिव ना होण पिछे, कोई कनिंग मोटिव ना होवे कोई पिछे, है जी, निष्कपट होवे बिल्कुल, कोई यो जा मोटिव ना होवे लग्या होया, कोई पिछे कोई कपटी मोटिव ना होवे करन दा, किसी नूं नीचा दिखाण दा, ये करदा है ते मैं भी करांगा इसनूं दिखाण वास्ते कि मैं तेरे तो बेटर कर सकदा, ये करदा है ते मैं भी ये गल करां, जे इन्ने आ ड्राइव कीती है ते मैं भी करांगा हुण जाके, ये दिखाण वास्ते कि मैं तुहाडे तो बेटर कर सकदा। जे निष्कपट नहीं है, निष्काम नहीं है, तो वो मेरी जिहड़ी ओ सेवा दी अज जिहड़ी डिस्कशन आई है उस दायरे विच नहीं आंदे वर्ड वाले, वो सेवा नहीं है, कुछ होर है फिर वो। ते तीसरी जिहड़ी सब तो बड़ी इंपॉर्टेंट गल है कि सारी सेवा कीती होई अत निम्रता विच होवे, अपने नूं दूसरियां दी धूल समझे बंदा, अपने नूं दूसरियां दी चरण धूल समझे, अपने आप नूं नीवा गिनाए सेवा करने वाला, अत नीवा गिनाए अपने आप नूं, अपने आप नूं लकी समझे कि मैनू सेवा दी गई है, अपने आप नूं ये महसूस होवे कि मैं बड़ा फॉर्चुनेट हाँ, बड़ा
मेरे ते गुरु दी भारी किरपा हुई है जे मेरे ये इतना वड्डा काम मेरी झोली च पिया है। मेरा निम्रता वाला होवे, निष्काम वाला ना होवे, निष्कपट वाला ना होवे, अत निम्रता विच सेवा होवे, अपने आप नू दासन दास जनाए, अपने आप नू ਹਾਲੇ ਤੱਕ ਸਾਡੂ ਚਰਨ ਧੂਲਦੀ ਹੈ ਨਾ। ਹਾਲੇ ਵੀ ਬੰਗਲਾ ਸਾਹਿਬ ਜਾਓ, ਕਿਤੇ ਗੁਰਦੁਆਰੇ ਜਾਓ ਤੇ ਲੋਕ ਜਿਹੜੇ ਤੁਹਾਡੇ ਸ਼ੂਜ਼ ਲੈਂਦੇ ਹਨ, ਬੜੇ ਲੋਕ ਮੱਥਾ ਉਸ ਹਾਲੇ ਵੀ ਹੁਣ ਨਹੀਂ ਹੈ, ਪਹਿਲੇ ਤੇ ਹੈ ਸੀ ਨਾ ਰੂਲ। ਉਹਦੇ ਜਿਹੜੀ ਚਰਨ ਧੂਲ ਹੈ ਉਹ ਮਲਦੇ ਹਨ ਉਹਦੇ ਸ਼ੂਜ਼ ਦੀ ਆਪਣੇ ਮੱਥੇ ਦੇ ਉੱਤੇ। ਕਿਉਂ? ਕਿ ਇਹਦੇ ਨਾਲ ਨਿਮਰਤਾ ਆਉਂਦੀ ਹੈ। ਨਿਮਰਤਾ ਜਿਹੜੀ ਹੈ ਉਹ ਬਿਲਡਅਪ ਹੁੰਦੀ ਹੈ ਇਹਦੇ ਅੰਦਰ ਨਾਲ। ਜੇ ਨਿਸ਼ਕਾਮ ਤੇ ਨਿਸ਼ਕਪਟ ਹੈ ਤੇ ਫਿਰ ਉਹ ਸੇਵਾ ਹੈ ਹੀ ਨਹੀਂ। ਤੇ ਨਿਮਰਤਾ ਵਾਲਾ ਹੋਵੇ, ਨਿਮਰਤਾ ਨਾਲ ਸੇਵਾ ਕਰੇ, ਤੇ ਨਿਮਰਤਾ ਨਾਲ ਸੇਵਾ ਕਰੇ ਤੇ ਸ਼ੁੱਧ ਹਿਰਦੇ ਨਾਲ ਕਰੇ, ਪਿਓਰਿਟੀ ਆਫ ਹਾਰਟ ਨਾਲ ਕਰੇ, ਹਿਰਦਾ ਸ਼ੁੱਧ ਹੋਵੇ ਉਹਦਾ, ਮੈਲੇ ਮੋਟਿਵਸ ਨਾਲ ਨਾ ਜਾਏ ਉੱਥੇ। ਤੇ ਲਾਸਟ ਜਿਹੜੀ ਕੁਆਲਿਟੀ ਮੈਂ ਲਿਖਣ ਲੱਗਾ, ਇਹਦੇ ਤੇ ਖਾਸ ਕਰਕੇ ਫੋਕਸ ਕਰਿਓ। और बाकी बाय द वे ਜਿਹੜੇ ਨੋਟਸ ਜਿਹੜੇ ਮੈਂ ਲਿਖਦਾ ਪਿਆ ਸਾਰੇ ਕੋਈ ਮੇਰੇ ਆਪਣੇ ਨਹੀਂ ਹਨ, ਮੈਂ ਵੀ ਵੱਡਿਆਂ ਤੋਂ ਸਿੱਖੇ ਹਨ। ਸਾਰਾ ਗੁਰਮਤਿ ਮਾਰਤੰਡ ਵਿੱਚ ਬੜਾ ਕੁਝ ਮਿਲਿਆ ਮੈਨੂੰ, ਬੜੀਆਂ ਕਿਤਾਬਾਂ ਤੋਂ। ਕੋਈ ਮੇਰਾ ਕੋਈ ਕ੍ਰੈਡਿਟ ਨਹੀਂ ਇਹਦੇ, ਜ਼ਰਾ ਵੀ ਰੱਤੀ ਭਰਦਾ ਇਹਦੇ ਚ। ਇਹ ਪੜ੍ਹਾ ਕੇ ਤੁਹਾਨੂੰ ਦੂਸਰਿਆਂ ਦੀ ਪੜ੍ਹੀਆਂ ਹੋਈਆਂ ਚੀਜ਼ਾਂ, ਰੀਟੈਲਿੰਗ ਦਾ ਸਟੋਰੀ ਹੈ ਮੇਰੀ, ਕੋਈ ਆਪਣੀ ਮੇਰੀ ਕੋਈ ਓਰੀਜਨਲ ਸਟੋਰੀ ਨਹੀਂ ਹੈ ਕੋਈ। ਤੇ ਅਖੀਰਲੀ ਕੁਆਲਿਟੀ ਮੈਂ ਦੱਸ ਦਿਆਂ ਉਹ ਇਹ ਹੈ ਕਿ ਸੇਵਾ is it okay if I erase everything? Does anybody want to write though? Is that okay? I'm going to wait for another 10 seconds. ਤੇ ਮੈਂ ਹੁਣ erase ਕਰਨ ਵਾਲਾ ਸਾਰਾ, ਤੇ ਹੁਣ ਮੈਂ ਜਿਹੜੀ ਗੱਲ ਲਿਖਣ ਵਾਲਾ ਉਹ ਧਿਆਨ ਨਾਲ ਸੁਣਿਓ ਬਹੁਤ, ਕਿਉਂਕਿ ਬਹੁਤ ਵਾਰੀ ਲੋਕ ਹੈ ਇਹ ਇਸ ਗੱਲ ਦੇ ਉੱਤੇ ਫੋਕਸ ਨਹੀਂ ਕਰ ਪਾਉਂਦੇ ਤੇ ਉਹ ਸੇਵਾ ਜਿਹੜੀ ਹੈ ਫਿਰ ਉਹ ਸੇਵਾ ਦੀ ਉਹ ਕੁਆਲਿਟੀ ਰਹਿ ਨਹੀਂ ਜਾਂਦੀ ਸੇਵਾ ਕਰਨ ਦੀ। ਸੇਵਕ ਜਿਹੜਾ ਹੈ ਜਦੋਂ ਸੇਵਾ ਕਰੇ ਕਿਸੇ ਦੀ ਜਾਂ ਕਿਸੇ ਚੀਜ਼ ਦੀ ਵੀ ਸੇਵਾ ਕਰੇ ਤੇ ਉਹ, ਮੈਂ ਇੱਥੇ ਲਿਖ ਦੇਣਾ ਇੱਥੇ, ਉਹ ਚਿੱਤ ਲਾਏ ਸੇਵਾ ਕਰੇ, ਚਿੱਤ ਲਾ ਕੇ ਪੂਰੀ ਇਮਾਨਦਾਰੀ ਨਾਲ। ਇਹ ਨਹੀਂ ਹੈ ਕਿ ਆਫਿਸ ਜਾਏ ਜਦੋਂ ਤੇ ਕੋਈ ਕੰਮ ਕਰੇ ਤੇ ਬੜੀ ਧਿਆਨ ਨਾਲ ਕਰੇ ਕੰਮ, ਬੜਾ ਇਮਾਨਦਾਰੀ ਨਾਲ ਕੰਮ ਕਰੇ, ਹਾਂਜੀ, ਕਿਉਂਕਿ ਉੱਥੇ ਪੈਸੇ ਮਿਲਨੇ ਹਨ, ਕਲਾਇੰਟ ਨਾਰਾਜ਼ ਨਾ ਹੋ ਜਾਣ, ਬੌਸ ਨਾਰਾਜ਼ ਨਾ ਹੋ ਜਾਏ। ਤੇ ਗੁਰਦੁਆਰੇ ਸੇਵਾ ਕਰਨ ਆਏ ਜਾਂ ਕਿਤੇ ਹਸਪੀਟਲ ਜਾਏ ਸੇਵਾ ਕਰਨ ਤੇ ਫਿਰ ਅਤਪਚਿੱਤੀ ਸੇਵਾ ਕਰੇ ਵੀ ਕੋਈ ਗੱਲ ਨਹੀਂ, ਅੱਧਾ ਸਿੱਖ ਲਿੱਤਾ ਸ਼ਬਦ ਤੇ ਠੀਕ ਹੈ, ਕੋਈ ਗੱਲ ਨਹੀਂ। ਜੇ ਮਾਂ ਗਾ ਨਹੀਂ ਠੀਕ ਲੱਗ ਰਿਹਾ ਤੇ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਕਿਹੜੇ ਮੈਨੂੰ ਪੈਸੇ ਮਿਲਦੇ ਪਏ ਨਹੀਂ, I'm not getting paid for this, so ਠੀਕ ਹੈ, ਜਗ ਹੁੰਦਾ ਪਿਆ, ਠੀਕ ਹੈ, it's not the end of the world, ਕੀ ਕਹੇਗਾ ਬੰਦਾ ਮੇਰੇ ਵਾਸਤੇ, ਹਾਂਜੀ, ਠੀਕ ਹੈ ਜੀ। ਜੇ ਬਾਣੀ ਪੜ੍ਹਾਉਣਾ ਸਿੱਖ ਰਿਹਾ ਹੈ ਤੇ ਚਿੱਤ ਲਾ ਕੇ ਨਾ ਕਰੇ, ਠੀਕ ਹੈ, ਜਿੰਨੀ ਸਿੱਖ ਲਿੱਤੀ ਆਪੇ ਤਰਫੋਂ। ਜੇ 8 ਵਜੇ ਕਲਾਸ ਸ਼ੁਰੂ ਹੁੰਦੀ ਹੈ ਤੇ ਆਪੇ 8:30 ਵਜੇ ਆਏ। ਕਿਉਂ? ਕਿਉਂਕਿ ਮੈਂ ਕਿਹੜਾ ਕੋਈ, ਮੈਨੂੰ ਕਿਹੜੇ ਪੈਸੇ ਮਿਲਦੇ ਪਏ ਨੇ, I'm not obligated to be here at 8। ਚਿੱਤ ਲਾ ਕੇ ਸੇਵਾ ਨਾ ਕਰੇ, ਨਿਮਰਤਾ ਨਾਲ ਸੇਵਾ ਨਾ ਕਰੇ। ਤੇ ਅਨਫੋਰਚੂਨੇਟਲੀ ਜੇ ਅਖੀਰਲੀ ਵੀ ਅਗਰ ਸਟੇਜ ਤੁਸੀਂ ਨਹੀਂ ਅਗਰ ਐਕਸੈਪਟ ਕੀਤੀ ਤੇ ਉਹ ਸੇਵਾ ਪ੍ਰਵਾਨ ਨਹੀਂ ਹੋਣੀ। ਜੇ ਮੈਂ ਤੁਹਾਨੂੰ ਦੱਸ ਰਿਹਾ, ਜੇ ਉਹ ਆਪਣੇ ਕੰਮ ਵਿੱਚ ਜੇ ਤੁਸੀਂ ਜਿਹੜੀ ਵਰਤਦੇ ਹੋ ਜਿਹੜੀ ਚੀਜ਼, ਉਹ ਚੀਜ਼ ਜਿਹੜੀ ਹੈ ਤੁਸੀਂ ਉਹ ਸੇਵਾ ਕਰਨ ਦੇ ਟਾਈਮ ਉਹਨੂੰ ਆਪਣੇ ਸਟੈਂਡਰਡ ਆਪਣੇ ਲੋ ਕਰ ਲਿੱਤੇ ਆਪਣੇ, ਹਾਂਜੀ, ਇਹ ਦਿਖਾਇਆ ਕਿ ਜੀ ਇਹ ਮੇਰੇ ਸਟੈਂਡਰਡ ਹੁਣ ਜਿਹੜੇ ਲੋਅਰ ਹੋ ਗਏ ਸਟੈਂਡਰਡ, ਕਿਉਂਕਿ ਉਹ ਸੇਵਾ ਵਾਲਾ ਸਟੈਂਡਰਡ ਡਿਫਰੈਂਟ ਹੈ ਮੇਰਾ, ਕਿਉਂਕਿ ਹੁਣ ਮੈਂ ਉਹ ਚੀਜ਼ ਨਹੀਂ ਕਰਨੀ। ਕਈ ਵਾਰੀ ਕੋਈ ਇਹੋ ਜਿਹੀ ਗੱਲ ਕੋਈ ਬੰਦਾ ਜਦੋਂ ਕਰਦਾ ਹੈ ਤੇ ਮੈਂ ਹੈਰਾਨ ਰਹਿ ਜਾਂਦਾ ਕਿ ਕਮਾਲ ਹੈ ਯਾਰ, ਜਿੱਥੋਂ ਸਭ ਕੁਝ ਮਿਲਿਆ ਹੈ ਤੈਨੂੰ, ਜਿਹੜਾ ਸਭ ਕੁਝ ਦੇਣ ਵਾਲਾ ਹੈ, ਜੇ ਉਹਦੀ ਸੇਵਾ ਵਿੱਚ ਜੁੜਿਆ ਹੋਇਆ ਹੈ ਤੇ ਉੱਥੇ ਜਾ ਕੇ ਤੂੰ ਅਗਰ ਨਹੀਂ ਕਰੇਗਾ ਕੰਮ, ਬਾਕੀ ਦੁਨੀਆ ਵਿੱਚ ਜਾ ਕੇ ਕਰਦਾ ਹੈ ਸਾਰੇ ਕੰਮ, ਤੇ ਇਹ that is not right। ਜਿਹੜੇ ਚਿੱਤ ਲਾ ਕੇ ਨਹੀਂ ਕਰਦੇ ਸੇਵਾ, ਉਹ ਬਾਣੀ ਬੜੀ ਵਾਰੀ ਲਾਇਆ ਹੈ, ਕਿਹੜੀ ਗਾਖੜੀ ਸੇਵਾ ਹੈ, ਗੁਰੂ ਕੀ ਚਿੱਤ ਲਾਏ ਵਰਡ ਬੜੀ ਵਾਰੀ ਆਇਆ ਹੈ ਗੁਰਬਾਣੀ ਵਿੱਚ। ਸੇਵਾ ਚਿੱਤ ਲਾ ਕੇ ਕਰਨੀ ਹੈ ਉਸਨੇ, ਸੇਵਾ ਇਕਮਿਕ ਹੋ ਕੇ ਕਰਨੀ ਹੈ ਉਸਨੇ, ਉਸੇ ਤਰ੍ਹਾਂ ਚਿੱਤ ਲਾ ਕੇ ਜਿਸ ਤਰ੍ਹਾਂ ਪੈਸੇ ਕਮਾਉਣ ਵਿੱਚ ਹੁੰਦੀ ਹੈ, ਉਹੀ ਸਿਮਿਲਰ ਸਟੈਂਡਰਡ ਅਪਲਾਈ ਹੁੰਦੇ ਹਨ ਇੱਥੇ ਸੇਵਾ ਦੇ ਉੱਤੇ। Yeah, I'm going to erase that. I'm going to clear my drawing and stop sharing the screen for a second. Anji. Yeah, this is the reason I do not like people who have their cameras off, because if the cameras are off and the microphones are also off,
You can be doing anything. So for example, whatever is going on here, nobody is listening. ਇਹ ਗੁਰਬਾਣੀ ਦਾ ਬਹੁਤ ਵੱਡਾ ਨਿਰਾਦਰ ਹੈ, you know, ਬਾਣੀ ਦਾ, ਕੀਰਤਨ ਦਾ, ਬਾਣੀ ਦਾ, ਇਹ ਬਹੁਤ ਵੱਡੀ disrespect ਹੈ, ਬਹੁਤ ਵੱਡੀ, ਜਿਹੜੀ ਕਰਦੇ ਹਨ ਉਹ ਠੀਕ ਨਹੀਂ ਕਰਦੇ ਕੰਮ, ਪਰ ਹੁਣ ਕੀ ਕਵੇ ਬੰਦਾ, you know. One should not join if one is not able to listen. Then need not join. That's fine. I'll teach to 4 people. You know, whatever they are, whoever they come. You know, but ਲਗਾ ਕੇ ਤੁਸੀਂ ਕੁਝ ਹੋਰ ਪਿੱਛੇ ਗੱਲਾਂ ਕਰੋ ਤੇ ਉਹ ਗੁਰਬਾਣੀ ਦਾ ਮੇਰਾ ਨਿਰਾਦਰ ਨਹੀਂ ਹੈ, ਮੇਰੇ ਗੁਰੂ ਦਾ ਨਿਰਾਦਰ ਬਹੁਤ ਵੱਡਾ ਹੈ, ਕਿਉਂਕਿ ਮੈਂ ਆਪਣੀ ਗੱਲ ਨਹੀਂ ਕਰਦਾ ਪਿਆ ਅੱਜ. So any questions so far? I probably you guys didn't realize in that depth ਹੈ ਸੇਵਾ ਦੇ concepts, you know. So ਇਹ ਹੁਣ ਜਦੋਂ ਫਲੋੜੋ ਇਸ ਚੈਪਟਰ ਨੂੰ ਤੇ ਫਿਰ ਪਤਾ ਲੱਗਦਾ ਹੈ ਕਿ ਕੀ ਇੰਪੋਰਟੈਂਸ ਹੈ ਇਸ ਗੱਲ ਦੀ. ਹਾਂਜੀ, I'll wait for a second. ਤੇ ਲਾਸਟ ਵਿੱਚ I'm just going to end it ਬੇਦੀ ਸੇਵਾ ਦਾ ਸ਼ਲੋਕ ਮੈਂ ਇੱਕ ਕਰਾਂਗਾ. ਭਾਈ ਗੁਰਦਾਸ ਦੇ ਵੀ ਇੱਕ ਆਂਦੀ ਹੈ ਲਾਈਨ ਕਿ ਬਿਨ ਸੇਵਾ ਤ੍ਰਿਗ ਹੱਥ ਪੈਰ ਹੋਰ ਸਨੇਫਲ ਕਰਨੀ. ਇਹ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚੋਂ ਵੀ ਲਾਈਨ ਹੈ, ਪਰ ਇੱਕ ਮੈਂ ਸ਼ਲੋਕ ਜਿਹੜਾ ਸੰਸਕ੍ਰਿਤੀ ਦਾ ਬੜੀ ਵਾਰੀ ਸ਼ੇਅਰ ਕਰ ਆਇਆ, ਪਹਿਲੇ ਦੁਬਾਰਾ ਸ਼ੇਅਰ ਕਰਾਂਗਾ ਤਾਂ ਕਿ ਤੁਹਾਨੂੰ ਹਾਲੇ ਵੀ ਕੋਈ ਡਾਊਟਸ ਹੋਣ ਸੇਵਾ ਬਾਰੇ ਤੇ ਉਹ ਵੀ ਨਿਕਲ ਜਾਣ ਤੁਹਾਡੇ ਮਨ ਤੋਂ. ਹਾਂਜੀ, ਐਨੀ ਕੁਐਸਚਨਸ ਸੋ ਫਾਰ? Really, the word nirvan was not too clear. Sorry, Ji. I was asking the same questions. The nishkam and nirban. I just Yes, the nirban word was not too clear. In ਨਿਰਬਾਣ and ਨਿਸ਼ਕਾਮ are the same word. ਨਿਰਬਾਣ ਦਾ ਮਤਲਬ ਹੈ ਬਿਨਾਂ ਕਿਸੇ ਕਾਮਨਾ ਤੋਂ, ਬਿਨਾਂ ਕਿਸੇ ਐਕਸਪੈਕਟੇਸ਼ਨ ਤੋਂ, ਤੇ ਨਿਸ਼ਕਾਮ ਦਾ ਵੀ ਉਹ ਮਤਲਬ ਹੈ ਕਿਸੇ ਬਿਨਾਂ ਕਿਸੇ ਕਾਮਨਾ ਤੋਂ, ਬਿਨਾਂ ਕਿਸੇ ਐਕਸਪੈਕਟੇਸ਼ਨ ਤੋਂ. ਬਸ ਅਨੀਸ਼ਾ ਦੀਦੀ ਇਸ ਗੱਲ ਦਾ ਯਾਦ ਰੱਖਣਾ ਕਿ ਜਿੱਥੇ ਐਕਸਪੈਕਟੇਸ਼ਨ ਆਈ ਤੇ ਉਹ ਸੇਵਾ ਦੇ ਦਾਇਰੇ 'ਚ ਨਹੀਂ ਆਉਂਦੀ, ਉਹ ਫਿਰ ਉਹ ਸੇਵਾ ਨਹੀਂ, ਫਿਰ ਕੁਝ ਹੋਰ ਹੈ. It doesn't matter what you do. Virji, but Moment the expectation enters the door, right. that issue of seva is then there's something else going on. Seva nahi hai. Hanji. Even if the expectation is as pure as ki Rab mainu apne naal la le, wo bhi expectation ਉਹ expectation ਨਹੀਂ, ਉਹ ਭਗਤੀ ਦੀ expectation, ਉਹ ਵੇ expectation ਕਿ ਮੇਰੀ ਸੇਵਾ ਥਾਂ ਪੈ ਜਾਵੇ. ਇਹ ਅਰਦਾਸ ਜ਼ਰੂਰ ਕਰੇ ਕਿ ਹੇ ਦਾਤਾ, ਇਹ ਜੋ ਮੈਂ ਕਰ ਰਿਹਾ ਹਾਂ, ਜੋ ਮੇਰੇ ਕੋਲ ਤੁਸੀਂ ਕਰਵਾ ਰਹੇ ਹੋ ਕੰਮ, ਇਹ ਥਾਂ ਪਵੇ ਸੇਵਾ ਮੇਰੀ. ਇਹ ਤੁਸੀਂ ਕਰੋ ਹਿੰਮਤ ਮੇਰੇ ਤੇ, ਤੁਸੀਂ ਬਖਸ਼ਿਸ਼ ਕਰੋ, ਮੇਰੇ ਹੱਥ ਸਿਰ ਤੇ ਹੱਥ ਰੱਖੋ ਕਿ ਮੈਂ ਜੋ ਮੇਰੇ ਕੋਲ ਕਰਵਾ ਰਹੇ ਹੋ ਹੁਣ, ਇਹ ਥਾਂ ਪਵੇ ਮੇਰੀ ਸੇਵਾ. ਤੁਸੀਂ ਖੁਸ਼ ਹੋ ਜਾਵੋ ਮੇਰੇ, ਤੁਸੀਂ ਪ੍ਰਸੰਨ ਹੋ ਜਾਵੋ, ਤੁਹਾਨੂੰ ਖੁਸ਼ ਕਰ ਲਵਾਂ ਕਿਸੇ ਵੀ ਤਰੀਕੇ ਨਾਲ, ਤੁਹਾਡੀ ਪ੍ਰਸੰਨਤਾ ਹਾਸਲ ਕਰ ਲਵਾਂ. ਤੇ ਜੇ ਉਹਦੀ ਪ੍ਰਸੰਨਤਾ ਹਾਸਲ ਕਰਨੀ ਹੈ ਤੇ ਫਿਰ ਇਹ ਕੁਆਲਿਟੀਜ਼ ਰੱਖਣੀਆਂ ਪੈਣਗੀਆਂ. ਯਾਦ ਰੱਖਣਾ, ਪ੍ਰਮਾਤਮਾ ਦੇ ਰਸਤੇ ਤੇ, ਉਸ ਰਸਤੇ ਤੇ ਪਹੁੰਚਣਾ, ਉੱਥੇ ਉਸ ਸੱਚਖੰਡ ਦੀ ਅਵਸਥਾ ਤੇ ਪਹੁੰਚਣਾ, ਧਰਮਖੰਡ ਤੋਂ ਨਿਕਲ ਕੇ ਰਸਤਾ ਜਾਂਦਾ ਹੈ ਸੱਚਖੰਡ ਦਾ, ਧਰਮਖੰਡ ਤੋਂ ਨਿਕਲਦਾ ਹੈ ਰਸਤਾ, ਪਿਓਰਿਟੀ ਤੋਂ ਨਿਕਲਦਾ ਹੈ ਰਸਤਾ. ਹਾਂਜੀ, ਹਰ ਚੌਥੜੀ ਲਾਭ ਮਨ ਸਹਿਜ ਪਿਆ, ਹਰ ਪਾਇਆ ਬਲਰਾਮ ਜੀਓ. ਚੌਥੜੀ ਲਾਭ ਵਿੱਚ ਸਹਿਜ ਦੀ ਅਵਸਥਾ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਹੈ, ਲੇਕਿਨ ਸ਼ੁਰੂਆਤ ਕਿੱਥੋਂ ਹੁੰਦੀ ਹੈ? ਹਰ ਪਹਿਲੜੀ ਲਾਭ ਪ੍ਰਵਿਰਤੀ ਕਰਮ ਦ੍ਰਿੜਾਇਆ ਬਲਰਾਮ ਜੀਓ ਤੋਂ ਸ਼ੁਰੂ ਹੁੰਦੀ ਹੈ ਜਰਨੀ. ਪ੍ਰਵਿਰਤੀ ਕਰਮ ਵਿੱਚ ਦ੍ਰਿੜ ਹੋਏਗਾ ਤਾਂ ਸਹਿਜ ਦੀ ਅਵਸਥਾ ਵਿੱਚ ਚੌਥੇ ਚ ਪਹੁੰਚੇਗਾ. ਜੇ ਪ੍ਰਵਿਰਤੀ ਕਰਮ ਵਿੱਚ ਹੀ ਰਹਿ ਗਿਆ, ਜੇ ਦੁਨਿਆਵੀ ਕਰਮਾਂ ਵਿੱਚ ਹੀ ਲੈ ਗਿਆ ਤੇ ਅੱਗੇ ਨਾ ਵੱਧ ਪਾਇਆ ਅਗਰ, ਤੇ ਯਾਦ ਰੱਖਣਾ ਜਿੱਥੇ ਪ੍ਰਵਿਰਤੀ ਕਰਮ ਦੀ ਪੋਜ਼ਿਟਿਵ ਕੋਨੋਟੇਸ਼ਨ ਵਿੱਚ ਲਾਵਾਂ ਦੇ ਵਿੱਚ ਪਹਿਲੀ ਲਾਮ ਵਿੱਚ ਵਰਡ ਆਏ ਹਨ, ਸ਼ਲੋਕ ਸੰਸਕ੍ਰਿਤੀ ਵਿੱਚ ਪ੍ਰਵਿਰਤੀ ਕਰਮ ਨੂੰ ਨੈਗੇਟਿਵਿਟੀ ਟੋਨ ਵਿੱਚ ਹੀ ਵਰਡ ਆਇਆ ਹੈ. ਪ੍ਰਵਿਰਤ ਕਰਮ ਬਿਰਤੰਤ ਬਿਨਾਸਨੰ ਵਰਡ ਆਏ ਹਨ ਸ਼ਲੋਕ ਸੰਸਕ੍ਰਿਤੀ ਵਿੱਚ. ਜੇ ਪ੍ਰਵਿਰਤੀ ਦੇ ਦੁਨਿਆਵੀ ਕਰਮਾਂ ਵਿੱਚ ਰਹਿ ਗਿਆ ਤੇ ਇਹ ਫਿਰ ਵਿਨਾਸ਼ ਦਾ ਰਸਤਾ ਚੁਣ ਲਿੱਤਾ ਇਸਨੇ. ਜੇ ਪ੍ਰਵਿਰਤੀ ਕਰਮ ਤੋਂ ਦੂਜੀ ਲਾਮ ਵਿੱਚ ਸਤਿਗੁਰ ਪੁਰਖ ਮਿਲਾਇਆ ਤੇ ਵੈਰਾਗੀਆ ਮਨ ਚਾਓ ਪਿਆ, ਵੈਰਾਗੀਆ ਵਿੱਚ ਆਇਆ ਤੇ ਆ ਕੇ ਸਹਿਜ ਵਿੱਚ ਚੌਥੀ ਲਾਮ ਵਿੱਚ ਆ ਗਿਆ ਤੇ ਪ੍ਰਵਾਨ ਹੈ ਉਹ ਵਾਲਾ. ਤੋ ਇਸ ਗੱਲ ਦਾ ਚੇਤਾ ਰੱਖਿਓ. ਹਾਂਜੀ, ਸੋ ਹਾਂਜੀ. Anybody else has any question before it'll probably take another 5-6 minutes, so we'll end by 10:20 today for sure. Hanji, I will wait for see if anybody else has any questions. Vijay, I just had a quick comment. So jara Chitlaya, I think that is the closest that would connect you back to Simran. Thank you. It is absolutely. और जे चित लाए नहीं है तो फिर कुछ भी नहीं है. फॉर एग्जाम्पल कोई भी किस्म की सेवा कर दी हो, let's say
कोई, और मैं अपने प्रोफेशन की गल ला ला, लेट्स से आई प्रिपेयर टैक्स रिटर्न्स फॉर पुअर पीपल। बड़ी पहले एक बारी होया सी मेरे नाल, ਜਿਹੜੇ नहीं कर सकते ਉਹਨਾਂ एक बारी यूनिवर्सिटी ने कुछ ਇਹੋ ਜਿਹਾ ਪ੍ਰੋਗਰਾਮ ਬਣਾਇਆ, ਮੈਨੂੰ ਚਿੱਠੀ ਲਿਖੀ ਕਿ ਯੂ ਗ੍ਰੈਜੂਏਟਡ ਫਰਮ ਦਿਸ, ਆਈ ਵੈਂਟ देयर। ਤੇ ਉੱਥੇ ਜਾ ਕੇ ਮੈਂ ਹੁਣ ਕਿਸੇ ਇਹੋ ਜਿਹੇ ਬੰਦੇ ਦੀ ਮਦਦ ਕਰਾਂ ਫਾਈਨੈਂਸ਼ੀਅਲ ਸਟੇਟਮੈਂਟ ਤਿਆਰ ਕਰਨ ਦੀ, ਟੈਕਸ ਜਿਹੜਾ ਆਪੇ ਵਿਚਾਰਾ ਨਹੀਂ ਅਫੋਰਡ ਕਰ ਸਕਦਾ ਕਰਨ ਨੂੰ, ਤੇ ਉੱਥੇ ਜਾ ਕੇ ਮੈਂ ਸੇਮ ਸਟੈਂਡਰਡ ਨਾਲ ਅਪਲਾਈ ਕਰਾਂ ਜਿਹੜੇ ਸਟੈਂਡਰਡ ਮੈਂ ਰੈਗੂਲਰ ਆਪਣੀ ਪ੍ਰੈਕਟਿਸ ਅਪਲਾਈ ਕਰਦਾ। ਵੀ ਮੁਫਤ ਹੋ ਰਿਹਾ, ਠੀਕ ਹੈ ਯਾਰ, ਕੁਝ ਨਹੀਂ, ਜੇ ਇੱਧਰ ਉੱਧਰ ਹੋ ਗਿਆ ਤੇ ਕੋਈ ਇਹੋ ਜਿਹੀ ਗੱਲ ਨਹੀਂ ਹੈ। ਉਹ ਸੇਵਾ ਪ੍ਰਮਾਣ ਨਹੀਂ ਹੈ, ਉਹ ਚਿਤਲਾਈ ਨਹੀਂ, ਉਹ ਚਿਤਲਾਈ ਦੀ ਕੈਟੇਗਰੀ ਚ ਫੇਲ ਹੋ ਜਾਂਦੀ ਹੈ ਉਹ ਸੇਵਾ। The standards has to be the utmost highest standards। ਜੇ ਕਿਸੇ ਨੂੰ ਕੀਰਤਨ ਸਿਖਾਉਣਾ ਹੋਵੇ ਤੇ ਬੰਦਾ ਅੱਤ ਪਿੱਛਾ ਦਾ ਕੰਮ ਕਰੇ, ਵੀ ਠੀਕ ਹੈ ਇਹ ਸਿੱਖ ਲਿੱਤਾ ਯਾਰ, ਕੋਈ ਗੱਲ ਨਹੀਂ, 2 ਲਾਈਨਾਂ ਇੱਧਰ ਉੱਧਰ, ਇੱਕ ਅਧ ਲਾਈਨ ਨਹੀਂ ਆ ਰਹੀ, ਠੀਕ ਤਾਂ ਕੋਈ ਗੱਲ ਨਹੀਂ, ਯੂ نو, ਉਹ ਚਿਤਲਾਏ ਸੇਵਾ ਨਹੀਂ, ਉਹ ਕੀਰਤਨ ਦੀ ਚਿਤਲਾਏ ਸੇਵਾ ਨਹੀਂ ਹੈ। ਜਦ ਤੱਕ ਉਹ ਬੰਦਾ ਪਰਫੈਕਸ਼ਨ ਵਿੱਚ ਇਸ ਤਰ੍ਹਾਂ ਗਾ ਨਹੀਂ ਲੈਂਦਾ, ਚਾਹੇ ਉਹ ਸਿਖਾਉਣ ਵਿੱਚ ਉਹਦੇ 20 ਘੰਟੇ ਨਾ ਖਰਚ ਹੋਣ, ਚਾਹੇ ਉਹ ਸਿਖਾਉਣ ਵਿੱਚ ਉਹਦੇ ਪੂਰਾ ਹਫਤਾ ਨਾ ਲੱਗ ਜਾਏ, ਉਹਦੇ ਵਿੱਚ ਜੇ ਲੱਗੇਗਾ ਤੇ ਚਿਤਲਾਏ ਹੈ, ਤੇ ਨਹੀਂ ਹੈ ਤੇ ਚਿਤਲਾਏ ਨਹੀਂ ਹੈ। ਨਹੀਂ ਹੈ ਤੇ ਫਿਰ ਉਹ ਕੁਝ ਹੋਰ ਕਰ ਰਿਹਾ, ਉਹ ਫਿਰ ਖਾਣਾ ਪੂਰਤੀ, ਉਹ ਫਿਲ ਇਨ ਦਾ ਡਾਟ ਬਣੇ, ਉਹ ਗੈਪ ਜਿਹੜੇ ਫਿਲ ਇਨ ਕਰਨੇ ਹਨ ਤੁਸੀਂ ਆਪਣੇ, ਉਹ ਜੋ ਮਰਜ਼ੀ ਕਰੋ, ਉਹ ਪ੍ਰਮਾਤਮਾ ਦੇ ਨੇੜੇ ਨਹੀਂ ਜਾਓਗੇ ਉਹਦੇ ਨਾਲ, ਉਸ ਸੇਵਾ ਨਾਲ ਪ੍ਰਮਾਤਮਾ ਦੇ ਨੇੜੇ ਨਹੀਂ ਆ, ਉਹ ਦੈਵਿਕ ਗੁਣ ਪੈਦਾ ਨਹੀਂ ਹੋਣਗੇ ਤੁਹਾਡੇ ਚ। ਆਈ ਐਮ ਸੋ ਸੌਰੀ ਟੂ ਸੇ ਦਿਸ, ਯੂ نو, ਕਈ ਵਾਰੀ ਮੈਨੂੰ ਖਰਾਬ ਵੀ ਲੱਗਦਾ ਕਹਿੰਦੇ ਆ, ਯੂ نو, but ਜੋ ਵੱਡਿਆਂ ਨੇ ਲਿਖਿਆ ਉਹ ਵੱਡਿਆਂ ਨੇ ਲਿਖਿਆ, that's the way it is, that's the way it is, you know. Anybody has any more questions before I share the last shlok and then we end the class? I'll wait for a couple of more seconds. Okay, I'm going to share this shlok in Sanskriti. मैं कई बारी ये पहले श्लोक से शेयर कीता होया बड़ी बारी, मैं दोबारा इन्हों शेयर करांगा ताकि आज दा टॉपिक जड़ा है बहुत रेलेवेंट है दे नाल। सो श्लोक नंबर 20 है ते अंग नंबर 1355 ते ये श्लोक संस्कृति दे सीरीज विच आंदा है। श्लोक संस्कृति महला 5वां धन गुरु अजदे महाराज दी बाणी है। ते पंडिता ने क्वेश्चन कीता, महाराज बार बार सेवा बारे गल करदे हो, ये दसो सेवा दा महात्म की है, सेवा दा महात्म दसो सानू, सेवा करन दे फल दसो सानू, करन नाल की हो जांदा है, जे नहीं करांगे ते की होएगा, करन नाल की होएगा। महाराज इत्थे 4 लाइनां दे विच सेवा दा महात्म दसदे हन कि पहली लाइन है कि पाछंग करोत अग्रणवी है, निरासंग आस पूर्ण, निर्धंग भयं धनवंता, रोगियंग रोग खंडना, भगत्यंग भगत दानंग, राम नाम गुण कीर्तना, पार ब्रह्म पुरख दातारा, नानक गुरसेवा किंग न लभते। इथे इथे एक एक्सक्लेमेशन मार्क है, समझ लो, नानक गुरसेवा किंग न, नानक गुरसेवा किंग न, ते हे नानक ए दसो गुरु दी सेवा करन नाल, परमात्मा दी सेवा करन नाल किंग न लभते, केड़ी चीज नहीं लभदी, दसो केड़ी चीज नहीं हासिल होंदी, केड़ी चीज पल्ले नहीं पैंदी, किंग न लभते, केड़ी चीज नहीं मिलदी, दसो मैनू। भाव हर चीज मिलती है ते वो लिस्ट दिंदे हन ना दी, उन्हां वास्ते जिहड़ियां इंपॉर्टेंट चीजां वास्ते वो लिखियां ने इन्हां ने कि पाछंग करोत अग्रणवी, पाछंग मने पिछड़िया होया, बैकवर्ड, इंटैलेक्चुअली भी मॉनेटरीली भी हर तरह तो बैकवर्ड होवे, ते अग्रणवी है सब तो अगे रहन वाला नेता बन जाता है। जिहड़े पिछड़े हुए हैं, जिहड़े इंटैलेक्चुअली, स्पिरिचुअली, मॉनेटरीली हर तरह तो जिहड़े पिछड़े हुए हैं, जिहड़े वो आगू बन जाते हैं, वो अग्रणवी हो जाते हैं, हर चीज विच अगे निकल जाते हैं। परमात्मा इहो जिहा बख्शिश करदा उन्हां दे उत्ते, उन्हां नूं हर चीज इतनी अच्छी तरह समझा दिंदा है कि हर चीज विच पिछड़िया होया बंदा अग्रणवी अगे पहुंच जाता है। ते मैनूं कई वारी लोग पुछदे हैं कि जिहड़ी डिप्रेशन दी दवाई सब तो वड्डी किहड़ी है, डिप्रेशन दी सब तो वड्डी दवाई सेवा है। ये मैं अपनी क्लास विच अखी देखी दसी हुई है गल। हर तरह तो बंदा निराश हो जावे, हर जगह तो वो बंदा सेवा करनी शुरू कर देवे ते उदियां आसां आनियां टाइम नहीं लगदा। निरासंग आस पूर्ण, हर जगह तो निराश होवे, हर जगह तो डिप्रेस्ड होवे, इंटैलेक्चुअली डिप्रेस्ड होवे, स्पिरिचुअली डिप्रेस्ड होवे, सोशली डिप्रेस्ड होवे। निरासंग आस पूर्ण, उदियां हर आसा पूरियां हो जांदियां, भाव वो खिड़िया बन जाता है, खिड़ जाता है बंदा।
ਉਹਦੇ ਅੰਦਰ ਹਰ ਚੀਜ਼ ਦੀ ਪੋਜ਼ਿਟਿਵਿਟੀ ਆ ਜਾਂਦੀ ਹੈ ਸੇਵਾ ਕਰਨ ਦੇ ਨਾਲ। ਪਾਚਨ ਕ੍ਰੋਧ ਅਗਨਵੀ ਨਿਰਾਸੰਗ ਆਸ ਪੂਰਨ। ਅਗਲੀ ਲਾਈਨ ਦੇਖੋ, ਨਿਰਧਨ ਭਯੰ ਧਨਵੰਤਾ। ਨਿਰਧਨ ਜਿਹਦੇ ਕੋਲ ਕੋਈ ਧਨ ਨਾ ਹੋਵੇ, ਗਰੀਬ ਹੋਵੇ, ਬੜਾ ਹਰ ਤਰ੍ਹਾਂ ਦਾ ਗਰੀਬ ਹੋਵੇ, ਇੰਟੈਲੈਕਚੁਅਲੀ ਗਰੀਬ ਹੋਵੇ, ਸਪਿਰਿਚੁਅਲੀ ਗਰੀਬ ਹੋਵੇ, ਪੜ੍ਹਾਈ ਦੀ ਲੱਤ ਤੋਂ ਦੂਰ ਹੋਵੇ। ਕਬੀਰ ਨੂੰ ਦੇਖੋ ਸੇਵਾ ਕਰਕੇ ਕੀ ਮਿਲਿਆ ਉਹਨਾਂ ਨੂੰ। ਕਬੀਰ ਸਾਹਿਬ ਦੇ ਸ਼ਲੋਕ ਪੜ੍ਹੋ ਜ਼ਰਾ, ਦੱਸੋ ਕਿਤੇ ਕਿੱਥੇ ਪੜ੍ਹਨ ਗਏ ਹਨ, ਕਿਹੜੇ ਸਕੂਲ ਗਏ ਹਨ, ਕਿਹੜੇ ਕਾਲਜ ਗਏ ਹਨ। ਹਾਂਜੀ, ਤੇ ਤੁਸੀਂ ਅੱਗੇ ਜਾ ਕੇ ਗੁਰੂਆਂ ਦੀ ਬਾਣੀ ਨੂੰ ਪੁੱਛੋ ਤੇ ਮਹਾਰਾਜ ਪੁੱਛੋ ਗੁਰੂ ਨਾਨਕ ਦੇਵ ਮਹਾਰਾਜ ਨੂੰ ਕਿਹੜੇ ਸਪਿਰਿਚੁਅਲ ਸਕੂਲ ਵਿੱਚ ਜਾ ਕੇ ਅਧਿਐਨ ਕੀਤਾ ਉਹਨਾਂ ਨੇ ਧਰਮ ਗ੍ਰੰਥਾਂ ਦਾ। ਨਿਰਧਨ ਭਯੰ ਧਨਵੰਤਾ। ਹਰ ਤਰ੍ਹਾਂ ਤੋਂ ਜਿਹੜਾ ਨਿਰਧਨ ਹੋਏਗਾ ਉਹ ਧਨਵੰਤ ਹੋ ਜਾਂਦਾ ਹੈ, ਧਨ ਵਾਲਾ ਹੋ ਜਾਂਦਾ ਹੈ, ਪੈਸੇ ਵਾਲਾ ਹੋ ਜਾਂਦਾ ਹੈ। ਉਹਦੇ ਕੋਲ ਸੇਵਾ ਦਾ ਪੈਸਾ ਇਕੱਠਾ ਹੋ ਜਾਂਦਾ, ਕੋਲ ਸਿਮਰਨ ਰੂਪੀ ਧਨ ਇਕੱਠਾ ਹੋ ਜਾਂਦਾ ਹੈ, ਉਹਦੇ ਕੋਲ ਸਪਿਰਿਚੁਅਲਿਟੀ ਦਾ ਧਨ ਇਕੱਠਾ ਹੋ ਜਾਂਦਾ ਹੈ, ਉਹਦੇ ਕੋਲ ਐਜੂਕੇਸ਼ਨ ਦਾ ਧਨ ਇਕੱਠਾ ਹੋ ਜਾਂਦਾ ਹੈ। ਨਿਰਧਨ ਭਯੰ ਧਨਵੰਤਾ। ਤੇ ਜਿਨ੍ਹਾਂ ਨੂੰ ਡਰ ਹੈ ਰੋਗ ਦਾ, ਰੋਗੀਆਂ ਰੋਗ ਖੰਡਨ। ਤੇ ਜਿਹੜਾ ਮਰਜੀ ਰੋਗ ਚਿਮੜਿਆ ਹੋਵੇ, ਜਿਹੜੀ ਮਰਜੀ ਰੋਗ ਦੀ ਪ੍ਰੋਬਲਮ ਹੋਵੇ, ਉਹਦਾ ਰੋਗ ਖੰਡਿਆ ਜਾ ਸਕਦਾ ਹੈ ਸੇਵਾ ਕਰਨ ਨਾਲ। ਉਹ ਰੋਗੀ ਹੋ ਕੇ ਵੀ ਰੋਗ ਨਹੀਂ ਰਹੇਗਾ, ਉਹ ਰੋਗੀ ਹੋ ਕੇ ਵੀ ਆਪਣੇ ਆਪ ਨੂੰ ਰੋਗੀ ਨਹੀਂ ਸਮਝੇਗਾ। ਸ਼ਲੋਕ ਸਤਿ ਜੀ ਇੱਕ ਸ਼ਲੋਕ ਆਉਂਦਾ, ਮੈਨੂੰ ਅਚਾਨਕ ਯਾਦ ਆਈ ਇਸ ਗੱਲ ਨੂੰ। ਪੰਡਤਾਂ ਨੇ ਕੁਐਸਚਨ ਪੁੱਛਿਆ, ਮਹਾਰਾਜ ਰੋਗੀ ਕੌਣ ਹੈ ਤੇ ਅਰੋਗ ਕੌਣ ਹੈ? ਤੇ ਆਰੋਗਿਅੰ ਰੋਗ, ਕਹਿੰਦੇ ਜਿਹੜੇ ਆਪਣੇ ਆਪ ਨੂੰ ਆਰੋਗਿਅੰ ਗਿਣਦੇ ਹਨ ਉਹ ਸਭ ਤੋਂ ਵੱਡੇ ਰੋਗੀ ਹਨ। ਉਹਨਾਂ ਨੂੰ ਰੋਗ ਕਿਹੜਾ ਚਮੜਿਆ? ਉਹਨਾਂ ਨੂੰ ਪ੍ਰਮਾਤਮਾ ਦੇ ਵਿਛੜਨ ਦਾ ਰੋਗ ਹੈ, ਉਹਨਾਂ ਨੂੰ ਪ੍ਰਮਾਤਮਾ ਤੇ ਟੁੱਟਣ ਦਾ ਜਿਹੜੇ ਨੈਗੇਟਿਵਿਟੀ ਸੀ ਉਹ ਰੋਗ ਚਮੜਿਆ ਹੋਇਆ ਹੈ। ਪਾਛੰ ਕ੍ਰੋਧ ਅਗਨਵੀ ਨਿਰਾਸੰਗ ਆਸ ਪੂਰਨ। ਨਿਰਧਨ ਭਯੰ ਧਨਵੰਤਾ ਰੋਗੀਅੰ ਰੋਗ ਖੰਡਨਾ। ਤੇ ਜਿਹੜੇ ਇਹ ਤੇ ਹੋਈਆਂ ਆਮ ਦੁਨਿਆਵੀ ਚੀਜ਼ਾਂ, ਤੇ ਜਿਨ੍ਹਾਂ ਨੂੰ ਪਰਮਾਤਮਾ ਦੇ ਨੇੜੇ ਜਾਣਾ ਹੈ, ਜਿਨ੍ਹਾਂ ਨੂੰ ਭਗਤੀ ਦਾ ਦਾਨ ਚਾਹੀਦਾ, ਜਿਹੜੇ ਚਾਹੁੰਦੇ ਹਨ ਭਗਤੀ ਦਾ ਦਾਨ ਮੇਰੇ ਝੋਲੀ ਚ ਪਵੇ, ਪ੍ਰੇਮਾ ਭਗਤੀ ਵਾਲਾ। ਮਹਾਰਾਜ ਕਹਿੰਦੇ ਹਨ ਸੇਵਾ ਕਰਨ ਨਾਲ ਭਗਤਿਆਂ ਭਗਤ ਦਾਨ, ਭਗਤਾਂ ਨੂੰ ਭਗਤੀ ਦਾ ਦਾਨ ਪ੍ਰਮਾਤਮਾ ਦੇ ਦਿੰਦਾ ਹੈ। ਉਹਨਾਂ ਨੂੰ ਪ੍ਰੇਮਾ ਭਗਤੀ ਉਹਨਾਂ ਦੇ ਝੋਲੀ ਚ ਪੈ ਜਾਂਦੀ ਹੈ। ਭਗਤਿਆਂ ਭਗਤ ਦਾਨ। ਤੇ ਇਸ ਤੋਂ ਵੱਡਾ ਹੋਰ ਜਿਹੜੀ ਸਭ ਤੋਂ ਵੱਡਾ ਜਿਹੜਾ ਹੈ ਉਹ ਕੀਰਤਨ ਰੂਪ ਵਿੱਚ ਬਿਆਨ ਕੀਤੀ ਗਈ ਹੈ ਬਾਣੀ। ਉਸ ਪ੍ਰਮਾਤਮਾ ਦੀ ਕੀਰਤੀ, ਕੀਰਤਨ ਰੂਪ, ਕੀਰਤਨ ਜਿਹੜਾ ਵੱਡਾ ਗਹਿਣਾ ਹੈ, ਰਾਮ ਨਾਮ ਗੁਣ ਕੀਰਤਨ। ਕੀਰਤਨ ਦੀ ਵੱਡੀ ਦਾਤ ਉਹਦੀ ਝੋਲੀ ਵਿੱਚ ਪੈ ਜਾਂਦੀ ਹੈ, ਭਗਤੀ ਦੀ ਵੱਡੀ ਦਾਤ ਉਹਦੀ ਝੋਲੀ ਵਿੱਚ ਪੈ ਜਾਂਦੀ ਹੈ। ਨਿਰਧਨ ਭਯੰ ਧਨਵੰਤਾ ਰੋਗੀਅੰ ਰੋਗ ਖੰਡਨਾ ਭਗਤਿਅੰ ਭਗਤ ਦਾਨੰ ਰਾਮ ਨਾਮ ਗੁਣ ਕੀਰਤਨ। ਪ੍ਰਮਾਤਮਾ ਦੀ ਕੀਰਤੀ, ਪ੍ਰਮਾਤਮਾ ਦੀ ਕੀਰਤਨ, ਪ੍ਰਮਾਤਮਾ ਦੀ ਕੀਰਤਨ ਵੱਡਾ ਜਿਹੜਾ ਗਹਿਣਾ ਜਿਹੜਾ ਹੈ, ਭਗਤੀ ਦਾ ਵਰਗਾ ਵੱਡਾ ਗਹਿਣਾ ਜਿਹੜਾ ਹੈ, ਇਹ ਉਹਦੀ ਝੋਲੀ ਚ ਪੈ ਜਾਂਦਾ ਹੈ ਜਿਹੜਾ ਸੇਵਾ ਕਰਦੇ ਹਨ। ਪਾਰ ਬ੍ਰਹਮ ਪੁਰਖ ਦਾਤਾਰਾ। ਹੇ ਮੇਰੇ ਪਾਰ ਬ੍ਰਹਮ ਪੁਰਖ, ਹੇ ਮੇਰੇ ਵੱਡੇ ਸਤਿਗੁਰ, ਹੇ ਮੇਰੇ ਦਾਤਾ, ਹੇ ਸਭ ਕੁਝ ਦੇਣ ਵਾਲੇ ਪੁਰਖ ਪਰਮਾਤਮਾ। ਹੇ ਨਾਨਕ ਗੁਰਸੇਵਾ ਕਿੰਗ ਨਾ ਲੱਭਤੇ। ਹੇ ਨਾਨਕ ਦੱਸੋ, ਪ੍ਰਮਾਤਮਾ ਦੀ ਸੇਵਾ ਕਰਦੇ ਹਾਂ, ਗੁਰੂ ਦੀ ਸੇਵਾ ਕਰਦੇ ਹਾਂ, ਮਾਨਵਤਾ ਦੀ ਸੇਵਾ ਕਰਦੇ ਹਾਂ, ਵੈਜੀਟੇਸ਼ਨ ਦੀ ਸੇਵਾ ਕਰਦੇ ਹਾਂ, ਇਹ ਮਦਰ ਅਰਥ ਦੀ ਸੇਵਾ ਕਰਦੇ ਹਾਂ, ਕਿਹੜੀ ਚੀਜ਼ ਨਹੀਂ ਲੱਭਦੀ? ਦੱਸੋ ਮੈਨੂੰ। ਭਾਵ ਹਰ ਚੀਜ਼ ਮਿਲਦੀ ਹੈ, ਹਰ ਚੀਜ਼ ਦੀ ਸੇਵਾ। ਇਹ ਸੇਵਾ ਦੇ ਬੜੇ ਵੱਡੇ ਫਲ ਗੁਰੂ ਦੇ ਮਹਾਰਾਜ ਨੇ ਇੱਥੇ ਬਿਆਨ ਕੀਤੇ ਹਨ। ਆਪਣੇ ਅੰਗ 13 ਫਿਰ ਤੁਸੀਂ ਜਾ ਕੇ, ਤੇ ਇਹ ਸ਼ਲੋਕ ਮੇਰਾ ਮਨ ਹੈ ਬੜਾ ਅੰਦਰੋਂ ਕਰਦਾ, ਇਹ ਸ਼ਲੋਕ ਸਾਰੇ ਕੰਠ ਕਰੋ। ਸਾਰਾ ਸ਼ਲੋਕ ਹੈ, ਸਾਰਾ ਹਜ਼ਾਰਾਂ ਵਾਰੀ ਦਿਨ ਵਿੱਚ ਇਸ ਸ਼ਲੋਕ ਦਾ ਪਾਠ ਕਰੋ, ਜਾਪ ਕਰੋ ਇਸ ਸ਼ਲੋਕ ਦਾ, ਤਾਂ ਕਿ ਤੁਹਾਡੇ ਅੰਦਰ ਸੇਵਾ ਕਰਨ ਦਾ ਅੰਦਰੋਂ ਮਨ ਜਾਗੇ, ਤੁਹਾਡੇ ਅੰਦਰ ਇੱਛਾ ਪ੍ਰਗਟ ਹੋਵੇ ਸੇਵਾ ਕਰਨ ਦੀ। ਸਿਆਣੇ ਕਹਿੰਦੇ ਹੁੰਦੇ ਸਨ ਕਿ ਸ਼ਲੋਕ ਦਾ ਬਾਰ-ਬਾਰ ਜਾਪ ਕਰਨ ਨਾਲ ਮਨ ਵਿੱਚ ਸੇਵਾ ਕਰਨ ਦਾ ਭਾਵ ਉਤਪੰਨ ਹੁੰਦਾ ਹੈ, ਇਹਨੂੰ ਦੂਸਰਿਆਂ ਦੀ ਹੈਲਪ ਕਰਨ ਦਾ ਭਾਵ ਉਤਪੰਨ ਹੁੰਦਾ ਹੈ। ਤੇ ਜਿਹੜੇ ਕਰਦੇ ਹਨ ਉਹਨਾਂ ਨੂੰ ਪਤਾ ਹੈ ਕਿ ਕਿਹੜੇ ਗੁਣ ਮਿਲਦੇ ਹਨ, ਜਿਨ੍ਹਾਂ ਨੇ ਕੀਤੀ ਹੈ ਉਹਨਾਂ ਨੂੰ ਪਤਾ ਹੈ ਕਿ ਇਹਦੇ ਫਾਇਦੇ ਕੀ ਹਨ। ਬਾਕੀ ਮੈਂ ਜਿੰਨਾ ਮਰਜ਼ੀ ਸਿਰ ਖਪਾ ਲਵਾਂ ਕਰਨਾ ਉਹੀ ਹੈ ਲੋਕਾਂ ਨੇ ਜੋ ਉਹਨਾਂ ਨੇ ਕਰਨਾ ਹੈ। ਸੋ ਇਹ ਸੇਵਾ ਦੇ ਉੱਤੇ ਮੇਰਾ ਛੋਟਾ ਜਿਹਾ ਐਫਰਟ ਸੀ ਅੱਜ, ਕਿਉਂਕਿ ਪਿਛਲੇ ਹਫਤੇ ਸਿਮਰਨ ਦੀ ਗੱਲ ਆਈ ਤੇ ਮੈਂ ਸੋਚਿਆ ਜੇ ਉਹਦਾ ਕਾਊਂਟਰ ਪਾਰਟ ਨਾਲ ਡਿਸਕਸ ਕੀਤਾ ਤੇ that would be cheating people, that is not right. So that's why I put this together hurriedly yesterday. It's a lot going on in our life right now because of a lot of things going on, but
ਇੱਥੇ ਵੀ ਮੈਨੂੰ ਫਿਰ ਉਹ ਮੇਰੇ ਆਪਣੇ ਵਰਡ ਚਿੱਤ ਆਏ, ਚਿੱਤ ਲਾਏ ਵਾਲੇ। ਮੈਂ ਕਿਹਾ ਯਾਰ ਇਹ ਆਪਣੇ ਕੰਮ ਕਰਦੇ ਪਏ ਹੋ, ਤੇ ਜੇ ਇਹ ਕੰਮ ਵਿੱਚ ਠੀਕ ਤਰ੍ਹਾਂ ਨਾ ਕੀਤਾ ਅਗਰ ਕੰਮ, ਤੇ ਫਿਰ ਮੈਂ ਆਪੇ ਹੀ ਫੇਲ ਹੋ ਗਿਆ ਇਹਦੇ ਵਿੱਚ। ਸੋ ਮੈਂ ਕਿਹਾ ਨਹੀਂ, ਇਹਦੇ ਵਿੱਚ त्रुटि नहीं आनी चाहिए किसी काम ਵਿੱਚ, you know. So I hopefully we all got the essence of this issue, you know. And I'll wait for any questions or so. If not, then I'll end the class. I'll wait to see if somebody has any comments, any questions, you know, or anything they want to say regarding seva. Hanji. Wow, no questions at all. Oh, Vijay has a question. That's good. No, Vijay, no. I mean, you know, it's just that all your classes are excellent as always, but I mean, this one was really too good. It actually, you know, it sort of helped me have my thoughts and sort of concepts actually cleared very nicely. No, thank you, Vijay. And this is a very important theological concept, Vijay, ਇਹ ਵਾਲਾ। ਮਤਲਬ ਕਿ ਇਹਨੂੰ ਤੁਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਇਸ ਚੀਜ਼ ਨੂੰ, because as opposed to other religions, ਸਾਡੇ ਵਿੱਚ ਇਹ ਬਹੁਤ ਇੰਟੀਗ੍ਰੇਟਡ ਹੈ ਵੀਰ ਜੀ। ਇਹ ਵਾਲਾ ਪਰਮਾਤਮਾ ਦੇ ਰਸਤੇ ਵਿੱਚ ਜਾਣ ਵਾਲਾ ਬਹੁਤ ਜ਼ਬਰਦਸਤ ਇੰਟੀਗ੍ਰੇਸ਼ਨ ਹੈ। ਉਹਨੂੰ ਜੇ ਤੁਸੀਂ ਉਹ ਇਹ ਅਗਰ ਇਹ ਲਾਈਫ ਦਾ ਪਾਰਟ ਤੁਹਾਡੇ ਜੀਵਨ ਚੋਂ ਨਿਕਲ ਗਿਆ, ਅਗਰ ਹੋਰ ਕੰਮ ਬੜੇ ਹੋ ਜਾਣਗੇ, ਲੇਕਿਨ ਪਰਮਾਤਮਾ ਦੇ ਨੇੜੇ ਆਣਾ ਬਹੁਤ ਮੁਸ਼ਕਲ ਹੈ ਵੀਰ ਜੀ। ਇਹਦੇ ਬਿਨਾਂ ਬਹੁਤ ਔਖਾ ਹੈ। ਉਹਦੇ ਜੀਵਨ ਵਿੱਚ ਇਹ ਖਿੜਾਵ ਆਣਾ ਬਗੈਰ ਇਹਦੇ ਨਾਲ ਬਹੁਤ ਮੁਸ਼ਕਲ ਹੈ ਵੀਰ ਜੀ, ਬਹੁਤ ਮੁਸ਼ਕਲ ਹੈ। ਗੁਰਬਾਣੀ ਦੇ ਹਿਸਾਬ ਨਾਲ ਤੇ ਅਸੰਭਵ ਹੈ ਬੜਾ, you know, ਔਰ ਬਾਣੀ ਚੀਕ ਕੇ ਇਹੀ ਕਹਿੰਦੀ ਹੈ ਬਾਰ-ਬਾਰ, you know. So I'm glad you felt the same, and I probably lot of other people feel the same. But sometimes we focus ਨਹੀਂ ਕਰ ਪਾਉਂਦੇ, sometimes we take that too lightly. ਉਹਨੂੰ ਉਸ spiritual perspective ਤੋਂ ਨਹੀਂ ਦੇਖ ਸਕਦੇ ਉਸਨੂੰ, ਜਿਹੜੇ ਮੈਂ ਅੱਜ ਕੋਸ਼ਿਸ਼ ਕੀਤੀ ਹੈ ਤੁਹਾਨੂੰ from a ਗੁਰਬਾਣੀ ਦੇ perspective ਤੋਂ, ਗੁਰਮਤ ਦੇ perspective ਤੋਂ ਸੇਵਾ ਦਾ ਐਸਪੈਕਟ ਕੀ ਹੈ, you know. ਹਾਂਜੀ ਸੁਰਿੰਦਰ ਜੀ, ਅੱਜ ਦਾ ਕੋਈ ਨਹੀਂ, ਅੱਜ ਦਾ ਇੰਨਾ ਹਮੇਸ਼ਾ ਹੀ ਬੜਾ ਦਿਲ ਨੂੰ ਟੁੰਬਣ ਵਾਲਾ ਹੁੰਦਾ ਹੈ, ਪਰ ਅੱਜ ਦਾ ਤੇ ਇੰਨਾ ਕਮਾਲ ਦਾ ਕਿ you made me speechless. I can't say anything. Thank you. Just thank you. That's all. You're welcome ji. ਰੱਬ ਰੱਖਾ ਹੋਵੇ ਤੁਹਾਡਾ ਹਮੇਸ਼ਾ ਅੰਗ ਸੰਗ ਸਹੀ। Thank you. Those words mean a lot to me, Didi. Appreciate that. Thank you ji. Thank you. ਆਪਣੀ ਤਰਫੋਂ ਪੂਰੀ ਕੋਸ਼ਿਸ਼ ਕਰੀਦਾ ਹੁੰਦਾ ਜਿਸਾਂ ਉਹ ਕਰਵਾਏ, ਜਿਸਾਂ ਉਹ ਬੁਲਵਾਏ। ਹਾਂਜੀ ਫੁੱਲਾ ਵੀ ਜੀ, ਤੁਹਾਡੇ ਕੁਐਸਚਨਸ ਨੇ। ਮੈਂ ਕਿਹਾ ਜਿਹੜਾ ਮੈਪ ਬਣਾ ਕੇ ਸਮਝਾਉਂਦੇ ਹੋ ਇਹ ਬਹੁਤ ਹੀ ਅੱਛਾ ਹੈ। Let me mute this. I'm sorry, some people attend but they're talking on the background, you know. So ਹਾਂਜੀ ਕੀ ਸੀ ਕੁਐਸਚਨ ਜੀ? ਨਹੀਂ ਤੁਸੀਂ ਵੀਰ ਜੀ ਮਿਊਟਡ ਹੋ ਗਏ ਹੋ, ਹੁਣ ਤੁਸੀਂ ਆਪ ਮਿਊਟ ਕਰ ਲਓ ਆਪਣੇ ਆਪ ਨੂੰ, ਫਿਰ ਕੁਐਸਚਨ ਪੁੱਛੋ। ਅੱਛਾ, ਜਿਹੜਾ ਤੁਸੀਂ ਮੈਪ ਬਣਾ ਕੇ ਸਮਝਾਉਂਦੇ ਹੋ ਇਹ ਬਹੁਤ ਹੀ ਅੱਛਾ ਹੈ। ਥੈਂਕ ਯੂ। ਕਲਾਸ ਵਿੱਚ ਮੈਂ ਹਮੇਸ਼ਾ ਬਣਾਉਂਦਾ ਹੁੰਦਾ, ਇੱਥੇ ਮੈਨੂੰ ਡਰ ਲੱਗਦਾ ਬਣਾਉਂਦਿਆਂ ਕਿਧਰੇ ਮੈਂ ਗੁੰਮ ਨਾ ਹੋ ਜਾਵਾਂ ਕਿਧਰੇ, ਸੋ ਫਿਰ ਬੜਾ ਹਿੰਮਤ ਰੱਖ ਕੇ ਕਰ ਲੈਂਦਾ ਹੁੰਦੇ ਸਾਂ। ਅੱਜ ਉਹ ਸ਼ਬਦ ਨਹੀਂ ਢੂੰਢੇ ਮੈਨੂੰ ਹਾਲੇ ਮੈਂ ਰਾਤੀ ਸਾਰੇ ਸ਼ਬਦ ਢੂੰਢ ਕੇ ਆਰਗੇਨਾਈਜ਼ ਕਰਕੇ ਸੁੱਤਾ ਰਾਤੀ ਲੇਟ ਰਾਤੀ, ਬਟ ਉਹ ਸਵੇਰੇ ਦੇਖੋ ਹੁਣ ਮੈਨੂੰ ਨਹੀਂ ਮਿਲਿਆ ਸਵੇਰੇ ਉਹ ਜਦੋਂ ਮੈਂ ਲੋੜਨ ਦੀ ਕੋਸ਼ਿਸ਼ ਕੀਤੀ। ਸੋ ਅੱਜ ਆਈ ਐਮ ਗਲੈਡ ਦਿਸ ਮੈਪ ਥਿੰਗ ਵਰਕਡ ਆਊਟ। ਸਮਟਾਈਮਸ ਆਈ ਟਰਾਈ, ਇਟ ਡਸਨਟ ਵਰਕ ਆਊਟ ਵੀਰ ਜੀ, ਸੋ ਆਈ ਐਮ ਗਲੈਡ ਇਟ ਵਰਕਡ ਆਊਟ ਟੁਡੇ। ਬਹੁਤ ਅੱਛਾ ਮੈਥਡ ਹੈ ਜੀ, ਮੈਂ ਵੀ ਇਹਨੂੰ ਯੂਜ਼ ਕਰਦਾ ਕਲਾਸ ਵਿੱਚ। ਇਟਸ ਵੈਰੀ ਗੁੱਡ, ਥੈਂਕ ਯੂ। ਜਾਂ ਲਿਖ ਕੇ ਜਦੋਂ ਤੁਸੀਂ ਮੈਪ ਬਣਾਉਂਦੇ ਹੋ ਜਾਂ ਕੋਈ ਡਰਾ ਕਰਦੇ ਹੋ ਤੇ ਉਹਦੀ ਇਮੇਜ ਜ਼ਿਆਦਾ ਜਲਦੀ ਤੁਹਾਡੇ ਮਾਈਂਡ ਵਿੱਚ ਆਉਂਦੀ ਹੈ। there's no question about that. Yeah, I agree with that. ਹਾਂਜੀ thank you. You're welcome ਜੀ। ਹਾਂਜੀ ਕੋਈ ਹੋਰ ਕੋਈ ਕੁਐਸਚਨ? ਅਦਰਵਾਈਜ਼ ਮੈਂ ਫਤਿਹ ਬੁਲਾਉਣ ਵਾਲਾ ਫਿਰ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। there is no kirtan class today and